ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦਾ ਕੇਂਦਰੀ ਭਾਵ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਨਾਮ ਦਾ ਮਤਲਬ ਹੁਕਮ, ਸੁਖਮਨੀ ਦਾ ਮਤਲਬ ਸੁੱਖਾਂ ਦੀ ਮਣੀ, ਯਾਨੀ ਜਿਸ ਤੋਂ ਸਾਨੂੰ ਹਰ ਸੁੱਖ ਮਿਲ ਸਕਦਾ ਹੈ। ਸੁੱਖਾਂ ਦਾ ਮੂਲ, ਸੁੱਖਾਂ ਦਾ ਮੂਲ ਕੀ ਹੈ? ਪ੍ਰਭੂ ਦਾ ਨਾਮ ਯਾਨੀ ਰੱਬ ਦਾ ਹੁਕਮ। ਤੇ ਭਗਤ ਕੌਣ ਨੇ? ਜੋ ਉਸ ਹੁਕਮ ਨੂੰ ਮੰਨਦੇ ਨੇ, ਯਾਨੀ ਰੱਬੀ ਹੁਕਮ ਦੇ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਰੇ ਸੁੱਖਾਂ ਦਾ ਮੂਲ ਰੱਬ ਦਾ ਹੁਕਮ ਹੈ। ਜੇਕਰ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਪਾਣਾ ਚਾਹੁੰਦੇ ਹੋ ਤਾਂ ਫਿਰ ਸਾਨੂੰ ਹੁਕਮ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ, ਕਿਉਂਕਿ ਸੁੱਖਾਂ ਦਾ ਮੂਲ ਜਿਹੜਾ ਨਾ ਉਹ ਹੁਕਮ ਹੈ। ਹੁਕਮ, ਰੱਬੀ ਨਿਯਮ, ਨਿਯਮਾਵਲੀ। ਤਾਂ ਆਓ ਇਸ ਤੋਂ ਅਗਲੀ ਵਿਚਾਰ ਦੇ ਨਾਲ ਅਸੀਂ ਜੁੜਨ ਦਾ ਯਤਨ ਕਰੀਏ। ਅਬਿਨਾਸ਼ੀ ਸੁਖ ਆਪਨ ਆਸਨ। ਜਦੋਂ ਅਬਿਨਾਸ਼ੀ ਹਰੀ ਆਪਣੇ ਸੁਖ ਆਸਨ ਤੇ ਸੀ। ਸੁਖ ਆਸਨ, ਆਸਨ ਦਾ ਮਤਲਬ ਤਖਤ ਯਾਨੀ ਸਰੂਪ। ਇੱਥੇ ਆਸਨ ਦਾ ਮਤਲਬ ਸਰੂਪ ਹੋਏਗਾ। ਜਦੋਂ ਪ੍ਰਭੂ ਆਪ ਹੀ ਆਪਣੀ ਮੌਜ ਵਿੱਚ ਸੀ, ਯਾਨੀ ਆਪਣੇ ਸਰੂਪ ਦੇ ਵਿੱਚ ਸੀ, ਯਾਨੀ ਪ੍ਰਗਟ ਨਹੀਂ ਸੀ ਹੋਇਆ। ਇੱਥੇ ਆਸਨ ਦਾ ਮਤਲਬ ਇਹ ਨਹੀਂ ਕਿ ਜਿਵੇਂ ਚੌਂਕੜੀ ਮਾਰ ਕੇ ਬਹਿਣਾ ਹੈ। ਇੱਥੇ ਆਸਨ ਦਾ ਮਤਲਬ ਕਿ ਆਪਣੇ ਆਪ ਦੇ ਵਿੱਚ ਸਮਾਇਆ ਹੋਇਆ ਸੀ, ਇਹ ਸੰਸਾਰ ਦੇ ਰੂਪ ਵਿੱਚ ਪ੍ਰਗਟ ਨਹੀਂ ਸੀ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਉਹ ਆਪਣੇ ਆਪ ਦੇ ਅੰਦਰ ਆਪ ਸਮਾਇਆ ਹੋਇਆ ਸੀ, ਅਬਿਨਾਸ਼ੀ ਸੁਖ ਆਪਨ ਆਸਨ, ਜਨਮ ਮਰਨ ਕਹੋ ਕਹਾਂ ਬਿਨਾਸਨ। ਇਹਨੂੰ ਪੜਾਂਗੇ ਕਹਾਂ। ਜਦੋਂ ਕਹਾ ਦਾ ਮਤਲਬ ਹੋਵੇ ਨਾ ਕਿੱਥੇ, ਉਦੋਂ ਪੜਾਂਗੇ ਕਹਾਂ ਬਿੰਦੀ ਲਗਾ ਕੇ। ਤੇ ਜਦੋਂ ਕਹਾ ਦਾ ਮਤਲਬ ਕੀ ਹੋਵੇ ਉਦੋਂ ਬਿੰਦੀ ਤੋਂ ਬਿਨਾ ਪੜਾਂਗੇ। ਉਚਾਰਨ ਦੇ ਵਿੱਚ ਫਰਕ ਪਵੇਗਾ, ਸਪੈਲਿੰਗ ਇਹ ਹੀ ਰਹੇਗੀ। ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ। ਕਹਾਂ ਦਾ ਮਤਲਬ ਕਿੱਥੇ ਸੀ। ਤਾਂ ਗੁਰੂ ਜੀ ਕਹਿੰਦੇ ਨੇ ਦੱਸੋ ਉਦੋਂ ਜੰਮਣਾ, ਮਰਨਾ ਔਰ ਵਿਨਾਸ਼ ਹੋਣਾ ਕਿੱਥੇ ਸੀ। ਯਾਨੀ ਨਾ ਜਨਮ ਸੀ, ਨਾ ਉਦੋਂ ਮੌਤ ਸੀ, ਕਿਉਂਕਿ ਰੱਬ ਹੀ ਸੀ ਨਾ ਇਕੱਲਾ, ਕੋਈ ਹੈ ਹੀ ਨਹੀਂ, ਪ੍ਰਗਟ ਤੌਰ ਤੇ ਕੋਈ ਹੈ ਹੀ ਨਹੀਂ। ਤਾਂ ਉਦੋਂ ਜੰਮਦਾ ਕੌਣ ਸੀ ਤੇ ਮਰਦਾ ਕੌਣ ਸੀ? ਨਾ ਕੋਈ ਜੰਮ ਰਿਹਾ ਸੀ, ਨਾ ਕੋਈ ਮਰ ਰਿਹਾ ਸੀ। ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ ਸਮਝਦੇ ਜਾਣਾ ਹੈ, ਅੱਗੇ ਚੱਲ ਕੇ ਅਗਲੀ ਵਿਚਾਰ ਵਿੱਚ ਇਸ ਵਿਚਾਰਾਂ ਕੰਮ ਆਣਗੇ। ਜਬ ਪੂਰਨ ਕਰਤਾ ਪ੍ਰਭ ਸੋਏ। ਜਦੋਂ ਕਰਤਾਰ ਪੂਰਨ ਆਪ ਹੀ ਆਪ ਸੀ। ਕਰਤਾ ਦਾ ਮਤਲਬ ਜਿਨੇ ਇਹ ਸੰਸਾਰ ਰਚਿਆ ਹੈ, ਕ੍ਰੀਏਟਰ। ਪੂਰਨ ਦਾ ਮਤਲਬ ਪੂਰਨ ਆਪਣੇ ਆਪ ਹੀ ਸੀ ਕਰਤਾਰ ਜਿਹੜਾ ਹੈ। ਜਦੋਂ ਕਿ ਕਰਤਾਰ ਆਪ ਹੀ ਆਪ ਸੀ, ਇਹ ਦਿਸਦਾ ਹੋਇਆ ਜਗਤ ਹੈ ਹੀ ਨਹੀਂ ਸੀ। ਨਾ ਧਰਤੀ, ਨਾ ਚੰਦਰਮਾ, ਨਾ ਆਕਾਸ਼, ਨਾ ਹਵਾ, ਪੌਣ ਪਾਣੀ, ਕੁਛ ਵੀ ਨਹੀਂ ਸੀ। ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਇਸ ਨੂੰ ਬਹੁਤੇ ਵੀਰ ਪੜ੍ਹਦੇ ਨੇ ਕਹੋ। ਇਹਨੂੰ ਕਹੋ ਨਹੀਂ ਪੜਨਾ, ਕਹੋ ਪੜਨਾ ਹੈ, ਕਹੋ। ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਤਰਾਸ ਦਾ ਮਤਲਬ ਡਰ, ਜਮ ਦਾ ਮਤਲਬ ਮੌਤ। ਉਦੋਂ ਦੱਸੋ ਮੌਤ ਦਾ ਡਰ ਕਿਹਨੂੰ ਸੀ? ਮੌਤ ਦਾ ਡਰ ਕਿਸੇ ਨੂੰ ਹੈ ਹੀ ਨਹੀਂ ਸੀ, ਕਿਉਂਕਿ ਰੱਬ ਤੇ ਮੌਤ ਤੋਂ ਰਹਿਤ ਹੈ। ਅੱਜ ਤੇ ਮੈਂ ਮੌਤ ਤੋਂ ਡਰ ਰਿਹਾ ਹਾਂ, ਹੋਰ ਲੋਕ ਮੌਤ ਤੋਂ ਡਰ ਰਹੇ ਨੇ, ਪਰ ਜਦੋਂ ਇਸ ਦਿਸਦਾ ਸੰਸਾਰ ਹੈ ਹੀ ਨਹੀਂ ਸੀ, ਗੁਰੂ ਜੀ ਕਹਿੰਦੇ ਨੇ ਉਦੋਂ ਮੌਤ ਦਾ ਡਰ ਕਿਹਨੂੰ ਸੀ? ਭਾਵ ਕਿਸੇ ਨੂੰ ਮੌਤ ਦਾ ਡਰ ਨਹੀਂ ਸੀ, ਕਿਉਂਕਿ ਰੱਬ ਨੂੰ ਮੌਤ ਆਉਂਦੀ ਨਹੀਂ। ਜਬ ਅਭਿਗਤ ਅਗੋਚਰ ਪ੍ਰਭ ਏਕਾ। ਅਭਿਗਤ, ਅਭਿਗਤ ਦਾ ਮਤਲਬ ਨਾਸ਼ ਰਹਿਤ, ਅਵਿਅਕਤ, ਅਦ੍ਰਿਸ਼ਟ ਪ੍ਰਭੂ। ਅਗੋਚਰ ਦਾ ਮਤਲਬ ਆ ਪਲਸ ਗੋ ਪਲਸ ਚਰ, ਜਿਹਦਾ ਗਿਆਨ ਇੰਦਰੀਆਂ ਤੱਕ ਜਿਸ ਦੀ ਪਹੁੰਚ ਨਹੀਂ ਹੈ। ਜਦੋਂ ਅਦ੍ਰਿਸ਼ਟ ਔਰ ਅਗੋਚਰ ਪ੍ਰਭੂ ਆਪ ਹੀ ਸੀ, ਇਕੱਲਾ ਹੀ ਸੀ, ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ। ਜਦੋਂ ਅਦ੍ਰਿਸ਼ਟ ਅਗੋਚਰ ਇੱਕ ਆਪ ਹੀ ਸੀ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਤਾਂ ਉਦੋਂ ਚਿੱਤਰ ਔਰ ਗੁਪਤ ਦੱਸੋ ਲੇਖਾ ਕਿਹਦੇ ਤੋਂ ਪੁੱਛਦੇ ਸਨ?
ਹੁਣ ਚਿੱਤਰ ਔਰ ਗੁਪਤ ਮੰਨੇ ਗਏ ਨੇ ਧਰਮਰਾਜ ਦੇ ਦੋ ਮੁਨਸ਼ੀ। ਗੁਰਮਤ ਨਹੀਂ ਮੰਨਦੀ, ਹਿੰਦੂ ਵੀਰ ਮੰਨਦੇ ਨੇ ਜਾਂ ਹੋਰ ਧਰਮ ਗ੍ਰੰਥਾਂ ਵਿੱਚ ਮੰਨਿਆ ਹੈ। ਗੁਰਮਤ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੀ। ਚਿੱਤਰਗੁਪਤ ਦੋ ਮੁਨਸ਼ੀ ਨੇ ਧਰਮਰਾਜ ਦੇ, ਜੋ ਬੰਦੇ ਦੇ ਸੱਜੇ ਔਰ ਖੱਬੇ ਮੋਢੇ ਤੇ ਬਹਿ ਕੇ ਤੇ ਲੇਖਾ ਲਿਖਦੇ ਰਹਿੰਦੇ ਨੇ, ਤੇ ਉਹ ਲੇਖਾ ਫਿਰ ਧਰਮਰਾਜ ਦੇ ਕੋਲ ਪੇਸ਼ ਕੀਤਾ ਜਾਂਦਾ ਹੈ, ਤੇ ਉਹ ਧਰਮਰਾਜ ਪੜ੍ਹ ਕੇ ਫਿਰ ਅੱਗੋਂ ਲੇਖਾ ਕਰਦਾ ਹੈ ਤੇ ਜੱਜਮੈਂਟ ਕਰਕੇ ਫੈਸਲਾ ਸੁਣਾਉਂਦਾ ਹੈ ਵੀ ਕਿੱਧਰ ਇਹਨੂੰ, ਕਿੱਧਰ ਨਰਕਾਂ ਵਿੱਚ ਭੇਜਣਾ ਹੈ ਕਿ ਸਵਰਗਾਂ ਵਿੱਚ ਭੇਜਣਾ ਹੈ। ਇਹ ਵਿਚਾਰਧਾਰਾ ਗੁਰਮਤ ਦੀ ਨਹੀਂ ਹੈ, ਇਹ ਚੀਜ਼ ਸਮਝ ਲੈਣਾ, ਕਿਉਂਕਿ ਇਹ ਚੀਜ਼ਾਂ ਲੋਕ ਮੰਨ ਰਹੇ ਸਨ ਤੇ ਗੁਰੂ ਜੀ ਨੇ ਉਹਨਾਂ ਦਾ ਨਾਮ ਵਰਤ ਕੇ ਤੇ ਸਾਨੂੰ ਸਮਝਾਇਆ ਹੈ। ਤਬ ਚਿੱਤਰਗੁਪਤ ਕਿਸ ਪੁੱਛਤ ਲੇਖਾ, ਗੁਰੂ ਜੀ ਕਹਿੰਦੇ ਜਦੋਂ ਚਿੱਤਰਗੁਪਤ ਕਿਹਦੇ ਤੋਂ ਲੇਖਾ ਪੁੱਛਦੇ ਸਨ, ਕਿਉਂਕਿ ਹੈ ਹੀ ਨਹੀਂ ਸੀ ਨਾ ਕੋਈ, ਕੇਵਲ ਰੱਬ ਹੀ ਸੀ ਇਕੱਲਾ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਨਾਥ ਦਾ ਮਤਲਬ ਮਾਇਆ, ਨਾਥ ਦਾ ਮਤਲਬ ਮਾਲਕ, ਨਾਥ ਦਾ ਮਤਲਬ ਮਾਲਕ। ਨਿਰੰਜਨ ਨਿਰਅੰਜਨ, ਕਾਲਖ ਤੋਂ ਰਹਿਤ, ਮਾਇਆ ਤੋਂ ਰਹਿਤ, ਜਿਹਦੇ ਤੇ ਮਾਇਆ ਦਾ ਨਿਰਲੇਪ ਨਹੀਂ। ਅਗੋਚਰ ਦਾ ਮਤਲਬ ਜੋ ਸਾਡੇ ਗਿਆਨ ਕਰਮ ਇੰਦਰੀਆਂ ਤੋਂ ਪਰੇ ਹੈ। ਅਗਾਧੇ ਦਾ ਮਤਲਬ ਅਗਾਧ, ਅਥਾਹ, ਜਿਹਦੀ ਥਾਹ ਨਹੀਂ ਪਾਈ ਜਾ ਸਕਦੀ। ਤਾਂ ਜਦੋਂ ਮਾਲਕ ਮਾਇਆ ਰਹਿਤ, ਅਥਾਹ, ਅਗੋਚਰ ਆਪ ਹੀ ਆਪ ਸੀ, ਤਬ ਕੌਣ ਛੁੱਟੇ, ਕੌਣ ਬੰਧਨ ਬੰਧੇ, ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ ਔਰ ਕੌਣ ਬੰਧਨਾਂ ਦੇ ਵਿੱਚ ਬੱਝੇ ਹੋਏ ਸਨ। ਅੱਜ ਤੇ ਅਸੀਂ ਕਹਿ ਰਹੇ ਹਾਂ ਕਿ ਫਲਾ ਬੰਦਾ ਬੰਧਨ ਵਿੱਚ ਬੱਝਿਆ ਹੈ, ਇਹ ਬੰਦਾ ਬੰਧਨਾਂ ਤੋਂ ਆਜ਼ਾਦ ਹੈ, ਤਾਂ ਉਦੋਂ ਬੰਧਨ ਕਿਹਨੂੰ ਸਨ? ਨਾ ਕੋਈ ਆਜ਼ਾਦ ਸੀ, ਨਾ ਕੋਈ ਬੰਧਨ ਵਿੱਚ ਸੀ, ਕਿਉਂਕਿ ਹੈ ਹੀ ਨਹੀਂ ਸੀ ਨਾ ਕੋਈ ਹੋਰ, ਇਕੱਲਾ ਹੀ ਸੀ ਉਹ। ਆਪਨ ਆਪ ਆਪ ਹੀ ਅਚਰਜਾ, ਅਚਰਜਾ ਦਾ ਮਤਲਬ ਵੰਡਰਫੁਲ, ਹੈਰਾਨ ਕਰ ਦੇਣ ਵਾਲਾ, ਵਿਸਮਾਦ ਵਿੱਚ ਲੈ ਜਾਣ ਵਾਲਾ। ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ। ਆਪਨ ਆਪ ਆਪ ਹੀ ਅਚਰਜਾ, ਸਾਰਾ ਕੁਝ ਆਪ ਹੀ ਹੈ। ਇਹ ਚੀਜ਼ ਨਾ ਹੁਣ ਸਮਝਣ ਵਾਲੀ ਹੈ। ਸਾਰੀਆਂ ਗੱਲਾਂ ਦੱਸ ਕੇ ਵੀ ਉਦੋਂ ਚਿੱਤਰਗੁਪਤ ਕਿਹਦੇ ਤੋਂ ਲੇਖਾ ਮੰਗਦਾ ਸੀ, ਸੁਖੀ ਕੌਣ ਸੀ, ਦੁਖੀ ਕੌਣ ਸੀ, ਬੰਧਨ ਵਿੱਚ ਕੌਣ ਸੀ, ਆਜ਼ਾਦ ਕੌਣ ਸੀ, ਕੌਣ ਮਰਦਾ ਸੀ, ਕੌਣ ਜੰਮਦਾ ਸੀ, ਇਹ ਕੁਛ ਹੈ ਹੀ ਨਹੀਂ ਸੀ, ਕਿਉਂਕਿ ਰੱਬ ਹੀ ਸੀ ਨਾ, ਆਪ ਹੀ ਸੀ। ਤੇ ਹੁਣ ਅਗਲੀ ਗੱਲ ਬੜੇ ਨੁਕਤੇ ਵਾਲੀ ਹੈ। ਆਪਨ ਆਪ ਆਪ ਹੀ ਅਚਰਜਾ, ਸਵਾਮੀ ਸਾਰਾ ਕੁਝ ਆਪ ਹੀ ਹੈ, ਹੁਣ ਵੀ ਉਹ ਆਪ ਹੀ ਹੈ, ਹੁਣ ਵੀ ਉਹਦੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਇਹ ਚੀਜ਼ ਸਾਡੀ ਪਕੜ ਵਿੱਚ ਆ ਜਾਣੀ ਚਾਹੀਦੀ ਹੈ ਜ਼ਰੂਰ। ਜਿਵੇਂ ਸਮੁੰਦਰ ਦੇ ਸ਼ਾਂਤ ਖਲੋਤਾ ਹੈ ਨਾ, ਸਮੁੰਦਰ ਬਿਲਕੁਲ ਸ਼ਾਂਤ ਖੜਾ ਹੈ, ਤਾਂ ਪਾਣੀ ਦਿਸ ਰਿਹਾ ਹੈ, ਪਰ ਜਦੋਂ ਹਵਾ ਚੱਲਣ ਲੱਗ ਜਾਏ ਹੌਲੀ ਹੌਲੀ, ਨਿੱਕੀਆਂ ਨਿੱਕੀਆਂ ਲਹਿਰਾਂ, ਫਿਰ ਹਵਾ ਤੇਜ਼ ਹੋ ਜਾਏ ਤੇ ਵੱਡੀਆਂ ਵੱਡੀਆਂ ਲਹਿਰਾਂ, ਸੈਂਕੜੇ ਹਜ਼ਾਰਾਂ ਲਹਿਰਾਂ ਆ ਰਹੀਆਂ ਨੇ। ਹੁਣ ਸਾਨੂੰ ਹਜ਼ਾਰਾਂ ਲਹਿਰਾਂ ਦਿਸ ਰਹੀਆਂ ਨੇ, ਪਰ ਜਦੋਂ ਲਹਿਰਾਂ ਨਹੀਂ ਸਨ ਉਦੋਂ ਕੀ ਸੀ? ਪਾਣੀ। ਤੇ ਹੁਣ ਜਦੋਂ ਲਹਿਰਾਂ ਉੱਠ ਗਈਆਂ ਹੁਣ ਕੀ ਹੈ? ਹੁਣ ਵੀ ਪਾਣੀ। ਪਰ ਸਾਨੂੰ ਪ੍ਰਤੀਤ ਹੋ ਰਹੀਆਂ ਨੇ ਲਹਿਰਾਂ ਵੱਖਰੀਆਂ ਵੱਖਰੀਆਂ ਦਿਸ ਰਹੀਆਂ ਨੇ, ਹੈ ਪਾਣੀ। ਇਸੇ ਤਰ੍ਹਾਂ ਜਦੋਂ ਉਹ ਪ੍ਰਭੂ ਆਪਣੇ ਆਪ ਦੇ ਅੰਦਰ ਸਮਾਇਆ ਸੀ, ਮੰਨ ਲਓ ਉਹ ਸਮੁੰਦਰ ਆਪਣੇ ਆਪ ਦੇ ਅੰਦਰ ਸ਼ਾਂਤ ਖੜਾ ਸੀ, ਤਾਂ ਸਮੁੰਦਰ ਸੀ, ਪਾਣੀ ਸੀ, ਤੇ ਫਿਰ ਲਹਿਰਾਂ ਉੱਠ ਗਈਆਂ ਤੇ ਫਿਰ ਵੀ ਪਾਣੀ ਹੈ, ਫਿਰ ਵੀ ਪਾਣੀ। ਸਾਨੂੰ ਪ੍ਰਤੀਤ ਹੋ ਰਿਹਾ ਵੱਖਰਾ। ਹੁਣ ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ, ਤੇ ਅਖੰਡ ਮੰਡਲ ਬ੍ਰਹਿਮੰਡ ਜਿੰਨਾ ਵੀ ਯੂਨੀਵਰਸ ਨੇ, ਇਹ ਸਾਰੇ ਉਹਦੀਆਂ ਲਹਿਰਾਂ ਹੀ ਨੇ, ਉਹ ਹੀ ਪਸਰਿਆ ਹੋਇਆ ਹੈ, ਅਨੇਕ ਭਾਂਤ ਹੋਏ ਪਸਰਿਆ। ਨਾਨਕ ਏਕੰਕਾਰ, ਉਹ ਹੈਰਾਨ ਕਰ ਦੇਣ ਵਾਲਾ, ਵਿਸਮਾਦ ਕਰ ਦੇਣ ਵਾਲਾ ਰੱਬ ਆਪ ਹੀ ਆਪ ਹੈ। ਨਾਨਕ, ਇੱਥੇ ਥੋੜਾ ਜਿਹਾ ਰੁਕ ਜਾਣਾ ਹੈ। ਆਪਨ ਰੂਪ, ਇੱਥੇ ਵਿਸਰਾਮ ਲਗਾਵਾਂਗੇ। ਆਪ ਹੀ ਉਪਰਜਾ, ਉਪਰਜਾ ਦਾ ਮਤਲਬ ਪੈਦਾ ਕਰਨਾ ਜਾਂ ਪੈਦਾ ਹੋਣਾ ਜਾਂ ਸਾਜਣਾ। ਹੇ ਨਾਨਕ, ਆਪਣਾ ਆਕਾਰ ਉਹਨੇ ਆਪ ਹੀ ਪੈਦਾ ਕੀਤਾ। ਹੁਣ ਇਹ ਪਿਛਲੀ ਸਾਰੀ ਅਸ਼ਟਪਦੀ ਨੂੰ ਫਿਰ ਧਿਆਨ ਵਿੱਚ ਲੈ ਜਾਓ ਕਿ ਜਦੋਂ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਆਕਾਰ ਨਹੀਂ, ਨਿਰਗੁਣ ਸਰਗੁਣ, ਸਾਰਾ ਕੁਝ ਆਪ ਹੀ ਇੱਕ ਹੀ ਹੈ। ਜਦੋਂ ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ, ਉਦੋਂ ਜਨਮ ਕਿੱਥੇ ਸੀ, ਮੌਤ ਕਿੱਥੇ ਸੀ, ਦੁੱਖ ਕਿੱਥੇ ਸੀ, ਸੁੱਖ ਕਿੱਥੇ ਸੀ, ਪੁੰਨ ਕਿੱਥੇ ਸੀ, ਪਾਪ ਕਿੱਥੇ ਸੀ? ਕੁਛ ਨਹੀਂ ਸੀ ਨਾ, ਆਪ ਹੀ ਸੀ।
ਤੇ ਗੁਰੂ ਜੀ ਕਹਿੰਦੇ ਨੇ ਉਹਨੇ ਆਪਣਾ ਹੀ ਇਹ ਰੂਪ ਬਣਾਇਆ ਹੋਇਆ ਹੈ, ਆਪ ਹੀ ਪਸਰਿਆ ਹੋਇਆ ਹੈ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ ਇੱਕ ਹੀ ਪਸਰਿਆ ਹੋਇਆ ਹੈ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਉਹਨੇ ਆਪਣਾ ਰੂਪ ਆਪ ਹੀ ਬਣਾਇਆ ਹੈ, ਇਹ ਉਹਦਾ ਹੀ ਰੂਪ ਹੈ ਦਿਸਦਾ ਜਗਤ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਪੁਰਖ ਦਾ ਮਤਲਬ ਅਕਾਲ ਪੁਰਖ, ਪੁਰਖ ਪਤ ਦਾ ਮਤਲਬ ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ। ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ, ਕੇਵਲ ਆਪ ਸੀ, ਅਦਿਸਤਾ ਜਗਤ ਨਹੀਂ ਸੀ, ਹੋਂਦ ਵਿੱਚ ਆਇਆ। ਤਹਿ ਬਿਨ ਮੈਲ ਕਹੋ ਕਿਆ ਤੂਤਾ, ਤਹਿ ਬਿਨ ਮੈਲ ਕਹੋ ਕਿਆ ਤੂਤਾ, ਉਹ ਰੱਬ ਮੈਲ ਤੋਂ ਰਹਿਤ ਸੀ। ਤਹਿ ਬਿਨ ਮੈਲ, ਮੈਲ ਤੋਂ ਰਹਿਤ ਹੋ, ਕਹੋ ਕਿਆ ਤੂਤਾ, ਤੇ ਦੱਸੋ ਕਿੰਨੇ ਮੈਲ ਧੋਣੀ ਸੀ। ਅੱਜ ਤੇ ਅਸੀਂ ਕਹਿ ਰਹੇ ਹਾਂ ਵੀ ਮੈਲ ਧੋਵੋ, ਆਪਣਾ ਮਨ ਸਾਫ਼ ਕਰੋ, ਮਾਨਸਿਕਤਾ ਸਾਫ਼ ਕਰੋ, ਤੇ ਉਦੋਂ ਕਿਹੜੀ ਮੈਲ ਕੌਣ ਧੋਂਦਾ ਸੀ? ਕਿਉਂਕਿ ਹੈ ਹੀ ਉਹ ਸੀ ਨਾ, ਨਿਰਮਲ ਸੀ, ਤੇ ਮੈਲ ਕਿੰਨੇ ਧੋਣੀ ਸੀ? ਮੈਲ ਧੋਣ ਦੀ ਲੋੜ ਹੀ ਨਹੀਂ ਸੀ, ਹੈ ਹੀ ਨਿਰਮਲ। ਇਹ ਗੱਲ ਵੀ ਸਮਝਣ ਵਾਲੀ ਹੈ। ਅਸੀਂ ਉਸ ਨਿਰਮਲ ਦਾ ਰੂਪ ਹਾਂ। ਅਸਲ ਦੇ ਅੰਦਰ ਸਾਡੇ ਅੰਦਰ ਸ਼ੁੱਧਤਾ ਹੈ, ਨਿਰਮਲਤਾ ਹੈ। ਮੈਲ ਵਗੈਰਾ ਅਸੀਂ ਆਪ ਪੈਦਾ ਕਰ ਬੈਠੇ ਹਾਂ। ਜਦੋਂ ਅਸੀਂ ਮੈਲ ਨਿਰਮਲਤਾ ਨੂੰ ਪਾਸੇ ਕਰਦੀ ਤੇ ਸ਼ੁੱਧਤਾ ਆ ਜਾਂਦੀ ਹੈ। ਜਿਵੇਂ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਜਦੋਂ ਅਸੀਂ ਸੱਚ ਬੋਲਣਾ ਛੱਡ ਦਿੰਦੇ ਹਾਂ ਤੇ ਝੂਠ ਆ ਜਾਂਦੇ ਨੇ। ਝੂਠ ਐਵੇਂ ਨਹੀਂ ਆਏ, ਝੂਠ ਤਾਂ ਆਏ ਨੇ ਕਿਉਂਕਿ ਅਸੀਂ ਸੱਚ ਬੋਲਣਾ ਛੱਡਿਆ। ਸਾਡੀ ਨਫ਼ਰਤ ਆਪਸ ਵਿੱਚ ਐਵੇਂ ਪੈਦਾ ਨਹੀਂ ਹੋਈ। ਨਫ਼ਰਤ ਤਾਂ ਪੈਦਾ ਹੋਈ, ਅਸੀਂ ਇੱਕ ਦੂਜੇ ਨਾਲ ਪ੍ਰੇਮ ਦੇ ਨਾਲ ਰਹਿਣਾ ਛੱਡ ਦਿੱਤਾ ਹੈ। ਸਾਡੇ ਵਿੱਚ ਈਗੋ ਐਵੇਂ ਪੈਦਾ ਨਹੀਂ ਹੋ ਗਈ, ਅਸੀਂ ਨਿਮਰਤਾ ਨਾਲ ਰਹਿਣਾ ਛੱਡ ਦਿੱਤਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤਹਿ ਬਿਨ ਮੈਲ ਕਹੋ ਕਿਆ ਤੂਤਾ, ਵੀ ਦੱਸੋ ਉਦੋਂ ਮੈਲ ਕੌਣ ਧੋਂਦਾ ਸੀ? ਭਾਵ ਉਹ ਸਾਫ਼ ਸੁਥਰਾ ਸੀ, ਉਹ ਮੈਲ ਤੋਂ ਰਹਿਤ ਸੀ। ਜਹ ਨਿਰੰਜਨ ਨਿਰੰਕਾਰ ਨਿਰਵਾਣ, ਨਿਰਵਾਣ ਦਾ ਮਤਲਬ ਵਾਸ਼ਨਾ ਤੋਂ ਰਹਿਤ, ਨਿਰੰਜਨ ਦਾ ਮਤਲਬ ਨਿਰਲੇਪ, ਨਿਰੰਕਾਰ ਦਾ ਮਤਲਬ ਆਕਾਰ ਤੋਂ ਰਹਿਤ। ਜਿੱਥੇ ਮਾਇਆ ਰਹਿਤ, ਆਕਾਰ ਰਹਿਤ ਔਰ ਵਾਸ਼ਨਾ ਰਹਿਤ ਪ੍ਰਭੂ ਆਪ ਹੀ ਆਪ ਸੀ। ਇਹ ਕੌਣ ਕੋ ਮਾਨ ਕੌਣ ਅਭਿਮਾਨ, ਇੱਥੇ ਅਭਿਮਾਨ ਦਾ ਮਤਲਬ ਹੈ ਬੇਇੱਜ਼ਤੀ, ਅਪਮਾਨ। ਉੱਥੇ ਮਾਣ ਔਰ ਹੰਕਾਰ ਕਿਹਨੂੰ ਸੀ, ਜਾਂ ਇੱਜ਼ਤ ਔਰ ਬੇਇੱਜ਼ਤੀ ਕਿਹਦੀ ਸੀ? ਅੱਜ ਤੇ ਅਸੀਂ ਇਹ ਕਹਿੰਦੇ ਆ ਵੀ ਮੇਰੀ ਬੇਇੱਜ਼ਤੀ ਹੋ ਗਈ, ਫਲਾਂ ਬੰਦੇ ਦੀ ਇੱਜ਼ਤ ਬਣ ਗਈ, ਜਾਂ ਉਹਦੀ ਬੇਇੱਜ਼ਤੀ ਹੋ ਗਈ, ਉਹਦੀ ਇੱਜ਼ਤ ਬਣ ਗਈ। ਤੇ ਉਦੋਂ ਮਾਣ ਔਰ ਅਪਮਾਨ ਕਿਹਨੂੰ ਸੀ? ਕਿਉਂਕਿ ਕੋਈ ਸਰੂਪ ਹੈ ਹੀ ਨਹੀਂ ਸੀ ਨਾ। ਨਾ ਹੰਕਾਰ ਔਰ ਨਿਮਰਤਾ ਸੀ। ਕੌਣ ਹੰਕਾਰ ਕਰਦਾ ਤੇ ਕੌਣ ਨਿਮਰਤਾ ਕਰਦਾ? ਅੱਜ ਤੇ ਅਸੀਂ ਕਹਿ ਸਕਦੇ ਹਾਂ ਫਲਾਂ ਬੰਦਾ ਹੰਕਾਰੀ ਹੈ, ਫਲਾਂ ਬੰਦਾ ਨਿਮਾਣਾ ਹੈ। ਲੇਕਿਨ ਉਸ ਅਵਸਥਾ ਵਿੱਚ ਜਿੱਥੇ ਰੱਬ ਹੀ ਰੱਬ ਹੈ, ਉੱਥੇ ਤਾਂ ਮਾਣ ਹੰਕਾਰ ਇੱਜ਼ਤ ਬੇਇੱਜ਼ਤੀ ਵਾਲੀ ਕੋਈ ਗੱਲ ਨਹੀਂ ਹੈ। ਤੇ ਜੇ ਅਸੀਂ ਇਹਨਾਂ ਗੁਣਾਂ ਨੂੰ ਧਾਰਨ ਕਰ ਲਈਏ ਤਾਂ ਗੱਲ ਤੇ ਅੱਜ ਵੀ ਇੱਜ਼ਤ ਬੇਇੱਜ਼ਤੀ ਵਾਲੀ ਕੋਈ ਨਹੀਂ। ਇਹ ਤੇ ਸਾਡੀਆਂ ਆਪਣੀਆਂ ਫੀਲਿੰਗਸ ਨਾ, ਅਸੀਂ ਕਿਵੇਂ ਉਹਨੂੰ ਫੀਲ ਕਰਦੇ ਹਾਂ, ਅਸੀਂ ਕਿਵੇਂ ਲੈਂਦੇ ਹਾਂ। ਤਾਂ ਖੈਰ, ਤਹਿ ਕੌਣ ਕੋ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ। ਇੱਥੇ ਸਰੂਪ ਦਾ ਮਤਲਬ ਹਸਤੀ। ਜਿੱਥੇ ਸ੍ਰਿਸ਼ਟੀ ਦੇ ਸਵਾਮੀ ਦਾ ਹੀ ਰੂਪ ਸੀ, ਉਹਦੀ ਹੀ ਹਸਤੀ ਸੀ। ਹਸਤੀ ਇੱਕ ਹੀ ਹੈ ਨਾ। ਤਹਿ ਛਲ ਛਿਦਰ, ਛਿਦਰ ਨਹੀਂ ਪੜਨਾ, ਦੱਦੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਛਿਦਰ। ਤਹਿ ਛਲ ਛਿਦਰ ਲਗਤ ਕਹੋ ਕੀਸ, ਕੀਸ ਦਾ ਮਤਲਬ ਕਿੰਨੂ, ਛਿਦਰ ਦਾ ਮਤਲਬ ਪਾਪ, ਛਲ ਦਾ ਮਤਲਬ ਧੋਖਾ, ਤੇ ਛਿਦਰ ਦਾ ਮਤਲਬ ਐਬ ਵੀ ਹੁੰਦਾ ਹੈ। ਉੱਥੇ ਦੱਸੋ ਛਲ ਤੇ ਐਬ ਕਿਹਨੂੰ ਲੱਗ ਸਕਦੇ ਸਨ? ਪਾਪ ਕਿਹਨੂੰ ਲੱਗਦੇ ਸਨ? ਕੌਣ ਪਾਪ ਕਮਾਉਂਦਾ ਸੀ? ਕਿਹਦੇ ਵਿੱਚ ਐਬ ਸੀ? ਰੱਬ ਵਿੱਚ ਤੇ ਪਾਪ ਹੈ ਹੀ ਨਹੀਂ, ਰੱਬ ਦੇ ਵਿੱਚ ਤੇ ਐਬ ਹੈ ਹੀ ਨਹੀਂ। ਤੇ ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਤੇ ਅਸੀਂ ਵੀ ਛਲ ਐਬ ਤੋਂ ਰਹਿਤ ਹੋ ਸਕਦੇ ਹਾਂ। ਖੈਰ ਇਹ ਵੱਖਰਾ ਟੌਪਿਕ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉੱਥੇ ਧੋਖਾ ਕਿਹਨੂੰ ਵਿਆਪਦਾ ਸੀ, ਛਲ ਕਿਹਨੂੰ ਹੁੰਦਾ ਸੀ? ਨਾ ਕਿਸੇ ਨੂੰ ਛਲ ਸੀ, ਨਾ ਕਿਸੇ ਨੂੰ ਐਬ ਲੱਗਦੇ ਸਨ। ਕਿਹਨੂੰ ਲੱਗਦੇ ਸਨ? ਸਵਾਲ ਕੀਤਾ ਹੈ। ਜਹ ਜੋਤ ਸਰੂਪੀ, ਜੋਤ ਸੰਗ ਸਮਾਵੈ,
ਜੋਤ ਸਰੂਪ ਦਾ ਮਤਲਬ ਵਾਹਿਗੁਰੂ ਜੋਤ ਦੀ ਸ਼ਕਲ ਵਿੱਚ, ਆਪਣੀ ਜੋਤ ਵਿੱਚ ਹੀ ਮਸਤ ਸੀ, ਯਾਨੀ ਆਪਣੀ ਜੋਤ ਵਿੱਚ ਲੀਨ ਸੀ। ਭਾਵ ਕਿ ਜਿੱਥੇ ਜੋਤ ਸਰੂਪ ਪ੍ਰਭੂ ਆਪ ਹੀ ਆਪ ਸੀ, ਆਪਣੇ ਅੰਦਰ ਆਪ ਸਮਾਇਆ ਹੋਇਆ ਸੀ, ਜਦੋਂ ਉਹਦਾ ਪ੍ਰਗਟ ਰੂਪ ਨਹੀਂ ਸੀ। ਤਹਿ ਕਿਸੇ ਭੂਖ ਕਵਨ ਤ੍ਰਿਪਤਾਵੇ। ਦੱਸੋ ਉਦੋਂ ਕਿਹਨੂੰ ਮਾਇਆ ਤੇ ਕੌਣ ਰੱਜਿਆ ਹੋਇਆ ਸੀ, ਕੌਣ ਸੰਤੋਖੀ ਸੀ ਤੇ ਕੌਣ ਤ੍ਰਿਸ਼ਨਾਲੂ ਸੀ। ਅੱਜ ਅਸੀਂ ਕਹਿ ਸਕਦੇ ਹਾਂ ਪਿਓ ਤੇ ਯਾਰ ਪੈਸੇ ਦਾ ਭੁੱਖਾ ਹੀ ਹੈ, ਪੈਸੇ ਪਿੱਛੇ ਪਿਆ ਰਹਿੰਦਾ ਹੈ। ਅੱਜ ਅਸੀਂ ਕਹਿ ਸਕਦੇ ਹਾਂ ਕਿ ਫਲਾਂ ਬੰਦਾ ਸੰਤੋਖੀ ਹੈ, ਪਰ ਉਦੋਂ ਸੰਤੋਖ ਔਰ ਭੁੱਖ ਕਿਹਨੂੰ ਸੀ, ਕਿਉਂਕਿ ਹੈ ਹੀ ਨਹੀਂ ਕੋਈ ਹੋਰ, ਇੱਕ ਹੀ ਹੈ ਨਾ। ਕਰਨ ਕਰਾਵਨ ਕਰਨੇ ਹਾਰ। ਤਾਂ ਗੁਰੂ ਜੀ ਕਹਿੰਦੇ ਨੇ ਕਰਤਾਰ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ, ਕਰਨ ਵਾਲਾ ਵੀ ਕਰਾਉਣ ਵਾਲਾ ਵੀ ਆਪ ਹੀ ਹੈ ਸਭ ਕੁਝ, ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ ਹੈ। ਦੇਖੋ ਇਹ ਬੜੇ ਨੁਕਤੇ ਦੀ ਗੱਲ ਹੈ ਔਰ ਬੜੀ ਬਾਰੀਕੀ ਦੇ ਨਾਲ ਸਮਝਣੀ ਪੈਗੀ। ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਕਰਨ ਕਰਾਉਣ ਵਾਲਾ ਹੈ ਹੀ ਆਪ। ਜੋ ਮੈਂ ਤੁਸੀਂ ਜਾਂ ਹੋਰ ਆ ਦੁਨੀਆ ਸਾਨੂੰ ਦਿਸ ਰਹੀ ਹੈ, ਇਹ ਇੱਕ ਦਾ ਹੀ ਪਸਾਰਾ ਹੈ। ਇਹ ਥੋੜਾ ਜਿਹਾ ਸਮਝਣਾ ਹੈ। ਜਦੋਂ ਅਸੀਂ ਸਮੁੱਚਤਾ ਨੂੰ ਵੇਖਦੇ ਹਾਂ, ਸਮੁੱਚਤਾ ਨੂੰ, ਜਿੰਨੇ ਵੀ ਖੰਡ ਮੰਡਲ ਬ੍ਰਹਿਮੰਡ ਜੋ ਵੀ ਯੂਨੀਵਰਸ ਦੇ ਵਰਸ ਦੇ ਵਿੱਚ ਹੈ, ਜਦੋਂ ਅਸੀਂ ਸਮੁੱਚਤਾ ਨੂੰ ਵੇਖਾਂਗੇ ਤਾਂ ਇਹ ਰੱਬ ਹੈ, ਰੱਬ ਦਾ ਰੂਪ ਹੈ, ਰੱਬ ਦਾ ਦਿਸ ਪ੍ਰਤੱਖ ਦਰਸ਼ਨ ਹੈ। ਪਰ ਜਦੋਂ ਇਸ ਸਮੁੱਚਤਾ ਤੋਂ ਹਟ ਕੇ ਵੇਖਾਂਗੇ ਫਿਰ ਰੱਬ ਨਹੀਂ ਰਹਿਣਾ, ਫਿਰ ਕੋਈ ਚੰਦਰਮਾ ਦਿਸੇਗਾ, ਧਰਤੀ ਦਿਸੇਗੀ, ਸੂਰਜ ਦਿਸੇਗਾ, ਸ਼ਨੀ ਗ੍ਰਹਿ ਤੇ ਮੰਗਲ ਗ੍ਰਹਿ ਦਿਸਣਗੇ, ਆਕਾਸ਼ ਗੰਗਾਵਾਂ ਦਿਸਣਗੀਆਂ, ਫਿਰ ਕੱਲਾ ਕੱਲਾ ਬੰਦਾ ਦਿਸੇਗਾ, ਰੁੱਖ ਦਰਖਤ ਦਿਸਣਗੇ, ਫਿਰ ਰੱਬ ਨਹੀਂ ਦਿਸਣਾ। ਇਹ ਚੀਜ਼ ਨੂੰ ਥੋੜੇ ਜਿਹੇ ਹੋਰ ਅਸਾਂ ਸੌਖਾ ਕਰਕੇ ਸਮਝਦੇ ਹਾਂ। ਮੰਨ ਲਓ ਤੁਹਾਡੇ ਘਰ ਕੋਈ ਜਾਂਦਾ ਹੈ ਤੇ ਤੁਸੀਂ ਆਪਣਾ ਘਰ ਦਿਖਾਉਂਦੇ ਹੋ ਵੀ ਇਹ ਸਾਡਾ ਘਰ ਹੈ। ਹੁਣ ਜੇ ਤੁਹਾਡੇ ਪੂਰੇ ਮਕਾਨ ਨੂੰ ਵੇਖੀਏ ਨਾ ਬਾਹਰੋਂ, ਤਾਂ ਉਹ ਘਰ ਦਿਸ ਰਿਹਾ ਹੈ ਕਿ ਇਹ ਸਾਡਾ ਘਰ ਹੈ। ਪਰ ਜਦੋਂ ਤੁਸੀਂ ਅੰਦਰ ਵੜਦੇ ਹੋ ਤੇ ਤੁਸੀਂ ਕਹਿੰਦੇ ਹੋ ਇਹ ਬੈਡਰੂਮ ਹੈ। ਹੁਣ ਘਰ ਕਿੱਥੇ ਗਿਆ? ਹੁਣ ਤੇ ਬੈਡਰੂਮ ਰਹਿ ਗਿਆ ਨਾ। ਹੁਣ ਘਰ ਨਹੀਂ ਦਿਸ ਰਿਹਾ, ਬੈਡਰੂਮ ਦਿਸ ਰਿਹਾ। ਇਹ ਸਾਡੀ ਰਸੋਈ ਹੈ, ਇਹ ਸਾਡਾ ਡਾਈਨਿੰਗ ਰੂਮ ਹੈ ਜਾਂ ਕੁਛ ਹੈ, ਡਰਾਇੰਗ ਰੂਮ ਹੈ। ਤਾਂ ਹੁਣ ਅਲੱਗ-ਅਲੱਗ ਚੀਜ਼ਾਂ ਦਿਸ ਰਹੀਆਂ ਨੇ। ਇਹ ਬਾਥਰੂਮ ਹੈ, ਇਹ ਸਾਡਾ ਲਾਨ ਹੈ, ਇਹ ਸਾਡੀ ਰਸੋਈ ਹੈ। ਸਾਰੇ ਨੂੰ ਵੇਖਦੇ ਹੋ ਤੇ ਘਰ ਹੈ। ਤੇ ਜੇ ਕੱਲੇ-ਕੱਲੇ ਨੂੰ ਵੇਖੋ ਵੀ ਸਾਡੀ ਮੰਮਾ ਦਾ ਪਾਪਾ ਦਾ ਬੈਡਰੂਮ ਹੈ, ਇਹ ਸਾਡਾ ਬੈਡਰੂਮ ਹੈ, ਇਹ ਮਤਲਬ ਰਸੋਈ ਹੈ, ਤੇ ਘਰ ਕਿੱਥੇ ਗਿਆ? ਸਾਰੇ ਨੂੰ ਵੇਖੋਗੇ ਘਰ ਹੈ, ਕੱਲੇ-ਕੱਲੇ ਨੂੰ ਵੇਖੋਗੇ ਕੋਈ ਬੈਡਰੂਮ, ਕੋਈ ਦੂਜਾ ਤੀਜਾ, ਫਿਰ ਘਰ ਨਹੀਂ ਦਿਸਣਾ। ਘਰ ਦਿਸੇਗਾ ਫਿਰ ਉਹ ਅਲੱਗ-ਅਲੱਗ ਨਹੀਂ ਦਿਸਣੀਆਂ। ਇਹਨੂੰ ਆਪਾਂ ਥੋੜਾ ਜਿਹਾ ਹੋਰ ਸੌਖਾ ਕਰਕੇ ਸਮਝੀਏ, ਜਿਸ ਕਰਕੇ ਨਾ ਸਾਨੂੰ ਇਹ ਸਮਝ ਆ ਜਾਏ। ਦੇਖੋ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੋਹਰ ਸਿੰਘ। ਤੁਹਾਡੇ ਸਾਹਮਣੇ ਕੌਣ ਬੈਠਾ ਹੈ, ਵਿਚਾਰ ਕੌਣ ਕਰ ਰਿਹਾ ਹੈ? ਮੋਹਰ ਸਿੰਘ। ਜੇ ਸਾਰੇ ਸਰੀਰ ਨੂੰ ਵੇਖੋਗੇ ਫਿਰ ਹੈਗਾ ਮੋਹਰ ਸਿੰਘ। ਤੇ ਜੇ ਐਨਾ ਕੁ ਵੇਖੋ ਵੀ ਇਹ ਕੀ ਹੈ, ਅਨਮਿਊਟ ਰਹਿ ਕੇ ਬੋਲੋ, ਇਹ ਕੀ ਹੈ? ਸਿਰ। ਮੋਹਰ ਸਿੰਘ ਤੇ ਨਹੀਂ ਨਾ? ਸਿਰ ਹਿਲਾਓ, ਮੋਹਰ ਸਿੰਘ ਨਹੀਂ ਨਾ? ਨਹੀਂ। ਇਹ ਕੀ ਨੇ? ਇਹ ਬਾਹਾਂ। ਮੋਹਰ ਸਿੰਘ ਤੇ ਨਹੀਂ। ਇਹ ਕੀ ਹੈ? ਛਾਤੀ, ਧੜ। ਮੋਹਰ ਸਿੰਘ ਤੇ ਨਹੀਂ। ਇਹ ਕੀ ਨੇ? ਲੱਤਾਂ। ਮੋਹਰ ਸਿੰਘ ਤੇ ਨਹੀਂ ਨਾ? ਹੁਣ ਮੋਹਰ ਸਿੰਘ ਕਿੱਥੇ ਗਿਆ ਫਿਰ? ਇਹ ਵੀ ਮੋਹਰ ਸਿੰਘ ਨਹੀਂ, ਇਹ ਸਿਰ ਹੈ। ਇਹ ਵੀ ਮੋਹਰ ਸਿੰਘ ਨਹੀਂ, ਇਹ ਬਾਹਾਂ ਨੇ। ਇਹ ਵੀ ਮੋਹਰ ਸਿੰਘ ਨਹੀਂ, ਇਹ ਧੜ ਹੈ। ਇਹ ਵੀ ਮੋਹਰ ਸਿੰਘ ਨਹੀਂ, ਇਹ ਲੱਤਾਂ ਨੇ, ਪੈਰ ਨੇ। ਮੋਹਰ ਸਿੰਘ ਕਿੱਥੇ ਗਿਆ? ਸਾਰੇ ਨੂੰ ਮਿਲਾ ਕੇ ਵੇਖੋਗੇ ਤੇ ਮੋਹਰ ਸਿੰਘ ਹੈ। ਕੱਲੇ-ਕੱਲੇ ਨੂੰ ਵੇਖੋਗੇ ਉਂਗਲਾਂ ਨੇ, ਨਖੂਨ ਨੇ, ਦੰਦ ਨੇ, ਵਾਲ ਨੇ, ਦੂਜਾ ਤੀਜਾ ਅਲੱਗ-ਅਲੱਗ ਦਿਸੇਗਾ। ਹੁਣ ਜਦੋਂ ਇਹ ਸਾਰੇ ਬ੍ਰਹਿਮੰਡ ਨੂੰ, ਸਮੁੱਚਤਾ ਨੂੰ ਵੇਖੋਗੇ ਤੇ ਇਹ ਹੈਗਾ ਰੱਬ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਪਰ ਜੇ ਕੱਲੇ-ਕੱਲੇ ਨੂੰ ਵੇਖੋਗੇ ਫਿਰ ਚੰਦਰਮਾ ਰੱਬ ਨਹੀਂ ਹੈ, ਸੂਰਜ ਰੱਬ ਨਹੀਂ ਹੈ, ਨਿੰਮਾ ਕਿੱਕਰ ਵਨਸਪਤੀ ਰੱਬ ਨਹੀਂ ਹੈ, ਪਾਣੀ ਰੱਬ ਨਹੀਂ ਹੈ, ਹਵਾ ਰੱਬ ਨਹੀਂ ਹੈ, ਮੋਹਰ ਸਿੰਘ ਰੱਬ ਨਹੀਂ ਹੈ, ਤੁਸੀਂ ਰੱਬ ਨਹੀਂ, ਫਿਰ ਰੱਬ ਕਿੱਥੇ ਗਿਆ?
ਸਮੁੱਚਤਾ ਨੂੰ ਵੇਖੋਗੇ ਰੱਬ ਹੈ, ਕੱਲੇ ਕੱਲੇ ਨੂੰ ਵੇਖੋਗੇ ਫਿਰ ਅੰਗ ਨੇ। ਜਿਵੇਂ ਮੈਨੂੰ ਸਾਰੇ ਨੂੰ ਵੇਖੋਗੇ ਮੋਹਰ ਸਿੰਘ, ਇਹ ਦੇਖੋਗੇ ਉਂਗਲੀ ਹੈ, ਇਹ ਅੰਗ ਨੇ, ਸਾਰਾ ਕੁਝ ਮਿਲ ਕੇ ਮੋਹਰ ਸਿੰਘ ਬਣਿਆ। ਇਸੇ ਤਰ੍ਹਾਂ ਸਮੁੱਚਤਾ ਨੂੰ ਵੇਖੋਗੇ ਰੱਬ ਦਾ ਪ੍ਰਤੱਖ ਰੂਪ ਹੈ, ਅਲੱਗ-ਅਲੱਗ ਕਰਕੇ ਵੇਖੋਗੇ ਤੇ ਅਲੱਗ-ਅਲੱਗ ਤੁਹਾਨੂੰ ਫਿਰ ਅੰਗ ਦਿਸਣਗੇ, ਹੈ ਉਹਦੇ ਹੀ ਅੰਗ ਨੇ। ਤੁਹਾਡੀ ਰਸੋਈ ਤੁਹਾਡਾ ਘਰ ਨਹੀਂ ਹੈ, ਪਰ ਉਹ ਘਰ ਦਾ ਅੰਗ ਹੈ। ਬੈਡਰੂਮ ਤੁਹਾਡਾ ਘਰ ਨਹੀਂ, ਪਰ ਹੈ ਉਹ ਘਰ ਦਾ ਅੰਗ। ਸਾਰੇ ਨੂੰ ਵੇਖੋਗੇ ਘਰ ਹੈ, ਇਕੱਲੇ ਨੂੰ ਵੇਖੋਗੇ ਬੈਡਰੂਮ ਹੈ। ਬਸ ਇਹ ਪ੍ਰੋਬਲਮ ਹੈ ਰੱਬ ਨੂੰ ਸਮਝਣ ਵਿੱਚ। ਮੇਰੇ ਖਿਆਲ ਚ ਗੱਲ ਪਕੜ ਚ ਆ ਗਈ। ਤਾਂ ਗੁਰੂ ਜੀ ਕਹਿੰਦੇ ਨੇ ਕਰਨ ਕਰਾਵਨ ਕਰਨੇ ਹਾਰ। ਹੁਣ ਇਸ ਪੰਕਤੀ ਨੂੰ ਸਮਝੋ, ਕਰਨ ਕਰਾਵਨ ਕਰਨੇ ਹਾਰ। ਕਰਨ ਵਾਲਾ ਕਰਾਉਣ ਵਾਲਾ ਉਹ ਆਪ ਹੀ ਹੈ, ਸਾਰਾ ਕੁਝ ਸਮੁੱਚਤਾ ਦੇ ਵਿੱਚ ਉਹ ਆਪ ਹੈ। ਨਾਨਕ ਕਰਤੇ ਕਾ ਨਾਹੀਂ ਸ਼ੁਮਾਰ, ਕਿ ਇਹ ਨਾਨਕ ਆਖ ਕੇ ਕਰਤਾਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸ਼ੁਮਾਰ ਦਾ ਮਤਲਬ ਉਹਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਨੰਤ ਹੈ। ਇਹ ਨਹੀਂ ਕਹਿ ਸਕਦੇ ਕਿ ਉਹ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਖਤਮ ਹੋ ਜਾਂਦਾ ਹੈ, ਉਹਦੀਆਂ ਇੰਨੀਆਂ ਦਾਤਾਂ ਨੇ, ਉਹਦਾ ਇੰਨਾ ਗਿਆਨ ਹੈ। ਇਹ ਨਹੀਂ ਕਹਿ ਸਕਦੇ, ਉਹ ਅਨੰਤ ਹੈ, ਉਹ ਬੇਸ਼ੁਮਾਰ ਹੈ। ਅਗਲੀ ਪੰਕਤੀ ਫਿਰ ਉੱਥੋਂ ਸ਼ੁਰੂ ਕਰ ਰਹੇ ਨੇ, ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ। ਜਦੋਂ ਪ੍ਰਭੂ ਨੇ ਆਪਣੀ ਸ਼ੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ, ਯਾਨੀ ਉਹਦੀ ਕੋਈ ਸ਼ੋਭਾ ਕਰਨ ਵਾਲਾ ਹੈ ਹੀ ਨਹੀਂ ਸੀ। ਆਪਣੀ ਸ਼ੋਭਾ ਆਪਨ ਸੰਗ ਬਣਾਈ ਦਾ ਮਤਲਬ ਉਹਦੀ ਸ਼ੋਭਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀ। ਅੱਜ ਤੇ ਅਸੀਂ ਕਹਿ ਰਹੇ ਹਾਂ ਰੱਬ ਬੜਾ ਵੱਡਾ ਹੈ, ਰੱਬ ਦਿਆਲੂ ਹੈ, ਰੱਬ ਕਿਰਪਾਲੂ ਹੈ, ਪਰ ਉਦੋਂ ਤੇ ਕਹਿਣ ਵਾਲਾ ਕੋਈ ਹੈ ਹੀ ਨਹੀਂ ਸੀ, ਹੈ ਹੀ ਆਪ ਸੀ ਨਾ। ਅਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਤਦੋਂ ਕੌਣ ਮਾਂ ਪਿਓ ਮਿੱਤਰ ਭਰਾ ਕੌਣ ਸੀ? ਹੈ ਹੀ ਨਹੀਂ ਸੀ ਕੋਈ ਮਿੱਤਰ ਭਰਾ। ਅੱਜ ਤੇ ਸਾਡਾ ਇਹ ਮਿੱਤਰ ਹੈ, ਇਹ ਦੋਸਤ ਹੈ, ਚਾਚਾ ਤਾਇਆ ਹੈ, ਮਾਂ ਪਿਓ ਹੈ, ਪਰ ਉਦੋਂ ਤੇ ਕੋਈ ਮਾਂ ਪਿਓ ਭੈਣ ਭਰਾ ਹੈ ਹੀ ਨਹੀਂ ਸੀ। ਜਹ ਸਰਬ ਕਲਾ ਆਪਹਿ ਪ੍ਰਬੀਨ। ਸਰਬ ਕਲਾ ਦਾ ਮਤਲਬ, ਪ੍ਰਬੀਨ ਦਾ ਮਤਲਬ ਨਿਪੁੰਨ। ਜਦੋਂ ਸਾਰੇ ਗੁਣਾ ਕਰਕੇ ਸਿਆਣਾ ਆਪ ਹੀ ਸੀ, ਯਾਨੀ ਵਿਦਿਆ ਦਾ ਪ੍ਰਸਾਰ ਹੀ ਨਹੀਂ ਸੀ ਹੋਇਆ। ਅੱਜ ਤੇ ਅਸੀਂ ਕਹਿ ਦਿੰਦੇ ਹਾਂ ਫਲਾਣਾ ਬੰਦਾ ਬੜਾ ਵਿਦਵਾਨ ਹੈ, ਉਹਨੇ ਫਿਜ਼ਿਕਸ ਵਿੱਚ, ਮੈਥ ਵਿੱਚ ਜਾਂ ਕੈਮਿਸਟਰੀ ਵਿੱਚ ਉਹਨੇ PhD ਕੀਤੀ ਹੈ, ਹਿਸਟਰੀ ਵਿੱਚ ਕੀਤੀ ਹੈ PhD, ਜਾਂ ਕਿਸੇ ਵੀ ਮਾਸਟਰ ਡਿਗਰੀਆਂ। ਅੱਜ ਤੇ ਵਿਦਿਆ ਦਾ ਪ੍ਰਸਾਰ ਹੈ, ਪਰ ਉਦੋਂ ਸਿਆਣਾ ਆਪ ਹੀ ਸੀ ਨਾ। ਵਿਦਿਆ ਦਾ ਪ੍ਰਸਾਰ ਹੀ ਨਹੀਂ ਸੀ, ਕਿਉਂਕਿ ਹੈ ਹੀ ਨਹੀਂ ਸੀ ਕੁਝ ਹੋਰ, ਆਪਣੇ ਆਪ ਦੇ ਅੰਦਰ ਸਮਾਇਆ ਸੀ। ਤਹ ਵੇਦ ਕਤੇਬ ਕਹਾ ਕੂ ਚੀਨ। ਕਹਾਂ ਦਾ ਮਤਲਬ, ਜਦੋਂ ਵੇਦਾਂ ਕਤੇਬਾਂ ਨੂੰ ਕੌਣ ਵਿਚਾਰਦਾ ਸੀ? ਵੇਦ ਦਾ ਮਤਲਬ ਹਿੰਦੂ ਧਰਮ ਪੁਸਤਕਾਂ, ਕਤੇਬ ਦਾ ਮਤਲਬ ਮੁਸਲਮਾਨ ਈਸਾਈ ਮਤ ਦੀਆਂ ਪੁਸਤਕਾਂ। ਤਾਂ ਇਹਨਾਂ ਨੂੰ ਕੌਣ ਵਿਚਾਰਦਾ ਸੀ? ਕਿਉਂਕਿ ਧਰਮ ਗ੍ਰੰਥ ਹੀ ਨਹੀਂ ਸੀ ਹੈਗੇ, ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਹੈ ਹੀ ਨਹੀਂ ਸੀ। ਤਾਂ ਉਦੋਂ ਕੌਣ ਵੇਦਾਂ ਕਤੇਬਾਂ ਨੂੰ ਵਿਚਾਰਦਾ ਸੀ? ਕੋਈ ਨਹੀਂ ਸੀ ਵਿਚਾਰਦਾ। ਜਬ ਆਪਨ ਆਪ ਉਰ ਧਾਰੈ। ਜਦੋਂ ਵਾਹਿਗੁਰੂ ਆਪਣੇ ਆਪ ਨੂੰ ਅਜੇ ਆਪਣੇ ਦਿਲ ਵਿੱਚ ਹੀ ਰੱਖਦਾ ਸੀ, ਯਾਨੀ ਪ੍ਰਗਟ ਨਹੀਂ ਸੀ, ਆਪਣੇ ਆਪ ਦੇ ਵਿੱਚ ਹੀ ਟਿਕਿਆ ਹੋਇਆ ਸੀ। ਉਰ ਧਾਰੇ ਦਾ ਮਤਲਬ ਇਹ ਸ਼ਬਦਾਵਲੀ ਵਰਤ ਰਹੇ ਨਾ, ਕਿ ਆਪਣੇ ਆਪ ਨੂੰ ਆਪਣੇ ਅੰਦਰ ਹੀ ਸਮੋਈ ਬੈਠਾ ਸੀ। ਯਾਨੀ ਜਦੋਂ ਪ੍ਰਭੂ ਆਪ ਹੀ ਆਪ ਸੀ, ਇਹ ਪ੍ਰਗਟ ਸੰਸਾਰ ਨਹੀਂ ਸੀ। ਤੋ ਸਗਨ ਅਪਸਗਨ ਕਹਾਂ ਵਿਚਾਰੇ। ਤਦੋਂ ਚੰਗੇ ਔਰ ਮੰਦੇ, ਸਗਨ ਤੇ ਅਪਸਗਨ ਕੌਣ ਵਿਚਾਰਦਾ ਸੀ? ਵੀ ਅੱਜ ਸਗਨ ਹੋ ਗਿਆ ਤੇ ਬਦਸਗਣੀ ਹੋ ਗਈ। ਸਗਨ ਤੇ ਬਦਸਗਨ, ਅਪਸ਼ਗਨ ਕੌਣ ਵਿਚਾਰਦਾ ਸੀ? ਕਿ ਪਿੱਛੋਂ ਨਿਛ ਮਾਰਤੀ ਕਿਸੇ ਨੇ, ਹੁਣ ਤੇ ਬੜਾ ਮਾੜਾ ਹੋ ਜਾਣਾ, ਪਰ ਉਦੋਂ ਨਿਛ ਮਾਰਨ ਵਾਲਾ ਕੋਈ ਹੈ ਹੀ ਨਹੀਂ ਸੀ। ਸਗਨ ਅਪਸਗਨ ਤੇ ਬਾਅਦ ਚ ਪੈਦਾ ਹੋਏ ਨਾ, ਸੀ ਪੈਦਾ ਕਰ ਲੈ। ਜਹ ਆਪਨ ਊਚ ਆਪਨ ਆਪ ਨੇਰਾ। ਦੇਖੋ, ਨੇਰਾ ਸ਼ਬਦ ਨੇਰੇ ਵਾਸਤੇ ਵੀ ਆਉਂਦਾ ਹੈ, ਨੇਰਾ ਸ਼ਬਦ ਨੇੜੇ ਵਾਸਤੇ ਵੀ ਆਉਂਦਾ ਹੈ, ਨਜ਼ਦੀਕ, ਪਰ ਇੱਥੇ ਨੇਰਾ ਦਾ ਅਰਥ ਹੈ ਨੀਵਾਂ। ਜਹ ਆਪਨ ਊਚ ਆਪਨ ਆਪ ਨੇਰਾ। ਜਦੋਂ ਪ੍ਰਭੂ ਉੱਚਾ ਔਰ ਨੀਵਾਂ ਆਪ ਹੀ ਸੀ। ਅੱਜ ਤੇ ਅਸੀਂ ਕਹਿ ਦਿੰਦੇ ਹਾਂ ਕਿ ਫਲਾਂ ਬੰਦਾ ਉੱਚਾ ਹੈ, ਫਲਾਂ ਬੰਦਾ ਨੀਵਾਂ ਹੈ, ਪਰ ਉਦੋਂ ਕੋਈ ਹੈ ਹੀ ਨਹੀਂ ਸੀ। ਉੱਚਾ ਵੀ ਆਪ ਸੀ, ਨੀਵਾਂ ਵੀ ਆਪ ਸੀ। ਜਹ ਆਪਨ ਊਚ ਆਪਨ ਆਪ ਨੇਰਾ। ਜਦੋਂ ਆਪ ਹੀ ਬੁਲੰਦ ਔਰ ਆਪ ਹੀ ਨੀਵਾਂ ਸੀ, ਤਹ ਕੌਣ ਠਾਕੁਰ ਕੌਣ ਕਹੀਏ ਚੇਰਾ। ਉਦੋਂ ਕੌਣ ਮਾਲਕ ਸੀ ਤੇ ਕੌਣ ਸੇਵਕ ਸੀ?
ਅੱਜ ਤੇ ਅਸੀਂ ਕਹਿ ਦਿੰਦੇ ਹਾਂ ਕਿ ਫਲਾ ਮੇਰਾ ਬੌਸ ਹੈ, ਮੈਂ ਉਹਦਾ ਵਰਕਰ ਹਾਂ, ਰੱਬ ਸਾਡਾ ਮਾਲਕ ਹੈ, ਅਸੀਂ ਰੱਬ ਦੇ ਸੇਵਕ ਹਾਂ। ਤਾਂ ਉਦੋਂ ਨਾ ਕੋਈ ਚੇਲਾ ਸੀ ਨਾ ਕੋਈ ਸੇਵਕ ਸੀ, ਕਿਉਂਕਿ ਸੇਵਕ ਔਰ ਚੇਲੇ ਹਾਲੇ ਪੈਦਾ ਹੀ ਨਹੀਂ ਸੀ ਨਾ, ਪ੍ਰਤੱਖ ਰੂਪ ਹੀ ਨਹੀਂ ਸੀ। ਕਿਹਨੂੰ ਠਾਕੁਰ ਕਹੀਏ ਤੇ ਕਿਹਨੂੰ ਚੇਲਾ ਕਹੀਏ, ਦਾਸ ਕਹੀਏ, ਕੋਈ ਹੈ ਨਹੀਂ ਸੀ। ਕੌਣ ਠਾਕੁਰ ਤੇ ਕੌਣ ਚੇਲਾ ਸੀ, ਭਾਵ ਇਹਨਾਂ ਚੀਜ਼ਾਂ ਦਾ ਅਭਾਵ ਸੀ। ਬਿਸਮਨ ਬਿਸਮ ਰਹੇ ਬਿਸਮਾਦ। ਬਿਸਮਨ ਬਿਸਮ ਦਾ ਮਤਲਬ ਅਸ਼ਚਰਜ ਤੋਂ ਅਸ਼ਚਰਜ, ਰਹਿ ਦਾ ਮਤਲਬ ਰਿਹਾ ਸੀ। ਜੀਵ ਤੇਰੀ ਗਤ ਭਾਲਦੇ ਹੈਰਾਨ ਤੇ ਅਸ਼ਚਰਜ ਹੋ ਰਹੇ ਨੇ। ਦੋ ਤਰ੍ਹਾਂ ਅਰਥ ਕੀਤੇ ਨੇ ਇਸ ਪੰਕਤੀ ਦੇ। ਬਿਸਮਨ ਬਿਸਮ ਰਹੇ ਬਿਸਮਾਦ, ਇਹਦਾ ਅਰਥ ਸ਼੍ਰੋਮਣੀ ਕਮੇਟੀ ਦੀ ਜੋ ਪੋਥੀਆਂ ਨੇ ਉਹਦੇ ਵਿੱਚ ਕੀਤਾ ਗਿਆ ਹੈ, ਅਸ਼ਚਰਜ ਤੋਂ ਅਸ਼ਚਰਜ, ਖੇਡ ਵਿੱਚ ਮਸਤ ਹੋ ਰਿਹਾ ਸੀ, ਭਾਵ ਵੰਡਰਫੁਲ ਸੀ, ਆਪਣੇ ਆਪ ਦੇ ਵਿੱਚ ਮਸਤ ਸੀ। ਦੂਜਾ ਅਰਥ ਭਾਈ ਸਾਹਿਬ ਸਿੰਘ ਜੀ ਔਰ ਮਨਮੋਹਨ ਸਿੰਘ ਜੀ ਐਵੇਂ ਕਰ ਰਹੇ ਨੇ, ਜੀਵ ਤੇਰੀ ਗਤ ਭਾਲਦੇ ਹੈਰਾਨ ਤੇ ਅਸ਼ਚਰਜ ਹੋ ਰਹੇ ਨੇ। ਤੇ ਮਨਮੋਹਨ ਸਿੰਘ ਜੀ ਕਰ ਰਹੇ ਨੇ, ਮੈਂ ਸਵਾਮੀ ਦੀ ਅਸ਼ਚਰਜ ਅਦਭੁਤਤਾ ਉੱਤੇ ਹੈਰਾਨ ਹੋ ਰਿਹਾ ਹਾਂ। ਯਾਨੀ ਜਿਹੜੇ ਜੀਵ ਨੇ ਉਹਨੂੰ ਜਦੋਂ ਅਸੀਂ ਵਿਚਾਰਦੇ ਹਾਂ ਤੇ ਹੈਰਾਨ ਹੋ ਜਾਂਦੇ ਹਾਂ, ਵਿਸਮਾਦ ਹੋ ਜਾਂਦੇ ਹਾਂ। ਕੁਛ ਅਸੀਂ ਕਹਿ ਨਹੀਂ ਸਕਦੇ, ਸਿਰਫ ਵੰਡਰਫੁਲ ਸ਼ਬਦ ਅਸੀਂ ਕਹਿ ਸਕਦੇ ਹਾਂ, ਹੈਰਾਨ ਹੋ ਸਕਦੇ ਹਾਂ, ਵਾਹ ਕਹਿ ਸਕਦੇ ਹਾਂ, ਅੰਤ ਨਹੀਂ ਪਾ ਸਕਦੇ। ਨਾਨਕ ਆਪਣੀ ਗਤ ਜਾਣੋ ਆਪ, ਕਿ ਹੇ ਪ੍ਰਭੂ ਤੂੰ ਆਪਣੀ ਗਤੀ ਨੂੰ ਆਪ ਹੀ ਜਾਣਦਾ ਹੈ, ਕਿ ਕਿਵੇਂ ਪੈਦਾ ਇਹ ਸੰਸਾਰ ਹੋਇਆ, ਕਦੋਂ ਹੋਇਆ, ਕੀ ਹੋਇਆ, ਸਾਰਾ ਆਪਣੇ ਆਪ ਨੂੰ ਤੂੰ ਆਪ ਜਾਣਦਾ ਹੈ, ਭਾਵ ਕਿ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਅਨੰਤ ਹੈ। ਜਹ ਅਛਲ ਅਛੇਦ ਅਭੇਦ ਸਮਾਇਆ। ਅਛਲ ਦਾ ਮਤਲਬ ਜਿਹੜਾ ਛਲਿਆ ਨਹੀਂ ਜਾ ਸਕਦਾ, ਅਛੇਦ ਫਰਕ ਤੋਂ ਬਿਨਾ ਇੱਕੋ ਜਿਹਾ, ਅਭੇਦ ਜਿਹਦਾ ਭੇਦ ਨਾ ਪਾਇਆ ਜਾ ਸਕੇ। ਅਛੇਦ ਦਾ ਮਤਲਬ ਜੋ ਛੇਦਿਆ ਨਾ ਜਾ ਸਕੇ, ਨਾਸ ਰਹਿਤ। ਜਿਸ ਅਵਸਥਾ ਵਿੱਚ ਅਛਲ, ਅਵਿਨਾਸ਼ੀ ਤੇ ਅਭੇਦ ਪ੍ਰਭੂ ਆਪਣੇ ਆਪ ਵਿੱਚ ਹੀ ਟਿਕਿਆ ਹੋਇਆ ਹੈ, ਯਾਨੀ ਉਹ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ ਔਰ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਹ ਅਵਿਨਾਸ਼ੀ ਹੈ ਤੇ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ। ਇੱਥੋਂ ਸਾਨੂੰ ਇੱਕ ਚੀਜ਼ ਮਿਲਦੀ ਹੈ ਜ਼ਿੰਦਗੀ ਲਈ, ਕਿ ਰੱਬ ਨੂੰ ਅਸੀਂ ਛਲ ਨਹੀਂ ਸਕਦੇ, ਇਮੋਸ਼ਨਲ ਬਲੈਕਮੇਲ ਨਹੀਂ ਕਰ ਸਕਦੇ, ਧੋਖਾ ਨਹੀਂ ਦੇ ਸਕਦੇ। ਪਰ ਬੰਦਾ ਧੋਖਾ ਦੇਣ ਦਾ ਯਤਨ ਕਰਦਾ ਹੈ ਨਾ, ਲੇਕਿਨ ਧੋਖਾ ਕਿਸੇ ਨੂੰ ਨਹੀਂ ਦੇ ਰਿਹਾ, ਬੰਦਾ ਆਪਣੇ ਆਪ ਦੇ ਨਾਲ ਹੀ ਧੋਖਾ ਕਰ ਰਿਹਾ ਹੁੰਦਾ ਹੈ। ਮਿਸਾਲ ਵਜੋਂ ਮੈਂ ਝੂਠ ਬੋਲਦਾ, ਤੁਹਾਡੇ ਅੱਗੇ ਮੈਂ ਕੋਈ ਛੋਟਾ ਮੋਟਾ ਝੂਠ ਬੋਲ ਦਿੱਤਾ ਤੇ ਤੁਸੀਂ ਮੇਰੇ ਝੂਠ ਨੂੰ ਵੀ ਸੱਚ ਮੰਨ ਲਿਆ, ਤਾਂ ਇੱਥੇ ਠੱਗੇ ਤੁਸੀਂ ਨਹੀਂ ਗਏ, ਠੱਗਿਆ ਤੇ ਮੈਂ ਗਿਆ। ਮੈਂ ਆਪਣੇ ਆਪ ਨਾਲ ਧੋਖਾ ਕੀਤਾ ਨਾ, ਤੁਸੀਂ ਤਾਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ, ਤੇ ਜਦੋਂ ਪਤਾ ਲੱਗੇਗਾ ਫਿਰ ਮੇਰਾ ਵਿਸ਼ਵਾਸ ਗੁਆਚੇਗਾ, ਦੁਬਾਰਾ ਵਿਸ਼ਵਾਸ ਨਹੀਂ ਨਾ, ਮੈਂ ਕਿੰਨਾ ਨੀਵਾਂ ਤੁਹਾਡੀਆਂ ਨਜ਼ਰਾਂ ਵਿੱਚ ਚਲਾ ਜਾਵਾਂਗਾ। ਤਾਂ ਇਹਦਾ ਮਤਲਬ ਮੈਂ ਆਪਣੇ ਆਪ ਨਾਲ ਆਪ ਹੀ ਧੋਖਾ ਕੀਤਾ ਨਾ। ਸਿਸਟਮ ਦੇ ਨਾਲ ਤੇ ਮੈਂ ਧੋਖਾ ਕਰ ਹੀ ਨਹੀਂ ਸਕਦਾ, ਕਿ ਜ਼ਮੀਨ ਦੇ ਵਿੱਚ ਮੈਂ ਕਣਕ ਬੀਜ ਦਿਆਂ ਤੇ ਜ਼ਮੀਨ ਨੂੰ ਕਹਿ ਦਿਆਂ ਮੈਂ ਅੰਗੂਰ ਬੀਜੇ ਨੇ, ਤੇ ਜ਼ਮੀਨ ਅੰਗੂਰ ਪੈਦਾ ਕਰਦੇ, ਉਹਨੇ ਤੇ ਕਣਕ ਹੀ ਪੈਦਾ ਕਰਨੀ। ਹਾਂ, ਤੁਹਾਡੇ ਕੋਲ ਮੈਂ ਝੂਠ ਬੋਲ ਸਕਣਾ ਵੀ ਮੈਂ ਅੰਗੂਰਾਂ ਦੇ ਬੀਜ ਬੀਜ ਕੇ ਆਇਆ, ਤੇ ਜਦੋਂ ਕਣਕ ਉੱਗੇਗੀ ਉਹਨੇ ਤੇ ਉੱਗ ਪੈਣਾ ਹੈ। ਤੇ ਫਿਰ ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬ ਨੂੰ ਛਲਿਆ ਨਹੀਂ ਜਾ ਸਕਦਾ, ਇਸ ਲਈ ਇੱਕ ਦੂਜੇ ਦੇ ਨਾਲ ਸਾਨੂੰ ਵੀ ਛਲ ਕਪਟ ਨਹੀਂ ਕਰਨੇ ਚਾਹੀਦੇ। ਉਹਾਂ ਕਿਸੇ ਵਿਆਪਤ ਮਾਇਆ, ਗੁਰੂ ਜੀ ਕਹਿੰਦੇ ਨੇ ਦੱਸੋ ਫਿਰ ਉਸ ਅਵਸਥਾ ਵਿੱਚ ਮਾਇਆ ਕਿਹਨੂੰ ਪੋਸ ਸਕਦੀ ਸੀ। ਰੱਬ ਅਛੇਦ ਹੈ, ਅਛਲ ਹੈ, ਆਪਣੇ ਆਪ ਦੇ ਵਿੱਚ ਸਮਾਇਆ ਸੀ, ਤਾਂ ਉੱਥੇ ਕਿਸੇ ਮਾਇਆ ਪ੍ਰਭਾਵ ਕਿਹਦੇ ਤੇ ਪਾਉਂਦੀ ਸੀ? ਕਿਸੇ ਤੇ ਵੀ ਨਹੀਂ। ਹੁਣ ਮੇਰੇ ਤੇ ਮਾਇਆ ਦਾ ਪ੍ਰਭਾਵ ਹੈ, ਕਿਉਂਕਿ ਹੁਣ ਮੈਂ ਹਾਂ, ਤੁਸੀਂ ਹੋ, ਪਰ ਜਦੋਂ ਕੋਈ ਹੈ ਹੀ ਨਹੀਂ ਸੀ ਤਾਂ ਉੱਥੇ ਮਾਇਆ ਦਾ ਪ੍ਰਭਾਵ ਕਿੱਥੇ ਸੀ? ਭਾਵ ਨਹੀਂ ਸੀ। ਆਪਸ ਕੋ ਆਪੇ ਆਦੇਸ਼, ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰ ਰਿਹਾ ਸੀ, ਮਤਲਬ ਕਿ ਉਦੋਂ ਉਹਨੂੰ ਕੋਈ ਨਮਸਕਾਰ ਕਰਨ ਵਾਲਾ ਹੈ ਨਹੀਂ ਸੀ। ਅੱਜ ਤੇ ਅਸੀਂ ਮੱਥੇ ਟੇਕ ਰਹੇ ਹਾਂ, ਸਿਜਦੇ ਕਰ ਰਹੇ ਹਾਂ, ਨਮਸਕਾਰ ਕਰ ਰਹੇ ਹਾਂ, ਲੇਕਿਨ ਉਦੋਂ ਕੌਣ ਨਮਸਕਾਰ ਕਰਦਾ ਸੀ? ਆਪਸ ਕੋ ਆਪੇ ਆਦੇਸ਼ ਦਾ ਮਤਲਬ ਆਪਣੇ ਆਪ ਨੂੰ ਨਮਸਕਾਰ ਕਰਦਾ ਸੀ, ਭਾਵ ਇਹਦਾ ਅੰਤਰੀਵ ਭਾਵ, ਜਿਹੜਾ ਭਾਵ ਅਰਥ ਕਿ ਉਦੋਂ ਕੋਈ ਉਹਨੂੰ ਨਮਸਕਾਰ ਕਰਨ ਵਾਲਾ ਨਹੀਂ ਸੀ, ਉਹ ਆਪ ਹੀ ਆਪ ਸੀ। ਇਹ ਗੁਣ ਕਾ ਨਾਹੀ ਪ੍ਰਵੇਸ਼, ਉਸ ਵੇਲੇ ਤਿੰਨਾਂ ਗੁਣਾਂ ਦਾ ਕੋਈ ਦਖਲ ਨਹੀਂ ਸੀ।
ਇਹਨਾਂ ਤਿੰਨਾਂ ਗੁਣਾਂ ਵਾਲਾ ਕੋਈ ਵਰਤਾਰਾ ਨਹੀਂ ਸੀ। ਤਿੰਨ ਗੁਣ ਕਿਹੜੇ? ਰਾਜਗੁਣ, ਤਮ ਗੁਣ ਔਰ ਸਤਗੁਣ। ਇਹਨਾਂ ਨੂੰ ਮੈਂ ਥੋੜਾ ਜਿਹਾ ਵਿਚਾਰ ਆਪ ਦੇ ਨਾਲ ਰੱਖਦਿਆਂ। ਇਹ ਤਿੰਨ ਗੁਣਾਂ ਦੀ ਵਿਚਾਰ ਵਿਦਵਾਨ ਪੁਰਸ਼ਾਂ ਨੇ ਅਲੱਗ-ਅਲੱਗ ਢੰਗ ਦੇ ਨਾਲ ਕੀਤੀ ਹੈ, ਪਰ ਜੋ ਸਭ ਤੋਂ ਚੰਗੀ ਇਹਦੀ ਵਿਆਖਿਆ ਲੱਗੀ ਹੈ ਨਾ, ਉਹ ਡਾਕਟਰ ਤਾਰਨ ਸਿੰਘ ਵਾਲੀ ਹੈ। ਬਹੁਤ ਵਧੀਆ ਉਹਨਾਂ ਨੇ ਐਕਸਪਲੇਨ ਕੀਤਾ ਹੈ, ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨੂੰ ਸਮਝ ਵੀ ਸਕਦੇ ਹਾਂ, ਜੀ ਵੀ ਸਕਦੇ ਹਾਂ, ਅਪਣਾ ਵੀ ਸਕਦੇ ਹਾਂ, ਔਰ ਉਹ ਵਰਤਾਰਾ ਅਸੀਂ ਵੇਖਦੇ ਵੀ ਹਾਂ। ਰਾਜਗੁਣ ਦਾ ਮਤਲਬ ਲਾਲਚ, ਲਾਲਚ ਦੇ ਅਧੀਨ ਕਰਮ ਕਰਨੇ, ਇਹ ਰਜੋਗੁਣੀ ਨੇ। ਤੇ ਜਦੋਂ ਬੰਦਾ ਲਾਲਚ ਦੇ ਅਧੀਨ ਕੰਮ ਕਰਦਾ ਨਾ, ਉਹ ਠੱਗੀਆਂ ਠੂਰੀਆਂ ਮਾਰੇਗਾ, ਬੇਗਾਨੇ ਹੱਕ ਖਾਏਗਾ, ਕੁਛ ਪਾਪ ਕਰਮ ਕਰੇਗਾ, ਉਹਨੂੰ ਕਹਿ ਦਿੰਦੇ ਆ ਰਜੋਗੁਣੀ। ਕੰਮ ਤੇ ਕਰ ਰਿਹਾ ਹੈ ਪਰ ਲਾਲਚ ਦੇ ਅਧੀਨ। ਦੂਜਾ ਤਮੋ ਗੁਣੀ, ਉਹ ਕੰਮ ਤੇ ਕਰ ਰਿਹਾ ਹੈ ਲੇਕਿਨ ਅਗਿਆਨਤਾ ਵਾਲੇ ਕਰ ਰਿਹਾ ਹੈ, ਜਿਨ੍ਹਾਂ ਦਾ ਕੋਈ ਲਾਭ ਨਹੀਂ ਹੈ। ਜਿਵੇਂ ਅਵਰਤਨ ਰਾਤੇ ਸਰਾਧ ਤੇ ਜਿੰਨੇ ਵੀ ਆਸੀਆਂ ਝਮੇਲੇ ਆਪਣੇ ਧਰਮ ਦੇ ਨਾਮ ਦੇ ਉੱਤੇ ਗਲ ਵਿੱਚ ਪਾਏ ਨੇ, ਬੰਦਾ ਕਰੀ ਜਾ ਰਿਹਾ ਪਰ ਇਹਨਾਂ ਦਾ ਲਾਭ ਕੀ? ਕੋਈ ਵੀ ਨਾ। ਅਗਿਆਨਤਾ ਭਰੇ ਕਰਮ ਕਰੀ ਜਾਣਾ, ਏਮਲੈਸ ਜ਼ਿੰਦਗੀ ਜੀਣੀ। ਇੱਕ ਦਾ ਏਮ ਤੇ ਹੈ ਕਿ ਪੈਸਾ ਕਮਾਣਾ ਹੈ, ਲੇਕਿਨ 2 ਨੰਬਰ ਦੇ ਧੰਦੇ, ਉਲਾਰੂ ਜੀਵਨ ਹੈ। ਰਾਜਗੁਣ ਵਾਲੇ ਦਾ ਜੀਵਨ ਉਲਾਰੂ ਹੈ। ਜਿਹੜਾ ਅਗਿਆਨਤਾ ਵਸ ਕਰਮ ਕਰੀ ਜਾ ਰਿਹਾ, ਉਹਦਾ ਜੀਵਨ ਵੀ ਉਲਾਰੂ ਹੈ, ਉਹ ਕਰਮ ਕਾਂਡ ਹੀ ਕਰੀ ਜਾ ਰਿਹਾ। ਤੇ ਤੀਜਾ ਹੈ ਸਤਗੁਣ। ਸਤਗੁਣ ਦਾ ਮਤਲਬ ਤਿਆਗ, ਕਿ ਉਹਨਾਂ ਨੇ ਕੰਮ ਹੀ ਛੱਡ ਦਿੱਤੇ ਨੇ। ਇੱਕ ਤਾਂ ਲਾਲਚ ਦੇ ਅਧੀਨ ਕਰ ਰਿਹਾ ਹੈ, ਦੂਜਾ ਅਗਿਆਨਤਾ ਭਰੇ ਕੰਮ ਕਰ ਰਿਹਾ ਹੈ, ਤੇ ਤੀਜੇ ਨੇ ਵੇਖਿਆ ਵੀ ਇਹ ਦੋਵੇਂ ਗਲਤ ਨੇ, ਉਹਨੇ ਕੰਮ ਹੀ ਛੱਡ ਦਿੱਤਾ। ਉਹ ਪਾ ਕੇ ਆਪਣਾ ਸਿਰ ਦੇ ਵਿੱਚ ਸਵਾਹ ਤੇ ਉਹ ਜੰਗਲ ਚਲਾ ਗਿਆ। ਉਹਦਾ ਜੀਵਨ ਵੀ ਉਲਾਰੂ ਹੈ, ਕਿਉਂਕਿ ਜੇ ਅਸੀਂ ਸਾਰੇ ਬਾਬੇ ਬਣ ਜਾਈਏ ਤੇ ਕੰਮ ਨਹੀਂ ਨਾ ਚੱਲਣਾ। ਜੇ ਜਿੰਨੇ ਵੀ ਹੁਣ ਆਪਾਂ ਬੈਠੇ ਆ ਕਲਾਸ ਵਿੱਚ, ਜੇ ਸਾਰੇ ਬਾਬੇ ਹੋ ਜਾਈਏ ਤੇ ਬਿੱਲ ਕਿੱਥੋਂ ਆਏਗਾ? ਘਰ ਕਿੱਥੋਂ ਚੱਲਣਗੇ? ਜੇ ਫੌਜੀ ਨੇ ਉਹ ਬਾਬੇ ਬਣ ਜਾਣ, ਅਧਿਆਪਕ ਬਾਬੇ ਬਣ ਜਾਣ, ਤੇ ਖਾਣ ਵਾਸਤੇ ਆਉਣਾ ਕਿੱਥੋਂ? ਇਸ ਲਈ ਇਹ ਉਲਾਰੂ ਹੈ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਤੇ ਗੁਰੂ ਜੀ ਚੌਥਾ ਪਦ ਜਿਹੜਾ ਨਾ, ਉਹ ਚੌਥਾ ਬੰਦਾ ਜਿਹੜਾ ਜੀਵਨ ਜੋ ਗੁਰੂ ਜੀ ਨੇ ਦਿੱਤਾ ਹੈ, ਉਹ ਉਲਾਰੂ ਨਹੀਂ ਜੀਵਨ ਹੈ। ਚੌਥੇ ਬੰਦੇ ਉਹ ਨੇ ਜਿਹੜੇ ਕੰਮ ਵੀ ਕਰਦੇ ਨੇ ਪਰ ਉਹਨਾਂ ਦੇ ਜੀਵਨ ਵਿੱਚ ਲਾਲਚ ਨਹੀਂ, ਉਹਨਾਂ ਦੇ ਜੀਵਨ ਦਾ ਬੇਸ ਸੰਤੋਖ ਔਰ ਸੱਚਾਈ ਹੈ। ਕੰਮ ਕਰ ਰਹੇ ਨੇ ਲੇਕਿਨ ਅਗਿਆਨਤਾ ਵਾਲੇ ਨਹੀਂ ਕਰ ਰਹੇ, ਗਿਆਨ ਦੇ ਆਸਰੇ ਕਰ ਰਹੇ ਨੇ, ਕਾਮਨ ਸੈਂਸ ਹੈ, ਉਹਨਾਂ ਨੂੰ ਹਾਨੀ ਲਾਭ ਨੂੰ ਵਿਚਾਰ ਕੇ ਕਰ ਰਹੇ ਨੇ। ਤੇ ਨਾਲ ਉਹ ਸੰਸਾਰ ਨੂੰ ਛੱਡ ਕੇ ਨਹੀਂ ਗਏ, ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ, ਧੀਆਂ ਪੁੱਤਰਾਂ ਨੂੰ ਪਾਲ ਰਹੇ ਨੇ, ਭੈਣਾਂ ਭਰਾਵਾਂ ਦੇ ਨਾਲ, ਰਿਸ਼ਤੇਦਾਰਾਂ, ਨਾਨਕਿਆਂ ਦਾਦਕਿਆਂ ਦੇ ਨਾਲ ਵਰਤ ਰਹੇ ਨੇ, ਸਮਾਜ ਵਿੱਚ ਵਰਤ ਰਹੇ ਨੇ, ਔਰ ਉਹਨਾਂ ਦਾ ਜੀਵਨ ਬੈਲੈਂਸ, ਸੱਚ ਦਾ ਪੱਲਾ ਨਹੀਂ ਛੱਡਿਆ ਉਹਨਾਂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਤੇ ਗੁਣ ਕਾ ਨਾ ਹੀ ਪ੍ਰਵੇਸ਼ ਸਾਲੀ। ਰਾਜਗੁਣ, ਤਮ ਗੁਣ, ਸਤਗੁਣ ਦਾ ਪ੍ਰਵੇਸ਼ ਹੀ ਨਹੀਂ ਸੀ, ਉਹਦੇ ਤੇ ਅਸਰ ਹੀ ਨਹੀਂ ਸੀ। ਜਹ ਏਕ ਹੈ ਏਕ ਏਕ ਭਗਵੰਤਾ, ਜਦੋਂ ਰੱਬ ਕੇਵਲ ਇੱਕ ਹੀ ਇੱਕ ਸੀ, ਹਾਲੀ ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ। ਤਹ ਕੌਣ ਅਚਿੰਤ ਕਿਸ ਲਾਗੇ ਚਿੰਤਾ। ਅਚਿੰਤ ਦਾ ਮਤਲਬ ਬੇਫਿਕਰ। ਉਦੋਂ ਬੇਫਿਕਰ ਕੌਣ ਸੀ? ਚਿੰਤਾ ਵਿੱਚ ਗ੍ਰਸਿਆ ਕੌਣ ਸੀ? ਅੱਜ ਤੇ ਅਸੀਂ ਕਹਿ ਦਿੰਦੇ ਆ ਫਲਾਂ ਬੰਦਾ ਬੇਫਿਕਰ ਹੈ, ਫਲਾਂ ਬੰਦਾ ਤੇ ਚਿੰਤਾ ਦੇ ਵਿੱਚ ਹੀ ਹੈ। ਅਸੀਂ ਆਪ ਵੀ ਚਿੰਤਾ ਵਿੱਚ ਹੀ ਰਹਿੰਦੇ ਹਾਂ, ਕੋਈ ਬੇਫਿਕਰ ਤੇ ਕੋਈ ਫਿਕਰ ਵਿੱਚ। ਪਰ ਉਦੋਂ ਨਾ ਕੋਈ ਬੇਫਿਕਰ ਸੀ ਨਾ ਕੋਈ ਫਿਕਰ ਵਿੱਚ ਸੀ। ਕਿਹਨੂੰ ਚਿੰਤਾ ਲੱਗਦੀ ਸੀ ਤੇ ਕੌਣ ਬੇਫਿਕਰ ਸੀ? ਕਿਉਂਕਿ ਹੈ ਹੀ ਨਹੀਂ ਸੀ ਨਾ ਕੁਛ। ਜਹ ਆਪਨ ਆਪ ਆਪ ਪਤਿਆਰਾ। ਪਤਿਆਰਾ ਦਾ ਮਤਲਬ ਪਤੀਜਨ ਵਾਲਾ। ਅੱਜ ਤੇ ਮੈਂ ਤੁਹਾਨੂੰ ਖੁਸ਼ ਕਰ ਰਿਹਾ, ਤੁਸੀਂ ਮੈਨੂੰ ਖੁਸ਼ ਕਰ ਰਹੇ ਹੋ, ਮੇਰਾ ਵਿਸ਼ਵਾਸ ਤੁਹਾਡੇ ਤੇ ਬਣ ਗਿਆ, ਤੁਹਾਡਾ ਵਿਸ਼ਵਾਸ ਮੇਰੇ ਤੇ ਬਣ ਗਿਆ। ਅੱਜ ਤੇ ਅਸੀਂ ਕਹਿੰਦੇ ਹਾਂ ਸਾਡਾ ਰੱਬ ਤੇ ਵਿਸ਼ਵਾਸ ਹੈ, ਰੱਬ ਨੂੰ ਅਸੀਂ ਖੁਸ਼ ਕਰਨਾ ਹੈ। ਤੇ ਜਦੋਂ ਹੈ ਹੀ ਨਹੀਂ ਸੀ ਕੋਈ, ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ, ਆਪਣੇ ਆਪ ਦੇ ਵਿੱਚ ਸੰਤੁਸ਼ਟ ਸੀ, ਆਪਣੇ ਆਪ ਦੇ ਅੰਦਰ ਸਮਾਇਆ ਸੀ। ਤਹ ਕੌਣ ਕਥੈ ਕੌਣ ਸੁਣਨੇ ਹਾਰਾ। ਉਦੋਂ ਕੌਣ ਬੋਲਦਾ ਸੀ ਤੇ ਕੌਣ ਸੁਣਦਾ ਸੀ? ਹੁਣ ਤੇ ਦੇਖੋ ਮੈਂ ਬਾਣੀ ਦੀ ਵਿਚਾਰ ਕਰ ਰਿਹਾ, ਤੁਸੀਂ ਦੀ ਬਾਣੀ ਦੀ ਵਿਚਾਰ ਸੁਣ ਰਹੇ ਹੋ, ਤੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮੈਂ ਕੱਲਾ ਜਣਾ ਕਥਾ ਕਰਾਂ ਜਾਂ ਕੀਰਤਨ ਕਰਾਂ, ਤੇ ਲੋਕ ਕਹਿੰਦੇ ਨੇ ਰੱਬ ਸੁਣ ਰਿਹਾ ਹੈ, ਰੱਬ ਨੂੰ ਸੁਣਾਓ। ਵੈਸੇ ਇਹ ਅਸੀਂ ਗੱਲ ਕਹਿ ਦਿੰਦੇ ਹਾਂ ਕਿ ਗੁਰੂ ਨੂੰ ਸੁਣਾਓ, ਗੁਰੂ ਤੇ ਸੁਣ ਰਿਹਾ ਨਾ। ਮੈਨੂੰ ਇਹ ਥਾਈਲੈਂਡ ਦੀ ਗੱਲ ਯਾਦ ਹੁੰਦੀ ਹੈ। ਇੱਕ ਵਾਰੀ ਇੱਥੇ ਭਾਈ ਨਿਰਮਲ ਸਿੰਘ ਜੀ ਗਏ ਸੀ, ਜਿਨ੍ਹਾਂ ਦੀ ਡੈਥ ਹੋ ਗਈ ਹੈ।
ਤੇ ਉਹ ਕੀਰਤਨ ਸੀ ਸਵੇਰੇ, ਤੇ ਉਹ ਕਹਿਣ ਲੱਗੇ ਵੀ ਮੈਂ ਸ਼ਨੀਵਾਰ ਦਾ ਕੀਰਤਨ ਸਵੇਰੇ ਸੰਗਤ ਤੇ ਹੈ ਨਹੀਂ, ਤੇ ਸੁਣਾਵਾਂ ਕਿਹਨੂੰ, ਤੁਸੀਂ ਕਿਹਦੇ ਵਾਸਤੇ ਕਰ ਰਹੇ ਹੋ? ਵੀ ਤੁਸੀਂ ਮੈਨੂੰ ਬੁਲਾਇਆ ਵੀ ਹੈ ਇੱਥੇ, ਤੇ ਇੱਥੇ ਤਾਂ ਕੋਈ ਸੁਣਨ ਵਾਲਾ ਤੇ ਹੈ ਨਹੀਂ। ਤੇ ਉਹਨਾਂ ਦੇ ਵਿੱਚੋਂ ਇੱਕ ਨੇ ਕਹਿ ਦਿੱਤਾ, ਗਿਆਨ ਜੀ ਹੋਰ ਨਹੀਂ ਤੇ ਤੁਸੀਂ ਗੁਰੂ ਨੂੰ ਸੁਣਾਓ, ਗੁਰੂ ਸੁਣ ਰਿਹਾ ਹੈ, ਤੁਹਾਡੀ ਤੇ ਸ਼ਰਧਾ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ। ਉਹਨੇ ਬੜੇ ਮਾਣ ਨਾਲ ਕਿਹਾ, ਗੁਰੂ ਨੂੰ ਸੁਣਾਓ ਤੁਸੀਂ। ਤੇ ਉਹ ਭਾਈ ਸਾਹਿਬ ਅੱਗੋਂ ਫਿਰ ਉਹਨਾਂ ਦਾ ਸੁਭਾਅ ਵੀ ਉਵੇਂ ਦਾ ਸੀ, ਉਹ ਪੈ ਗਿਆ ਉਹਨੂੰ। ਕਹਿਣ ਲੱਗੇ, ਗੁਰੂ ਨੂੰ ਮੈਂ ਇਹ ਸੁਣਾਵਾਂ ਵੀ ਗੁਰੂ ਗੋਲਕ ਚੋਰ ਹੈ, ਵੀ ਤੂੰ ਗੋਲਕ ਨਾ ਚੋਰੀ ਕਰਿਆ ਕਰ। ਗੁਰੂ ਨੂੰ ਮੈਂ ਇਹ ਸੁਣਾਵਾਂ ਵੀ ਤੂੰ ਸ਼ਰਾਬ ਪੀਣਾ, ਸ਼ਰਾਬਾਂ ਨਾ ਪੀਆ ਕਰ, ਠੱਗੀਆਂ ਨਾ ਮਾਰਿਆ ਕਰ। ਕਹਿੰਦਾ ਤੁਸੀਂ ਅੱਗੇ ਤੁਸੀਂ ਠੱਗੀਆਂ ਮਾਰਦੇ, ਤੁਹਾਨੂੰ ਸੁਣਾਉਣਾ ਹੈ। ਯਾਨੀ ਕਹਿਣ ਤੋਂ ਭਾਵ ਕਿ ਰੱਬ ਨੂੰ ਅਸੀਂ ਥੋੜੀ ਗੁਰੂ ਨੂੰ ਸੁਣਾਉਣਾ, ਵੀ ਗੁਰੂ ਮਤਲਬ ਇਹ ਕੰਮ ਕਰਦਾ ਹੈ। ਸੁਣਨਾ ਸੁਣਾਉਣਾ ਤੇ ਅਸੀਂ ਹੈ ਨਾ, ਕਿ ਅਸੀਂ ਗਲਤ ਕਰ ਰਹੇ ਹਾਂ ਤੇ ਸਾਨੂੰ ਠੀਕ ਹੋਣਾ ਚਾਹੀਦਾ। ਤਾਂ ਗੁਰੂ ਜੀ ਕਹਿੰਦੇ ਨੇ, ਉਦੋਂ ਜਦੋਂ ਕੋਈ ਵੀ ਨਹੀਂ ਸੀ, ਹੈ ਹੀ ਰੱਬ ਸੀ, ਜਿਹੇ ਆਪਨ ਆਪ ਪਤਿਆਰਾ, ਆਪਣੇ ਆਪ ਨੂੰ ਪਤਿਆਉਣ ਵਾਲਾ ਆਪ ਸੀ। ਤੈਂ ਕੌਣ ਕਥੈ ਕੌਣ ਸੁਣਨੇ ਹਾਰਾ, ਕੌਣ ਬੋਲਦਾ ਸੀ ਤੇ ਕੌਣ ਸੁਣਦਾ ਸੀ। ਨਾ ਕੋਈ ਕਿਸੇ ਦੀ ਸਿਫਤ ਕਰਦਾ ਸੀ, ਨਾ ਸਿਫਤ ਸੁਣਨ ਵਾਲਾ ਸੀ, ਆਪਣੇ ਆਪ ਵਿੱਚ ਆਪ ਸਮਾਇਆ ਸੀ। ਬਹੁ ਬੇਅੰਤ ਊਚ ਤੇ ਉੱਚਾ, ਬੜਾ ਬੇਅੰਤ ਹੈ, ਉੱਚੇ ਤੋਂ ਉੱਚਾ, ਯਾਨੀ ਮਹਾਨ ਉੱਚਾ ਹੈ। ਨਾਨਕ ਆਪਸ ਕੋ ਆਪੇ ਪਹੁੰਚਾ, ਪਹੁੰਚਾ ਦਾ ਮਤਲਬ ਬਰਾਬਰੀ ਕਰਨਾ, ਪਹੁੰਚਿਆ ਹੋਇਆ। हे ਨਾਨਕ ਆਪਣੇ ਆਪ ਤੱਕ ਆਪ ਹੀ ਅਪੜਨ ਵਾਲਾ ਹੈ, ਉਹਦੇ ਤੱਕ ਉੱਚਾ ਕੋਈ ਅਪੜ ਨਹੀਂ ਸਕਦਾ, ਮਤਲਬ ਉਹਦਾ ਅੰਤ ਨਹੀਂ ਪਾ ਸਕਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਦੁਨੀਆ ਇੱਥੋਂ ਸ਼ੁਰੂ ਹੁੰਦੀ ਹੈ ਤੇ ਐਨੀ ਉੱਚੀ ਹੈ, ਸੱਜੇ ਪਾਸੋਂ ਇੱਥੋਂ ਦੁਨੀਆ ਸ਼ੁਰੂ ਹੁੰਦੀ ਹੈ ਤੇ ਖੱਬੇ ਪਾਸੇ ਇੱਥੇ ਜਾ ਕੇ ਖਤਮ ਹੋ ਜਾਂਦੀ ਹੈ। ਅਸੀਂ ਇਹ ਨਹੀਂ ਨਾ ਕਹਿ ਸਕਦੇ ਸ਼ੁਰੂਆਤ ਔਰ ਐਂਡ ਕਿੱਥੇ ਹੈ, ਕਿੰਨੇ ਗੁਣ ਨੇ, ਕਿੰਨੀ ਸ਼ਕਤੀ ਹੈ, ਕਿੰਨਾ ਦਾਤਾਂ ਨੇ, ਕਿੰਨਾ ਵੱਡਾ ਬ੍ਰਹਿਮੰਡ ਹੈ, ਇਹਨੂੰ ਅਸੀਂ ਪਾ ਨਹੀਂ ਨਾ ਸਕਦੇ ਦਾ ਅੰਤ। ਇਸ ਲਈ ਆਪਣੇ ਆਪ ਤੱਕ ਆਪ ਹੀ ਅਪੜਿਆ ਹੋਇਆ ਹੈ, ਭਾਵ ਉਹਦਾ ਅੰਤ ਨਹੀਂ ਪਾਇਆ ਜਾਂਦਾ। ਹੁਣ ਅਗਲਾ ਬਚਨ ਕਰਦੇ ਨੇ, ਜਿਹੇ ਆਪ ਰਚਿਓ ਪਰਪੰਚ ਆਕਾਰ। ਜਦੋਂ ਪ੍ਰਭੂ ਨੇ ਆਪਣਾ ਇਹ ਪਰਪੰਚ, ਆਪਣਾ ਆਕਾਰ ਰਚਿਆ, ਸ੍ਰਿਸ਼ਟੀ ਰੂਪ ਵਿੱਚ ਪ੍ਰਗਟ ਹੋਇਆ, ਦ੍ਰਿਸ਼ਟਮਾਨ ਸੰਸਾਰ। ਪਰਪੰਚ ਦਾ ਮਤਲਬ ਦ੍ਰਿਸ਼ਟਮਾਨ ਸੰਸਾਰ। ਜਦੋਂ ਸੁਆਮੀ ਨੇ ਖੁਦ ਸੰਸਾਰ ਤੇ ਸਰੂਪ ਸਾਜੇ, ਆਪਣੇ ਆਪ ਆਪਣਾ ਖਿਲਾਰਾ ਕੀਤਾ, ਵਿਸਥਾਰ ਕੀਤਾ। ਤੇ ਗੁਣ ਮੈਂ ਕੀਨੋ ਵਿਸਥਾਰ, ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਖਿਲਾਰਤਾ, ਵਿਸਥਾਰ ਕੀਤਾ। ਹੁਣ ਦੇਖੋ, ਆਪਣਾ ਵਿਸਥਾਰ ਕੀਤਾ ਹੈ। ਇੱਕ ਬੀਜ ਹੀ ਰੁੱਖ ਬਣ ਗਿਆ ਹੈ, ਇੱਕ ਬੂੰਦ ਹੀ ਸਾਗਰ ਹੋ ਗਈ ਹੈ। ਆਪਣਾ ਹੀ ਉਹਨੇ ਖਿਲਾਰਾ ਕੀਤਾ ਹੈ, ਆਪ ਹੀ ਪਸਰਿਆ ਹੈ। ਤੂੰ ਸੂਖਮ ਹੁਆ ਅਸਥੂਲੀ, ਆਪ ਹੀ ਸੂਖਸ਼ਮ ਤੋਂ ਅਸਥੂਲ ਹੋ ਗਿਆ। ਅਵਿਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਅਵਿਅਕਤ ਜਿਹੜਾ ਪ੍ਰਭੂ ਹੈ, ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ, ਨਿਰੰਕਾਰ ਤੋਂ ਸੰਸਾਰ ਬਣ ਗਿਆ। ਦੇਖੋ ਕਿੰਨੇ ਵਿਸਥਾਰ ਦੇ ਨਾਲ ਸਾਨੂੰ ਪਹਿਲਾਂ ਸਮਝਾਇਆ ਹੈ ਵੀ ਜਦੋਂ ਇਹ ਵੀ ਨਹੀਂ ਸੀ, ਇਹ ਵੀ ਨਹੀਂ ਸੀ, ਤੇ ਇੰਜ ਇੰਜ ਕਿਵੇਂ ਹੁੰਦਾ ਸੀ, ਹੈ ਹੀ ਇਕੱਲਾ ਸੀ ਨਾ। ਯਾਨੀ ਮੈਟੀਰੀਅਲ ਦਾ ਨਾਮੋ ਨਿਸ਼ਾਨ ਨਹੀਂ ਸੀ, ਇਹ ਦਿਸਦਾ ਜਗਤ ਨਹੀਂ ਸੀ। ਫਿਰ ਉਹਨੇ ਆਪਣਾ ਵਿਸਥਾਰ ਕੀਤਾ, ਸੂਖਸ਼ਮ ਤੋਂ ਅਸਥੂਲ ਹੋ ਗਿਆ, ਨਿਰੰਕਾਰ ਤੋਂ ਸੰਸਾਰ ਹੋ ਗਿਆ, ਅਣਦਿਸਤੇ ਤੋਂ ਦਿਸਤਾ ਹੋ ਗਿਆ। ਫਿਰ ਕੀ ਹੋਇਆ? ਫਿਰ ਅਜੀਵ ਜੰਤ ਪੈਦਾ, ਅਨੇਕਤਾ। ਹੁਣ ਅੱਗੇ ਕਹਿੰਦੇ ਨੇ, ਪਾਪ ਪੁੰਨ ਤਹਿ ਭਈ ਕਹਾਵਤ। ਕਹਾਵਤ ਦਾ ਮਤਲਬ ਕਹਾਣੀਆਂ। ਇਹ ਨਾਮ ਪਾਪਾਂ ਤੇ ਪੁੰਨ ਤਦੋਂ ਰੱਖੇ ਗਏ, ਇਹ ਆਖਣਾ ਉਥੋਂ ਚੱਲਿਆ ਕਿ ਇਹ ਕੰਮ ਪਾਪ ਹੈ ਤੇ ਇਹ ਕੰਮ ਪੁੰਨ ਹੈ। ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਤੇ ਇਹ ਪੁੰਨ ਹੈ। ਹੁਣ ਪੁੰਨ ਪਾਪ ਕੋਈ ਹੈ ਨਹੀਂ ਸੀ, ਲੇਕਿਨ ਜਦੋਂ ਵਿਸਥਾਰ ਕੀਤਾ, ਬੰਦਾ ਵਿਸਥਾਰ ਦੇ ਨਾਲ ਜੁੜ ਗਿਆ, ਸਮੁੱਚਤਾ ਦੇ ਨਾਲ ਜਦੋਂ ਟੁੱਟਿਆ, ਉਦੋਂ ਫਿਰ ਪੁੰਨ ਔਰ ਪਾਪ ਦੀ ਕਹਾਵਤ ਚੱਲ ਪਈ। ਜੇ ਸਮੁੱਚਤਾ ਦੇ ਨਾਲ ਜੁੜਿਆ ਰਹੇ ਤਾਂ ਫਿਰ ਪੁੰਨ ਪਾਪ ਵਾਲੀ ਕੋਈ ਗੱਲ ਨਹੀਂ। ਫਿਰ ਤਾਂ ਬੰਦਾ ਸੱਚਾਈ ਵਾਲੀ ਜ਼ਿੰਦਗੀ ਜੀਵੇਗਾ, ਫਿਰ ਸੱਚ ਨੂੰ ਬੇਸ ਬਣਾ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰੇਗਾ। ਫਿਰ ਤਾਂ ਸਾਰਿਆਂ ਦੇ ਅੰਦਰ ਇਹ ਦਿਸੇਗਾ ਨਾ ਕਿ ਰੱਬ ਦੀ ਜੋਤ ਸਾਰਿਆਂ ਵਿੱਚ, ਅਸੀਂ ਇੱਕੋ ਹੀ ਹਾਂ। ਮੇਰਾ ਆਪਣਾ ਆਪਾ ਹੀ ਮੈਨੂੰ ਤੁਹਾਡੇ ਵਿੱਚ, ਤੁਹਾਡਾ ਆਪਣਾ ਆਪਾ ਹੀ ਮੇਰੇ ਵਿੱਚ ਨਜ਼ਰ ਹੀ ਪਵੇਗਾ। ਜਦੋਂ ਅਸੀਂ ਇਸ ਚੀਜ਼ ਦੇ ਨਾਲ ਜੁੜਾ ਰਵਾਂਗੇ ਤੇ ਫਿਰ ਪੁੰਨ ਪਾਪ ਦਾ ਖਿਆਲ ਵੀ ਨਹੀਂ ਪੈਦਾ ਹੋਏਗਾ। ਨਾ ਕੋਈ ਪੁੰਨ ਹੋਏਗਾ, ਨਾ ਕੋਈ ਪਾਪ ਹੋਏਗਾ, ਸੱਚ ਹੋਏਗਾ।
ਪਰ ਜਦੋਂ ਸਮੁੱਚਤਾ ਦੇ ਨਾਲ ਟੁੱਟਾਂਗੇ ਫਿਰ ਇਹ ਵੀ ਹੋਏਗਾ ਕਿ ਇਹ ਪੁੰਨ ਹੈ ਤੇ ਪਾਪ ਹੈ। ਉਦੋਂ ਫਿਰ ਇਹ ਪੁੰਨ ਔਰ ਪਾਪ ਦੀਆਂ ਕਹਾਵਤਾਂ ਚੱਲ ਪਈਆਂ। ਕੋ ਨਰਕ ਕੋ ਸੁਰਗ ਬੰਛਾਵਤ। ਬੰਛਾਵਤ ਦਾ ਮਤਲਬ ਇੱਛਾ ਕਰਨ ਲੱਗ ਪਿਆ। ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਔਰ ਕੋਈ ਸਵਰਗਾਂ ਦਾ ਚਾਹਵਾਨ ਬਣਿਆ। ਕੋਈ ਦੋਜ਼ਖ ਔਰ ਕੋਈ ਬਹਿਸ਼ਤ ਦੀ ਲਾਲਸਾ ਕਰਨ ਲੱਗ ਗਿਆ ਕਿ ਮੈਂ ਸਵਰਗ ਵਿੱਚ ਜਾਣਾ ਹੈ, ਫਲਾਂ ਬੰਦਾ ਨਰਕ ਵਿੱਚ ਪਵੇਗਾ। ਹੁਣ ਦੇਖੋ ਅਸੀਂ ਪਿੱਛੇ ਪੜ੍ਹ ਆਏ ਨਾ ਵੀ ਨਰਕ ਸਵਰਗ ਉਦੋਂ ਕਿੱਥੇ ਸੀ, ਕੌਣ ਨਰਕ ਵਿੱਚ ਪੈਂਦਾ ਸੀ, ਕੌਣ ਸਵਰਗ ਵਿੱਚ ਹੈ ਹੀ ਨਹੀਂ ਸੀ। ਤੇ ਹੁਣ ਨਰਕ ਸਵਰਗ ਵਿੱਚ ਕਿੰਨੇ ਪੈਣਾ ਹੈ? ਹੁਣ ਨਰਕ ਸਵਰਗ ਕਿੱਥੇ ਹੈ? ਲੇਕਿਨ ਇਹ ਕਹਾਵਤ ਬਣ ਗਈ ਕਿ ਇਹ ਪੁੰਨ ਹੈ, ਇਹ ਪਾਪ ਹੈ, ਇਹ ਕੰਮ ਕਰੋਗੇ ਨਰਕ ਵਿੱਚ ਜਾਓਗੇ, ਇਹ ਕੰਮ ਕਰੋਗੇ ਸਵਰਗ ਵਿੱਚ ਜਾਓਗੇ। ਇਹ ਕਹਾਵਤਾਂ ਚੱਲ ਪਈਆਂ। ਪੁੰਨ ਪਾਪ ਮਿੱਥ ਲੈ ਗਏ, ਨਰਕ ਸਵਰਗ ਮਿੱਥ ਲੈ ਗਏ। ਆਲ ਜਾਲ ਮਾਇਆ ਜੰਜਾਲ। ਆਲ ਦਾ ਮਤਲਬ ਘਰ, ਆਲਿਆ। ਆਲ ਸ਼ਬਦ ਆਲੇ ਤੋਂ ਬਣਿਆ। ਆਲ ਆਲੇ ਘਰ। ਜਾਲ ਦਾ ਮਤਲਬ ਜਾਲੇ, ਘਰਾਂ ਦੇ ਜਾਲ, ਜੰਜਾਲ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਘਰਾਂ ਦੇ ਜੰਜਾਲ ਹੀ ਨਹੀਂ ਛੱਡਦੇ। ਆਲ ਜਾਲ ਮਾਇਆ ਜੰਜਾਲ, ਘਰਾਂ ਦੇ ਧੰਦੇ ਔਰ ਮਾਇਆ ਦੇ ਬੰਧਨ ਪੈ ਗਏ। ਸੱਚ ਨਾਲੋਂ ਬੰਦਾ ਜਿਵੇਂ ਜਿਵੇਂ ਵਿਸਥਾਰ ਹੋਇਆ ਫਿਰ ਘਰਾਂ ਦੇ ਜੰਜਾਲ, ਦੇਖੋ ਜੰਜਾਲ ਕੰਮ ਹੀ ਸਾਡੇ ਜੰਜਾਲ ਬਣ ਜਾਂਦੇ ਨੇ ਤੇ ਕੰਮ ਹੀ ਸਾਡੇ ਭਗਤੀ ਔਰ ਮੁਕਤੀ ਬਣ ਜਾਂਦੇ ਨੇ। ਜਦੋਂ ਅਸੀਂ ਸੱਚ ਨੂੰ ਬੇਸ ਬਣਾ ਕੇ ਕੰਮ ਕਰਦੇ ਹਾਂ ਨਾ, ਸੱਚਾਈ ਨੂੰ ਬੇਸ ਬਣਾ ਕੇ ਸੱਚੀ ਮਾਨਸਿਕਤਾ ਦੇ ਨਾਲ ਕੰਮ ਕਰਦੇ ਹਾਂ ਤਾਂ ਸਾਡੇ ਉਹ ਕੰਮ ਹੀ ਭਗਤੀ ਬਣ ਜਾਂਦੇ ਨੇ। ਪਿਆਰ ਨਾਲ ਰਹਿੰਦੇ ਹਾਂ, ਸੱਚਾਈ ਨਾਲ ਅਸੀਂ ਜੀਵੀਏ ਤਾਂ ਉਹ ਕੰਮ ਸਾਡੇ ਬੰਧਨ ਨਹੀਂ ਬਣਨਗੇ। ਪਰ ਜਦੋਂ ਅਸੀਂ ਝੂਠ ਔਰ ਲਾਲਚ ਨੂੰ ਬੇਸ ਬਣਾ ਲਾਂਗੇ ਉਹ ਕੰਮ ਸਾਡੇ ਬੰਧਨ ਬਣ ਜਾਣਗੇ। ਉਹ ਸਾਨੂੰ ਇੱਕ ਦੂਜੇ ਤੋਂ ਦੂਰ ਕਰਨਗੇ। ਜਾਤੀਵਾਦ ਦੇ ਬੰਧਨ, ਮੇਰ ਤੇਰ ਦੇ ਬੰਧਨ, ਵਿਕਾਰਾਂ ਦੇ ਬੰਧਨ। ਫਿਰ ਸਾਨੂੰ ਘਰਾਂ ਨੂੰ ਤਾਲੇ ਵੀ ਲਾਣੇ ਪੈਣਗੇ, ਗੁਰਦੁਆਰਿਆਂ ਨੂੰ ਜੰਦਰੇ ਲਾਣੇ ਪੈਣਗੇ, ਫਿਰ ਸਿਕਿਉਰਿਟੀ ਕੈਮਰੇ ਲਾਣੇ ਪੈਣਗੇ। ਕਿਉਂ? ਕਿ ਸੱਚ ਨਾਲੋਂ ਟੁੱਟ ਕੇ ਨਾ ਜੰਜਾਲ ਬਣ ਗਿਆ। ਤੇ ਜੇ ਹਰ ਇਨਸਾਨ ਦੁਨੀਆ ਦਾ ਸੱਚ ਦੇ ਨਾਲ ਜੁੜਿਆ ਰਹੇ ਤਾਂ ਫਿਰ ਮੇਰੇ ਖਿਆਲ ਦੇ ਅੰਦਰ ਤੇ ਤਾਲੇ ਵਗੈਰਾ ਲਾਉਣ ਦੀ ਲੋੜ ਨਹੀਂ ਹੈ, ਕਿਉਂਕਿ ਸੱਚ ਨਾਲ ਜੁੜਿਆ ਬੰਦਾ ਚੋਰੀ ਨਹੀਂ ਨਾ ਕਰੇਗਾ, ਠੱਗੀ ਨਹੀਂ ਨਾ ਮਾਰੇਗਾ। ਜਦੋਂ ਸੱਚ ਦੇ ਨਾਲੋਂ ਜੁੜ ਜਾਏਗਾ, ਟੁੱਟ ਜਾਏਗਾ, ਉਦੋਂ ਹਰ ਕੰਮ ਹੀ ਜੰਜਾਲ ਬਣ ਜਾਏਗਾ। ਤੇ ਜੇ ਸੱਚ ਨੂੰ ਬੇਸ ਬਣਾ ਕੇ ਬੰਦਾ ਕਰਮ ਕਰੇਗਾ ਨਾ ਤਾਂ ਉਹ ਕਰਮ ਸਾਡੇ ਭਗਤੀ ਬਣ ਜਾਣਗੇ, ਇਨਸਾਨੀਅਤ ਪੈਦਾ ਕਰਨਗੇ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਇਹ ਸੰਸਾਰ ਹੋਂਦ ਵਿੱਚ ਆ ਗਿਆ, ਇਹ ਚੀਜ਼ ਨੂੰ ਨਾਲ ਲੈ ਕੇ ਚੱਲਣਾ ਹੈ। ਤੇ ਆ ਘਰਾਂ ਦੇ ਧੰਦੇ ਔਰ ਮਾਇਆ ਦੇ ਜੰਜਾਲ, ਮਾਇਆ ਦਾ ਮਤਲਬ ਸਾਡੀ ਜੋ ਮੈਂਟੈਲਿਟੀ ਹੈ, ਇਹਦੇ ਬਾਰੇ ਅਸੀਂ ਵਿਚਾਰ ਹੀ ਚੁੱਕੇ ਹਾਂ ਪਹਿਲਾਂ। ਹਉਮੈ ਮੋਹ ਭਰਮ ਪੈ ਭਾਰ। ਹਉਮੈ ਮੋਹ ਭਰਮ ਭੁਲੇਖੇ ਸਾਡੀ ਜ਼ਿੰਦਗੀ ਦੇ ਅੰਦਰ ਭਾਰ ਬਣ ਗਏ। ਇਹਨਾਂ ਦਾ ਭਾਰ ਸਾਡੇ ਉੱਤੇ ਪੈ ਗਿਆ। ਹਉਮੈ ਦਾ, ਮੋਹ ਦਾ, ਭਰਮ ਦਾ, ਡਰ ਦਾ, ਇਹ ਭਾਰ ਸਿਰ ਤੇ ਚੁੱਕ ਲੈ। ਤੇ ਜੇ ਇਸ ਚੀਜ਼ ਨੂੰ ਸਮਝ ਲਿਆ ਜਾਵੇ ਕਿ ਹਰ ਇੱਕ ਦੇ ਅੰਦਰ ਇੱਕੋ ਹੀ ਹੈ ਔਰ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੀ ਜਾਵੇ ਤਾਂ ਫਿਰ ਮੈਂ ਹਉਮੈ ਕਾਹਦੇ ਤੋਂ ਕਰਨੀ ਹੈ? ਤੁਹਾਡੇ ਤੋਂ ਵੱਡਾ ਮੈਂ ਆਪਣੇ ਆਪ ਨੂੰ ਕਿਉਂ ਸਮਝਾਂਗਾ? ਕਿਉਂਕਿ ਜਦੋਂ ਇੱਕ ਹੀ ਹੈ, ਇੱਕ ਹੀ ਪਸਰਿਆ ਹੋਇਆ ਹੈ ਤੇ ਫਿਰ ਵੱਡਾ ਛੋਟਾ ਕਿਉਂ? ਫਿਰ ਮੈਂ ਮੋਹ ਕਿਉਂ ਕਰਾਂਗਾ? ਸੈਲਫਿਸ਼ਨੈਸ ਮੇਰੇ ਅੰਦਰ ਕਿਉਂ ਆਏਗੀ? ਕਿਉਂਕਿ ਤੁਹਾਡੇ ਵਿੱਚ ਵੀ ਤੇ ਉਹੀ ਹੈ ਨਾ। ਫਿਰ ਜਿਹੜੇ ਮੈਂ ਸੁੱਖ ਆਪਣੇ ਵਾਸਤੇ ਚਾਹਾਂਗਾ ਤੁਹਾਡੇ ਵਾਸਤੇ ਵੀ ਚਾਹਾਂਗਾ। ਤੁਸੀਂ ਜੋ ਸੁੱਖ ਆਪ ਮੰਨਣਾ ਚਾਹੋਗੇ ਮੇਰੇ ਵਾਸਤੇ ਵੀ ਚਾਹੋਗੇ। ਪਰ ਜਦੋਂ ਸੱਚ ਨਾਲੋਂ ਟੁੱਟ ਗਏ ਤੇ ਫਿਰ ਸੈਲਫਿਸ਼ਨੈਸ ਦਾ ਭਾਰ ਵੀ ਸਿਰ ਤੇ ਆ ਗਿਆ, ਭਰਮ ਦਾ ਵੀ ਭਾਰ ਆ ਗਿਆ। ਭਰਮ ਦਾ ਮਤਲਬ ਕਿ ਜੋ ਅਸਲੀਅਤ ਤੋਂ ਦੂਰ ਚਲੇ ਜਾਣਾ। ਭਰਮ ਕਹਿੰਦੇ ਹੀ ਉਹਨੂੰ ਨੇ ਅਗਿਆਨਤਾ ਕਰਕੇ ਜਿਹੜੀ ਚੀਜ਼ ਹੋਵੇ ਕੁਝ ਹੋਰ ਤੇ ਦਿਸੇ ਕੁਝ ਹੋਰ। ਜਿਵੇਂ ਹਿਰਨ ਨੂੰ ਬਹੁਤ ਦੂਰ ਨਾ ਪਾਣੀ ਦਿਸਦਾ ਰੇਗਿਸਤਾਨ ਵਿੱਚ, ਲੇਕਿਨ ਪਾਣੀ ਹੁੰਦਾ ਨਹੀਂ, ਦਿਸ ਰਿਹਾ ਹੈ। ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਨਾ, ਰੇਤਾ ਤਪਦਾ ਹੈ, ਤਾਂ ਜੋ ਸਾਨੂੰ ਪੜ੍ਹੇ ਲਿਖੇ ਲੋਕ ਦੱਸਦੇ ਨੇ ਕਿ ਜੋ ਸੂਰਜ ਦੀਆਂ ਕਿਰਨਾਂ ਨੇ ਉਹ ਧਰਤੀ ਤੋਂ 1 ਇੰਚ ਉੱਤੇ ਹੀ ਵਾਪਸ ਪਰਤ ਜਾਂਦੀਆਂ ਨੇ, ਟਕਰਾਉਣ ਤੋਂ ਪਹਿਲਾਂ ਹੀ, ਜਿੱਥੇ ਹਵਾ ਬਹੁਤ ਜ਼ਿਆਦਾ ਤਪੀ ਹੋਵੇ। ਤੇ ਉਹ ਫਿਰ ਥੱਲੇ ਵਾਲਾ ਜਿਹੜਾ ਹਨੇਰਾ ਹੈ ਨਾ, ਉਹ ਇੰਜ ਲੱਗਦਾ ਜਿਵੇਂ ਪਾਣੀ ਦੀਆਂ ਲਹਿਰਾਂ ਨੇ, ਸਮੁੰਦਰ ਦੀ ਤਰ੍ਹਾਂ ਜਾਂ ਸਰੋਵਰ ਦੀ ਤਰ੍ਹਾਂ ਦਿਸਦਾ ਹੈ। ਹਿਰਨ ਉਧਰ ਨੂੰ ਭੱਜਦਾ ਹੈ, ਉਹ ਸਰੋਵਰ ਦੂਰ ਦੂਰ ਹੋਈ ਜਾਂਦਾ ਹੈ,
ਅਖੀਰ ਉਹ ਪਿਆਸਾ ਮਰ ਜਾਂਦਾ। ਹੁਣ ਉਹਨੂੰ ਭਰਮ ਹੈ ਵੀ ਹੈ ਨਹੀਂ, ਅਸਲੀਅਤ ਨਹੀਂ। ਇਸੇ ਤਰ੍ਹਾਂ ਹੋਮੇ ਤੇ ਮੋਹ ਭਰਮ, ਇਹ ਭਰਮ ਹੀ ਹੈ ਨਾ ਸਾਡਾ, ਅਸਲੀਅਤ ਤਾਂ ਹੈ ਨਹੀਂ ਕਿ ਮੈਂ ਤੁਹਾਡੇ ਤੋਂ ਆਪਣੇ ਆਪ ਨੂੰ ਵੱਡਾ ਸਮਝਾਂ। ਕਾਹਦੀ ਅਸਲੀਅਤ ਹੈ? ਮੇਰਾ ਇੱਕ ਭਰਮ ਹੀ ਹੈ ਨਾ। ਦੇਖੋ, ਇਹ 5 ਤੱਤ ਤੁਹਾਡੇ ਵਿੱਚ ਨੇ, 5 ਤੱਤ ਮੇਰੇ ਵਿੱਚ ਨੇ। ਮਾਂ ਦੇ ਪੇਟ ਵਿੱਚ ਤੁਸੀਂ 9 ਮਹੀਨੇ ਰਹੇ, ਮੈਂ ਵੀ 9 ਮਹੀਨੇ ਰਿਹਾ। ਤੁਸੀਂ ਵੀ ਆਕਸੀਜਨ ਨਾਲ ਜਿੰਦਾ, ਮੈਂ ਵੀ। ਉਸੇ ਉਹ ਚੰਦਰਮਾ, ਸੂਰਜ, ਸਾਰਾ ਕੁਝ ਉਸੇ ਸਿਸਟਮ ਨਾਲ ਤੁਸੀਂ ਜੀ ਰਹੇ, ਉਹਦੇ ਨਾਲ ਮੈਂ। ਤੇ ਮੈਂ ਵੱਡਾ ਕਿੱਧਰੋਂ ਹੋ ਗਿਆ? ਮੈਨੂੰ ਭਰਮ ਹੀ ਹੈ ਨਾ ਕਿ ਮੈਂ ਵੱਡਾ ਹਾਂ। ਮੈਨੂੰ ਭਰਮ ਹੀ ਹੈ ਨਾ ਕਿ ਮੈਂ ਉੱਚੀ ਜਾਤ ਦਾ ਜਾਂ ਨੀਵੀਂ ਜਾਤ ਦਾ। ਤਾਂ ਇਹ ਜਿਹੜੇ ਭਾਰ ਨੇ ਨਾ ਡਰ ਦੇ, ਇਹ ਫਿਰ ਸਿਰ ਦੇ ਉੱਤੇ ਚੁੱਕੇ ਗਏ ਜਦੋਂ ਇਹ ਖਿਲਾਰਾ ਖਿਲਰਿਆ। ਦੁੱਖ ਸੁੱਖ, ਮਾਨ ਅਪਮਾਨ, ਸੁੱਖ ਦੁੱਖ, ਆਦਰ ਔਰ ਨਿਰਾਦਰੀ, ਇਹ ਸਾਰੇ ਭਾਵ ਬੰਦੇ ਦੇ ਅੰਦਰ ਪੈਦਾ ਹੋ ਗਏ। ਜਦੋਂ ਰੱਬ ਇਕੱਲਾ ਹੀ ਸੀ, ਉਦੋਂ ਨਾ ਦੁੱਖ ਸੀ, ਨਾ ਸੁੱਖ ਸੀ, ਨਾ ਮਾਨ ਸੀ, ਨਾ ਅਪਮਾਨ ਸੀ, ਨਾ ਆਦਰ ਸੀ, ਨਾ ਨਿਰਾਦਰ ਸੀ। ਪਰ ਜਦੋਂ ਆ ਵਿਸਥਾਰ ਕਰ ਦਿੱਤਾ ਤੇ ਬੰਦਾ ਸਮੁੱਚਤਾ ਦੇ ਨਾਲੋਂ ਟੁੱਟ ਗਿਆ ਤੇ ਕੱਲੇ ਦੇ ਨਾਲ ਜੁੜਿਆ, ਉਦੋਂ ਫਿਰ ਮਾਨ ਤੇ ਹੰਕਾਰ ਤੇ ਦੂਜਾ ਤੀਜਾ, ਇਹ ਸਾਰੀਆਂ ਇੱਜ਼ਤ ਬੇਇੱਜ਼ਤੀਆਂ ਆ ਗਈਆਂ ਨਾ। ਤੇ ਜੇ ਅਸੀਂ ਉਸ ਇੱਕ ਦੇ ਨਾਲ ਜੁੜੇ ਰਹੀਏ ਤੇ ਫਿਰ ਅਸੀਂ ਦੂਜੇ ਦੀ ਬੇਇੱਜ਼ਤੀ ਕਿਉਂ ਕਰਾਂਗੇ? ਮੈਂ ਤੁਹਾਡੀ ਬੇਇੱਜ਼ਤੀ ਕਿਉਂ ਕਰਾਂਗਾ? ਮੇਰੇ ਅੰਦਰ ਹਿੰਮਤ ਹੀ ਨਹੀਂ ਨਾ ਪੈਣੀ ਬੇਇੱਜ਼ਤੀ ਕਰਨ ਦੀ। ਕਿਵੇਂ ਕਰਾਂਗਾ? ਮੇਰਾ ਆਪਣਾ ਆਪਾ ਹੀ ਤੇ ਤੁਹਾਡੇ ਵਿੱਚ ਹੈ, ਤੁਹਾਡਾ ਆਪਣਾ ਆਪਾ ਹੀ ਤੇ ਮੇਰੇ ਵਿੱਚ ਹੈ, ਇੱਕ ਹੀ ਤੇ ਪਸਰਿਆ ਹੋਇਆ ਹੈ। ਤੇ ਉਸ ਇੱਕ ਦੀ ਬੇਇੱਜ਼ਤੀ ਮੈਂ ਕਿਵੇਂ ਕਰਾਂ? ਪਰ ਇਹ ਤਾਂ ਹੋਏਗਾ ਜੇ ਮੈਂ ਸਮੁੱਚਤਾ ਨੂੰ ਸਮਝਦਾ ਹੋਵਾਂਗਾ। ਪਰ ਜਦੋਂ ਮੈਂ ਆਪਣੇ ਤੱਕ ਔਰ ਤੁਹਾਡੇ ਤੱਕ ਸੀਮਤ ਹੋ ਜਾਵਾਂਗਾ, ਉਦੋਂ ਫਿਰ ਮੈਨੂੰ ਘਰ ਤੇ ਦਿਸਣਾ ਨਾ, ਬੈਡਰੂਮ ਦਿਸਣਾ ਜਾਂ ਰਸੋਈ ਦਿਸਣੀ। ਉਦੋਂ ਮੈਨੂੰ ਮੋਹਰ ਸਿੰਘ ਤੇ ਦਿਸਣਾ ਨਹੀਂ, ਜਾਂ ਤੇ ਬਾਹਾਂ ਦਿਸਣੀਆਂ ਜਾਂ ਸਿਰ ਦਿਸਣਾ। ਉਦੋਂ ਮੈਨੂੰ ਰੱਬ ਤੇ ਦਿਸਣਾ ਨਹੀਂ, ਬੰਦੇ ਦਿਸਣੇ ਨੇ, ਔਰਤਾਂ ਦਿਸਣੀਆਂ ਨੇ, ਚੰਦਰਮਾ ਧਰਤੀ ਦਿਸਣੀ। ਸਮੁੱਚਤਾ ਨਾਲੋਂ ਟੁੱਟ ਗਿਆ ਨਾ। ਤਾਂ ਇਹ ਦੁੱਖ ਸੁੱਖ, ਮਾਨ ਅਪਮਾਨ, ਇਹ ਸਾਰਾ ਉਸ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਕਿ ਇਹ ਖਿਲਾਰਾ ਪਸਰਿਆ। ਅਨੇਕ ਪ੍ਰਕਾਰ ਕਿਉ ਬਖਿਆਨ, ਇਹਨੂੰ ਪ੍ਰਕਾਰ ਨਹੀਂ ਪੜਨਾ, ਪ੍ਰ ਬੋਲਣਾ ਹੈ। ਪ੍ਰਕਾਰ, ਅੱਧਾ ਪੱਪੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਖੱਖੇ ਦੇ ਪੈਰ ਥੱਲੇ ਅੱਧਾ ਯਈਆ ਹੈ, ਤੇ ਖੱਖੇ ਦੇ ਨਾਲ ਲੱਗਾ ਹੋਇਆ ਕੰਨਾ ਯਈਏ ਦੇ ਨਾਲ ਬੋਲੇਗਾ। ਇਹਦਾ ਉਚਾਰਨ ਇੰਜ ਹੋਏਗਾ ਜਿਵੇਂ ਲਿਖਿਆ ਹੋਵੇ ਬੱਬਾ, ਖੱਖੇ ਨਾਲ ਸਿਹਾਰੀ, ਐੜੇ ਨਾਲ ਕੰਨਾ, ਔਰ ਨੰਨਾ ਲਿਖਿਆ ਹੋਵੇ ਬਖਿਆਨ, ਐਵੇਂ ਬੋਲਾਂਗੇ। ਅਨੇਕ ਪ੍ਰਕਾਰ ਕਿਉ ਬਖਿਆਨ, ਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ, ਵਿਆਖਿਆਨ ਸ਼ੁਰੂ ਹੋ ਗਏ। ਪੁੰਨ ਪਾਪ, ਨਰਕ ਸਵਰਗ, ਚਿੱਤਰ ਗੁਪਤ, ਮੋਹ ਅਪਮਾਨ, ਸੁੱਖ ਦੁੱਖ, ਇਹ ਵਿਖਿਆਨ ਸ਼ੁਰੂ ਹੋ ਗਏ। ਇਹ ਬੰਦੇ ਨੇ ਕਰ ਲਿਆ ਸ਼ੁਰੂ। ਆਪਨ ਖੇਲ ਆਪ ਕਰ ਦੇਖੇ। ਹੁਣ ਦੇਖੋ ਕਿੰਨੀ ਨੁਕਤੇ ਦੀ ਗੱਲ ਸਮਝਾ ਰਹੇ ਨੇ ਕਿ ਆਪਣਾ ਖੇਡ ਆਪ ਹੀ ਖੇਡ ਕੇ ਵੇਖ ਰਿਹਾ ਹੈ। ਖੇਲ ਹੈ ਔਰ ਉਹ ਆਪ ਖੇਲ ਰਿਹਾ ਹੈ। ਖੇਲ ਸੰਕੋਚੈ ਤਾਂ ਨਾਨਕ ਇੱਕ ਹੈ, ਜਦੋਂ ਇਸ ਖੇਲ ਨੂੰ ਖਤਮ ਕਰਦਾ ਤੇ ਫਿਰ ਇਕੱਲਾ ਹੀ ਰਹਿ ਜਾਂਦਾ ਹੈ। ਦੇਖੋ ਕਿੰਨੇ ਪਿਆਰ ਨਾਲ ਸਮਝਾਇਆ ਕਿ ਪਹਿਲਾਂ ਵੀ ਇੱਕ ਸੀ, ਜਦੋਂ ਜਗਤ ਰਚਨਾ ਨਹੀਂ ਸੀ, ਇਕੱਲਾ ਸੀ ਨਾ। ਤੇ ਉਹ ਇਕੱਲੇ ਤੋਂ ਬਾਅਦ ਇਹ ਪਸਰ ਗਿਆ ਤੇ ਹੁਣ ਕੋਈ ਹੋਰ ਥੋੜਾ ਹੈ। ਸੋਨੇ ਦੀ ਡਲੀ ਸੀ, 100 ਗ੍ਰਾਮ ਸੋਨਾ, ਤੇ ਉਹ ਕੀ ਹੈ ਜੀ? ਸੋਨਾ। ਤੇ ਫਿਰ ਉਹਦੇ ਗਹਿਣੇ ਬਣਾ ਦਿੱਤੇ, ਛਾਪ ਬਣ ਗਈ, ਛੱਲਾ ਬਣ ਗਿਆ, ਕਾਂਟੇ ਬਣ ਗਏ, ਕਲਿੱਪ ਬਣ ਗਏ, ਜੰਜੀਰੀਆਂ ਬਣ ਗਈਆਂ, ਕੜੇ ਬਣ ਗਏ, ਹੋਰ ਗਹਿਣੇ ਬਣ ਗਏ। ਉਹਦੇ 100 200 400 ਗਹਿਣੇ ਬਣ ਗਏ 100 ਗ੍ਰਾਮ ਸੋਨੇ ਦੇ। ਤੇ ਹੁਣ ਸੋਨੇ ਦੇ ਗਹਿਣੇ ਕੀ ਨੇ? ਸੋਨਾ ਹੀ ਹੈ ਨਾ, ਸੋਨਾ ਹੀ ਹੈ ਨਾ। ਅਸੀਂ ਕਹਿ ਰਹੇ ਹਾਂ ਇਹ ਛਾਪ ਹੈ, ਨਾਮ ਅਸੀਂ ਦਿੱਤਾ ਹੈ ਛਾਪ, ਹੈ ਤੇ ਸੋਨਾ। ਛਾਪ ਬਣਨ ਦੇ ਨਾਲ ਕੋਈ ਸੋਨਾ ਵੱਖਰਾ ਨਹੀਂ ਹੋ ਗਿਆ, ਸੋਨਾ ਹੀ ਹੈ। ਛੱਲਾ ਬਣਨ ਦੇ ਨਾਲ ਸੋਨਾ ਸੋਨਾ ਹੀ ਹੈ, ਸੋਨਾ ਚਾਂਦੀ ਨਹੀਂ ਹੋ ਗਿਆ, ਲੋਹਾ ਨਹੀਂ ਹੋ ਗਿਆ। ਕੜਾ ਬਣਨ ਦੇ ਨਾਲ ਸੋਨਾ ਸੋਨਾ ਹੀ ਹੈ। ਗਹਿਣਿਆਂ ਤੋਂ ਪਹਿਲਾਂ ਵੀ ਸੋਨਾ ਸੀ, ਗਹਿਣਿਆਂ ਦੇ ਵਿੱਚ ਵੀ ਸੋਨਾ ਹੀ ਹੈ, ਸੋਨੇ ਦੇ ਹੀ ਉਹ ਆਕਾਰ ਨੇ। ਤੇ ਜੇ ਸੁਨਿਆਰਾ ਵੀਰ ਉਹਨਾਂ ਨੂੰ ਕੁਠਾਲੀ ਚ ਪਾ ਕੇ ਫਿਰ ਢਾਲ ਦੇਵੇ ਤੇ ਫਿਰ ਸੋਨਾ। ਪਹਿਲਾਂ ਵੀ ਸੋਨਾ, ਜਦੋਂ ਗਹਿਣੇ ਸਨ ਉਦੋਂ ਵੀ ਸੋਨਾ, ਗਹਿਣੇ ਖਤਮ ਹੋ ਗਏ ਉਦੋਂ ਵੀ ਸੋਨਾ, ਡਲੀ ਬਣ ਗਈ। ਹੁਣ ਜਦੋਂ ਪਹਿਲੀ ਡਲੀ ਹੈ ਸੋਨਾ ਸਾਨੂੰ ਸਮਝ ਆ ਜਾਂਦਾ ਹੈ, ਗਹਿਣੇ ਢਾਲ ਦਿੱਤੇ ਫਿਰ ਸੋਨਾ ਬਣ ਗਿਆ, ਸਾਡੀ ਸਮਝ ਆ ਗਿਆ।
ਪਰ ਜਿਹੜਾ ਵਿਚਕਾਰ ਵਾਲਾ ਨਾ ਉੱਥੇ ਸਮਝ ਨਹੀਂ ਪੈਂਦਾ, ਉੱਥੇ ਸਾਨੂੰ ਅਲੱਗ-ਅਲੱਗ ਦਿਸਦਾ, ਉੱਥੇ ਸਾਨੂੰ ਛਾਪ ਛੱਲੇ ਦਿਸਦੇ ਨੇ। ਐਵੇਂ ਜਗਤ ਰਚਨਾ ਤੋਂ ਪਹਿਲਾਂ ਵੀ ਰੱਬ, ਹੁਣ ਵੀ ਰੱਬ, ਜਗਤ ਰਚਨਾ ਖਤਮ ਹੋ ਜਾਏਗੀ ਫਿਰ ਵੀ ਰੱਬ। ਪਹਿਲਾ ਔਰ ਪਿਛਲਾ ਤੇ ਸਮਝ ਆ ਜਾਂਦਾ ਹੈ, ਪਰ ਹੁਣ ਸਾਨੂੰ ਭੁਲੇਖਾ ਲੱਗਦਾ ਹੈ ਕਿ ਨਾ ਹੁਣ ਰੱਬ ਨਹੀਂ, ਹੁਣ ਤੇ ਆ ਬਈ ਵੱਖਰੇ ਵੱਖਰੇ ਨੇ। ਮੋਹਰ ਸਿੰਘ ਵੱਖਰਾ ਹੈ, ਭੋਗਲ ਜੀ ਵੱਖਰੇ ਨੇ, ਤਰਲੋਚਨ ਸਿੰਘ ਵੱਖਰਾ ਹੈ। ਹੁਣ ਪ੍ਰੋਬਲਮ ਹੈ, ਹੁਣ ਘਸੁੰਨ ਮੁੱਕੀ ਹੋ ਰਿਹਾ। ਕਾਸ਼ ਸਾਨੂੰ ਇਹ ਸਮਝ ਆ ਜਾਏ ਵੀ ਉਹ ਹੀ ਹੈ, ਸਮੁੰਦਰ ਦੀਆਂ ਹੀ ਲਹਿਰਾਂ ਨੇ, ਸੋਨਾ ਹੀ ਗਹਿਣੇ ਬਣ ਗਿਆ ਹੈ, ਬੀਜ ਹੀ ਵਿਰਕਸ਼ ਬਣ ਗਿਆ ਹੈ, ਨਿਰੰਕਾਰ ਹੀ ਸੰਸਾਰ ਹੋ ਗਿਆ ਹੈ। ਸਮੁੱਚਤਾ ਨੂੰ ਵੇਖੀਏ, ਸਮੁੱਚਤਾ ਨੂੰ, ਤਾਂ ਰੱਬ ਨਜ਼ਰ ਹੀ ਪਵੇਗਾ। ਕੱਲੇ ਕੱਲੇ ਨੂੰ ਵੇਖਾਂਗੇ ਫਿਰ ਛਾਪ ਛੱਲੇ ਦਿਸਣਗੇ। ਤੇ ਗੁਰੂ ਜੀ ਨੇ ਇਹ ਸਾਨੂੰ ਅੱਗੇ ਇੱਕ ਸ਼ਬਦ ਰਾਹੀਂ ਬੜੇ ਪਿਆਰ ਨਾਲ ਸਮਝਾਇਆ। ਆਪ ਨਾਲ ਕਈ ਵਾਰੀ ਮੈਂ ਉਹ ਸ਼ਬਦ ਸਾਂਝਾ ਕੀਤਾ, ਉਸਨੂੰ ਫਿਰ ਆਪ ਆਪਣੇ ਨਾ ਐਪ ਦੇ ਵਿੱਚ ਜਿਹੜੀ ਗੁਰਬਾਣੀ ਸਰਚਰ ਦਾ ਆਈ ਗੁਰਬਾਣੀ ਜਿਨ੍ਹਾਂ ਕੋਲ ਜੋ ਵੀ ਹੈ, ਕੱਢ ਕੇ ਉਹ ਸ਼ਬਦ ਜ਼ਰੂਰ ਪੜਿਓ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਪੇਖ ਦਿਖਲਾਈ, सांग उतार थम्यो पासारा, तब एको एकंकारा, कवन रूप दृष्टो बिनसायो, कतह गयो ओ कत्ते आयो, जलते उठे अनेक तरंगा, कनिक पूखन कीने बहुरंगा, बीज बीज देखियो बहु प्रकारा, फल पाके ते एकंकारा, सहस कटा में एक आकाश, घट फूटे ते ओही प्रगास। ते अखीर विच कह रहे ने भरम लोभ मोह माया विकार, ਭਰਮ ਛੂਟੇ ਤੇ ਏਕੰਕਾਰ। ਜਦੋਂ ਭਰਮ ਖਤਮ ਹੋ ਗਿਆ ਤੇ ਫਿਰ ਇੱਕ ਨਜ਼ਰ ਪੈ ਜਾਏਗਾ। ਇਹ ਸ਼ਬਦ ਸਾਡੀ ਨਾ ਬਹੁਤ ਸੁੰਦਰ ਅਗਵਾਈ ਕਰਦਾ ਹੈ। ਸਾਡੇ ਜਿਹੜੇ ਰੱਬ ਵਾਲੇ ਭਰਮ ਭੁਲੇਖੇ ਨੇ ਉਹ ਸਾਰੇ ਦੂਰ ਹੋ ਜਾਣਗੇ, ਰੱਬ ਦੇ ਦਰਸ਼ਨ ਦੇ, ਰੱਬ ਦੀ ਪ੍ਰਾਪਤੀ ਦੇ, ਰੱਬ ਦੀ ਭਗਤੀ ਦੇ, ਇਹ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ। ਖੇਲ ਸੰਕੋਚ ਹੈ ਤਾਂ ਨਾਨਕ ਇੱਕ ਹੈ, ਜਹ ਅਭਿਗਤ ਭਗਤ ਤਹ ਆਪ। ਅਭਿਗਤ ਦਾ ਮਤਲਬ ਅਵਿਅਕਤ, ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉੱਥੇ ਉਹਦਾ ਭਗਤ ਹੈ, ਤੇ ਜਿੱਥੇ ਭਗਤ ਹੈ ਉੱਥੇ ਪ੍ਰਭੂ ਆਪ ਹੈ। ਯਾਨੀ ਭਗਤ ਔਰ ਪ੍ਰਭੂ ਇੱਕੋ ਹੀ ਰੂਪ ਹੋ ਜਾਂਦੇ ਨੇ। ਭਗਤ ਕੌਣ ਹੈ? ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ। ਦੇਖੋ ਕਿੰਨੀ ਸਪਸ਼ਟ ਗੱਲ ਹੋ ਜਾਏਗੀ ਨਾ ਇੱਥੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਹੁਕਮ ਰਜ਼ਾਈ ਚੱਲਣਾ। ਭਗਤ ਉਹ ਹੈ ਜੋ ਹੁਕਮ ਦੇ ਵਿੱਚ ਚੱਲ ਰਿਹਾ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਜੋ ਹੁਕਮ ਅਨੁਸਾਰ ਚੱਲਦਾ ਹੈ। ਤੇ ਜਦੋਂ ਹੁਕਮ ਨੂੰ ਸਮਝਦੇ ਆ, ਭਗਤ ਔਰ ਪ੍ਰਭੂ ਇੱਕ ਨੇ। ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਸੰਤ ਦਾ ਮਤਲਬ ਗੁਰੂ, ਪ੍ਰਤਾਪ ਦਾ ਮਤਲਬ ਪ੍ਰਤਾਪ। ਗੁਰੂ ਦੇ ਗਿਆਨ ਰਾਹੀਂ ਜਿੱਥੇ ਆ ਪਸਾਰਾ ਪਸਰਿਆ ਨਾ, ਉਦੋਂ ਵੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਪ੍ਰਭੂ ਤੋਂ ਵੱਖਰੇ ਨਹੀਂ ਹਾਂ। ਦੂਹੂ ਪਾਖ ਕਾ ਆਪੈ ਤੰਨੀ, ਦੋਹਾਂ ਪੱਖਾਂ ਦਾ ਮਾਲਕ ਰੱਬ ਆਪ ਹੈ, ਉਤਪਤੀ ਦਾ ਵੀ ਔਰ ਸਮਾਪਤੀ ਦਾ ਵੀ। ਉਨਕੀ ਸ਼ੋਭਾ ਉਹਨੂੰ ਬਣੀ, ਉਹਦੀ ਸ਼ੋਭਾ ਉਹਨੂੰ ਹੀ ਬਣ ਆਉਂਦੀ ਹੈ, ਭਾਵ ਕਿ ਉਸ ਰੱਬ ਦਾ ਅੰਤ ਨਹੀਂ ਪਾਇਆ ਜਾਂਦਾ। ਆਪਹਿ ਕੌਤਕ ਕਰੇ ਆਨੰਦ ਚੋਜ, ਪ੍ਰਭੂ ਆਪ ਹੀ ਆਪਣੀਆਂ ਖੇਡਾਂ ਖੇਡ ਰਿਹਾ ਹੈ, ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ। ਆਪਹਿ ਕੌਤਕ ਕਰੇ ਆਨੰਦ ਚੋਜ, ਆਨੰਦ ਦੀਆਂ ਖੇਡਾਂ, ਆਪਣੇ ਕੌਤਕ ਆਪ ਹੀ ਕਰ ਰਿਹਾ ਹੈ। ਜਿਵੇਂ ਬਾਜੀਗਰ ਜੈਸੇ ਬਾਜੀ ਪਾਈ ਹੈ। ਆਪਹਿ ਰਸ ਭੋਗਨ ਨਿਰਜੋਗ, ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ, ਕਿਉਂਕਿ ਸਭ ਥਾਵਾਂ ਤੇ ਹੈ ਹੀ ਆਪ ਨਾ, ਆਪ ਹੀ ਪਸਰਿਆ ਹੋਇਆ ਹੈ। ਜਿਸ ਭਾਵੈ ਤਿਸ ਆਪਨ ਨਾਏ ਲਾਵੈ, ਜਿਸ ਭਾਵੈ, ਹੁਣ ਐਸ ਦੇ ਵਿੱਚ ਜਿਹਨੂੰ ਪਾਉਂਦਾ ਹੈ ਉਹਨੂੰ ਆਪਣੇ ਨਾਂ ਨਾਲੋਂ ਲਾ ਲੈਂਦਾ ਹੈ। ਇਹ ਚੀਜ਼ ਨਾ ਸਮਝਣ ਵਾਲੀ ਹੈ। ਇਹ ਨਹੀਂ ਵੀ ਰੱਬ ਨੂੰ ਜਿਹੜਾ ਭਾ ਗਿਆ ਉਹਨੂੰ ਨਾਂ ਲਾ ਲੇਗਾ, ਅਸੀਂ ਫਿਰ ਕਵਾਂਗੇ ਸੰਤ ਅਸੀਂ ਰੱਬ ਨੂੰ ਚੰਗੇ ਨਹੀਂ ਲੱਗੇ ਤਾਂ ਉਹਨੇ ਨਹੀਂ ਲਾਇਆ, ਕਿਉਂਕਿ ਅਸੀਂ ਚਲਾਕ ਹਾਂ, ਬੜੇ ਬਹੁਤ ਚਲਾਕ ਹਾਂ। ਔਰ ਅਸੀਂ ਨਾ ਮਚਲੇ ਆ, ਮਚਲੇ। ਬੰਦਾ ਸੁੱਤਾ ਹੋਏ ਨਾ, ਦਰਵਾਜ਼ਾ ਖੜਕਾਓ ਤੇ ਬੰਦਾ ਜਾਗ ਜਾਂਦਾ ਹੈ, ਬੰਦਾ ਜਾਗ ਜਾਂਦਾ ਹੈ। ਤੇ ਕਈ ਵਾਰੀ ਨਾ ਬੰਦਾ ਜਾਗਦਾ ਹੁੰਦਾ ਹੈ ਤੇ ਉਹਨੂੰ ਪਤਾ ਹੁੰਦਾ ਹੈ ਕਿ ਫਲਾਂ ਬੰਦਾ ਆਇਆ, ਤੇ ਉਹ ਕੁੰਡਾ ਖੜਕਾਉਂਦਾ ਤੇ ਬੰਦਾ ਜਾਗਦਾ ਨਹੀਂ, ਉਹ ਫਿਰ ਜ਼ੋਰ ਜ਼ੋਰ ਦੀ ਖੜਕਾਉਂਦਾ, ਫਿਰ ਨਹੀਂ ਜਾਗਦਾ, ਕਿਉਂਕਿ ਹੈ ਤੇ ਜਾਗਦਾ ਅੰਦਰ, ਮਚਲਾ ਹੋਇਆ ਹੁੰਦਾ। ਤੇ ਫਿਰ ਦੂਜੇ ਚੌਥੇ ਦਿਨ ਅਗਲਾ ਕਹਿੰਦਾ ਯਾਰ ਮੈਂ ਗਿਆ ਸੀ, ਕੁੰਡਾ ਖੜਕਾਇਆ ਤੁਹਾਡਾ, ਕਹਿੰਦਾ ਯਾਰ ਮੈਂ ਥੱਕਿਆ ਸਾਂ, ਬੜਾ ਸੁੱਤਾ, ਮੈਂ ਨਹੀਂ ਸੁਣਿਆ ਬਈ, ਮੈਨੂੰ ਨਹੀਂ ਪਤਾ ਲੱਗਾ। ਹੁਣ ਸੁੱਤੇ ਨੂੰ ਤੇ ਜਗਾ ਲੋਗੇ, ਕੁੰਭ ਕਰਨ ਨੂੰ ਵੀ ਜਗਾ ਲੋਗੇ, ਪਰ ਜਿਹੜਾ ਮਚਲਾ ਬੰਦਾ ਹੋਇਆ ਉਹਨੂੰ ਕਿਵੇਂ ਜਗਾਓਗੇ, ਜਿਹੜਾ ਜਾਗਦਾ ਤੇ ਸੌਣ ਦੀ ਐਕਟਿੰਗ ਕਰ ਰਿਹਾ ਹੈ। ਇਹ ਦੁਨੀਆ ਵਿੱਚ ਲੋਕ ਮਚਲੇ ਜ਼ਿਆਦੇ ਨੇ। ਸਾਡੇ ਵਿੱਚੋਂ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਸੱਚ ਦਾ ਨਹੀਂ ਪਤਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ।
ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ ਛਕਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਕਿ ਨਹੀਂ ਪੜ੍ਹਨੀ ਚਾਹੀਦੀ, ਪ੍ਰੇਮ ਨਾਲ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ, ਇਨਸਾਨੀਅਤ ਵਾਲੇ ਕੰਮ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ। ਹਰ ਇਨਸਾਨ ਨੂੰ ਪਤਾ ਹੈ, ਦੁਨੀਆ ਦੇ ਹਰ ਬੰਦੇ ਨੂੰ ਪਤਾ ਹੈ, ਪਰ ਮਚਲਾ ਹੋਇਆ ਨਹੀਂ, ਜਾਣ ਕੇ ਨਹੀਂ ਅਮਲ ਕਰਦਾ। ਤੇ ਮਚਲੇ ਬੰਦੇ ਨੂੰ ਕਿਵੇਂ ਸਮਝਾਓਗੇ? ਤਾਂ ਜਿਸ ਭਾਵ ਹੈ, ਜਿਹਨੂੰ ਸੱਚ ਪਾਉਂਦਾ ਹੈ, ਧਿਆਨ ਦਿਓ, ਜਿਹਨੂੰ ਸੱਚ ਪਾਉਂਦਾ ਹੈ, ਤਿਸ ਆਪਨ ਨਾਏ ਲਾਵੇ, ਰੱਬ ਉਹਨੂੰ ਆਪਣੇ ਹੁਕਮ ਦੇ ਵਿੱਚ ਲਾ ਲੈਂਦਾ ਹੈ, ਹੁਕਮ ਦੇ ਵਿੱਚ ਤੋਰਦਾ। ਜੇ ਹੁਕਮ ਚੰਗਾ ਲੱਗੇ ਤਾਂ ਹੀ ਹੈ ਨਾ। ਤੇ ਜੇ ਸਾਨੂੰ ਹੁਣ ਸੱਚ ਚੰਗਾ ਹੀ ਨਾ ਲੱਗੇ ਬੋਲਣਾ, ਤੇ ਸਾਨੂੰ ਹੁਣ ਧੱਕੇ ਨਾਲ ਥੋੜੀ ਹੁਣ ਪੰਜਾਬ ਪੁਲਿਸ ਸੱਦ ਕੇ ਥੋੜੀ ਸੱਚ ਬੁਲਵਾਇਆ ਜਾਂਦਾ ਵੀ ਇਹਨੂੰ ਭਾਣਾ ਨਹੀਂ ਚੰਗਾ ਲੱਗਦਾ ਤੇ ਪੰਜਾਬ ਪੁਲਿਸ ਨੂੰ ਸੱਦੋ ਵੀ ਢਾਓ ਇਹਨੂੰ, ਐਵੇਂ ਨਹੀਂ। ਜੇ ਭਾਣੇ ਵਿੱਚ ਰਹਿਣਾ ਚੰਗਾ ਲੱਗਦਾ ਤੇ ਰੱਬ ਉਹਨੂੰ ਲਾ ਲੈਂਦਾ ਹੈ। ਬਾਣੀ ਪੜ੍ਹਨੀ ਚੰਗੀ ਲੱਗਦੀ ਤੇ ਰੱਬ ਨੇ ਕਦੇ ਰੋਕਿਆ ਥੋੜਾ ਸੀ, ਕਹਿਣਾ ਜੀ ਕਲਯੁਗ ਹੈ ਗੁਰਦੁਆਰੇ ਨਹੀਂ ਆਇਆ ਜਾਂਦਾ। ਬੰਦਾ ਪੁੱਛੇ ਵੀ ਆ ਕਲਾਸ ਵਿੱਚ ਜਿਹੜੇ ਬੈਠੇ ਨੇ ਇਹਨਾਂ ਨੂੰ ਨਹੀਂ ਕਲਯੁਗ ਨੇ ਰੋਕਿਆ, ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ ਨੂੰ ਕਲਯੁਗ ਨੇ ਡਾਂਗ ਫੜ ਕੇ ਨਹੀਂ ਰੋਕਿਆ। ਜਾਣਾ ਆਪ ਨਹੀਂ ਨਾ ਕਲਯੁਗ ਦਾ। ਤਾਂ ਜਿਸ ਭਾਵੈ ਤਿਸ ਆਪਨ ਨਾਏ ਲਾਵੇ, ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਹੈ, ਰੱਬ ਉਹਨੂੰ ਆਪਣੇ ਭਾਣੇ ਵਿੱਚ ਰੱਖਦਾ ਹੈ। ਜਿਸ ਭਾਵੈ ਤਿਸ ਖੇਲ ਖਿਲਾਵੇ, ਤੇ ਜਿਹਨੂੰ ਆ ਮਾਇਆ ਦੀ ਖੇਡ ਚੰਗੀ ਲੱਗਦੀ ਉਹਨੂੰ ਇਹ ਖੇਡ ਖਿਡਾ ਦਿੰਦਾ। ਖੇਡੀ ਜਾ, ਵੀ ਝੂਠ ਬੋਲਣਾ ਬੋਲੀ ਜਾ, ਜੂਆ ਖੇਲਣਾ ਖੇਲੀ ਜਾ, ਸ਼ਰਾਬ ਪੀਣਾ ਪੀਵੀ ਜਾ, ਆਪਣੀਆਂ ਕਿਡਨੀਆਂ ਖਰਾਬ ਕਰੀ ਜਾ। ਹੁਣ ਸਾਨੂੰ ਕੀ ਚੰਗਾ ਲੱਗਦਾ ਹੈ, ਮਾਇਆ ਦੀ ਖੇਡ ਖੇਡਣੀ ਕਿ ਪ੍ਰਭੂ ਦੇ ਹੁਕਮ ਵਿੱਚ ਰਹਿਣਾ? ਇਹ ਸਾਡੀ ਚੁਆਇਸ ਹੈ, ਬੰਦੇ ਦੀ ਚੁਆਇਸ ਹੈ। ਜਿਹੜਾ ਇਹ ਦੁਨੀਆ ਦੇ ਵਿਕਾਰਾਂ ਦੇ ਖੇਲ ਖੇਲਨੇ ਜਿਹਨੂੰ ਚੰਗੇ ਲੱਗਦੇ ਨੇ, ਰੱਬ ਕਹਿੰਦਾ ਵੀ ਖੇਲੀ ਜਾ, ਮੈਂ ਕੀ ਕਰਨਾ, ਖੇਡੀ ਜਾ, ਕੰਮ ਕਰੋ ਲੋਮੋ, ਤੇ ਉਹਦਾ ਫਲ ਭੁਗਤਣਾ ਪੈਣਾ। ਹੁਣ ਸਾਡੇ ਹੈ ਸਨ ਨਾ ਕਈ ਪਿਤਾ ਜੀ ਬਣੇ ਸਨ, ਬਾਪੂ ਬਣੇ ਸਨ, ਤੇ ਖੇਡਾਂ ਖੇਡਦੇ ਸਨ। ਖੇਡੀ ਜਾ ਵੀ ਹੁਣ ਜੇਲ੍ਹ ਦੇ ਵਿੱਚ ਬੈਠੇ ਨੇ। ਤੇ ਜਿਹਨੂੰ ਸੱਚ ਚੰਗਾ ਲੱਗਦਾ ਹੈ ਉਹਨੂੰ ਸੱਚ। ਦੇਖੋ ਭਗਤ ਪੂਰਨ ਸਿੰਘ ਜੀ ਸਨ, ਜਿਸ ਭਾਵੇਂ ਉਹਨਾਂ ਨੂੰ ਸੱਚ ਚੰਗਾ ਲੱਗਦਾ ਸੀ ਨਾ, ਰੱਬ ਨੇ ਦਾਤ ਦਿੱਤੀ ਵੀ ਜਿੰਨੀ ਮਰਜ਼ੀ ਸੇਵਾ ਕਰ। ਤੇ ਜਿਹੜੇ ਸਾਡੇ ਠੱਗੀਆਂ ਵਾਲੇ ਨੇ, ਇਹਨਾਂ ਨੂੰ ਠੱਗੀਆਂ ਚੰਗੀਆਂ ਲੱਗਦੀਆਂ ਨੇ, ਤੇ ਕੁਦਰਤ ਕਹਿੰਦੀ ਮਾਰੀ ਜਾਓ, ਮੈਂ ਕਰਨਾ। ਚੁਆਇਸ ਤੁਹਾਡੀ ਆਪਣੀ ਹੈ। ਬੇਸ਼ੁਮਾਰ ਅਥਾ ਅਗੰਤ ਅਤੁਲ ਹੈ, ਬੇਸ਼ੁਮਾਰ ਹੈ, ਅਥਾ ਹੈ, ਅਗੰਤ ਹੈ, ਅਤੁਲ ਹੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਜੋ ਤੇਰੇ ਦਾਸ ਨੇ ਨਾ, ਉਹ ਬੋਲਦੇ ਨੇ ਜਿਵੇਂ ਤੂੰ ਬੁਲਾਉਣਾ ਹੈ। ਭਾਵ ਤੇਰੀ ਰਜ਼ਾ ਦੇ ਬੋਲ ਬੋਲਦੇ ਨੇ, ਤੇਰੀ ਰਜ਼ਾ ਦੇ ਬੋਲ ਬੋਲਦੇ ਨੇ। ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਇਹਦਾ ਭਾਵ ਇਹ ਹੈ ਕਿ ਜੋ ਤੇਰੇ ਦਾਸ ਨੇ ਉਹ ਬੋਲ ਬੋਲਦੇ ਨੇ ਜਿਵੇਂ ਤੂੰ ਬੁਲਾਉਣਾ ਹੈ। ਭਾਵ ਕਿ ਤੇਰੇ ਹੁਕਮ ਵਾਲੇ ਬੋਲ ਬੋਲਦੇ ਨੇ। ਹੁਕਮ ਰਜ਼ਾ ਤੋਂ ਬਾਹਰ ਨਹੀਂ, ਸਿਸਟਮ ਤੋਂ ਬਾਹਰ ਨਹੀਂ ਉਹ ਬੋਲਦੇ। ਉਹ ਇਹ ਨਹੀਂ ਕਹਿੰਦੇ ਵੀ ਤੁਸੀਂ ਅੱਜ ਸੇਬ ਲੈ ਜਾਓ ਤੇ ਮੁੰਡਾ ਜੰਮ ਪਏਗਾ। ਮੁੰਡੇ ਕੋ ਸੇਬਾਂ ਨਾਲ ਥੋੜੀ ਲੱਗੇ ਨੇ। ਉਹ ਐਵੇਂ ਦੇ ਬੋਲ ਨਹੀਂ ਬੋਲਦੇ। ਉਹ ਇਹ ਬੋਲ ਬੋਲਦੇ ਨੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਸੱਚ ਬੋਲਦੇ ਨੇ, ਹੁਕਮ ਦੀ ਗੱਲ ਕਰਦੇ ਨੇ, ਸਿਸਟਮ ਦੀ ਗੱਲ ਕਰਦੇ ਨੇ। ਰੱਬ ਦਾ ਪਿਆਰਾ ਸਿਸਟਮ ਤੋਂ ਬਾਹਰ ਗੱਲ ਕਰੇਗਾ ਹੀ ਨਹੀਂ। ਆ ਜਿੰਨੇ ਵੀ ਜੋਤਸ਼ੀ ਨੇ, ਬਾਬੇ ਨੇ, ਜੰਤਰਾਂ ਮੰਤਰਾਂ ਵਾਲੇ, ਦੂਜੇ ਤੀਜੇ, ਇਹ ਸਿਸਟਮ ਤੋਂ ਉਲਟ ਹੈ। ਸਿਸਟਮ ਤੋਂ ਉਲਟ ਕੁਝ ਹੋ ਹੀ ਨਹੀਂ ਨਾ ਸਕਦਾ। ਇਹ ਆਪਾਂ ਕਿੰਨੀ ਵਾਰੀ ਵਿਚਾਰ ਚੁੱਕੇ ਹਾਂ ਕਿ ਸਾਰੀ ਦੁਨੀਆ ਦੇ ਬਾਬੇ ਇਕੱਠੇ ਕਰਕੇ ਤੇ ਉਹ ਆਪਣੀ ਭਗਤੀ ਦੀ ਸ਼ਕਤੀ ਜਿਹਨੂੰ ਉਹ ਕਹਿੰਦੇ ਨੇ, ਉਹਦੇ ਨਾਲ ਸੂਰਜ ਨੂੰ ਧਰਤੀ ਦੇ ਵਿੱਚ ਫੇਰੇ ਘੁਮਾ ਸਕਦੇ ਨੇ? ਬਿਲਕੁਲ ਵੀ ਨਾ। ਕਿ ਉਹ ਕੋਈ ਵੀ ਜਿਹੜੇ ਆਪਣੇ ਆਪ ਦੇ ਅੰਦਰ ਸ਼ਕਤੀਆਂ ਮੰਨਦੇ ਨੇ, ਉਹ ਕਾਰਬਨ ਮੋਨੋਆਕਸਾਈਡ ਨਾਲ ਰਹਿ ਸਕਦੇ ਨੇ? ਜਿੰਦਾ ਨਹੀਂ ਰਹਿ ਸਕਦੇ। ਇਸ ਲਈ ਜੋ ਰੱਬ ਦੇ ਪਿਆਰੇ ਨੇ, ਰੱਬ ਦੇ ਹੁਕਮ ਦੇ ਬੋਲ ਬੋਲਦੇ ਨੇ, ਹੁਕਮ ਤੋਂ ਬਾਹਰ ਨਹੀਂ। ਜਿੰਨੀਆਂ ਵੀ ਕਰਾਮਾਤੀ ਸ਼ਕਤੀਆਂ ਦੂਜੀਆਂ ਤੀਜੀਆਂ, ਇਹ ਸਭ ਹੁਕਮ ਤੋਂ ਬਾਹਰ ਦੀਆਂ ਨੇ, ਕੋਈ ਕਰਾਮਾਤ ਵਗੈਰਾ ਨਹੀਂ ਹੈ। ਇਸ ਲਈ ਰੱਬ ਦੇ ਪਿਆਰੇ ਉਹ ਬੋਲ ਬੋਲਦੇ ਨੇ ਜੋ ਤੂੰ ਬੁਲਾਉਂਦਾ ਹੈ। ਤਾਂ ਇਸ ਪਾਵਨ ਅੱਜ ਦੀ ਜੋ ਵਿਚਾਰ ਹੈ, ਇਹਦੇ ਮੁਤਾਬਕ ਰੱਬ ਆਪ ਹੈ। ਰੱਬ ਆਪ ਚਾਰ ਚੁਫੇਰੇ ਪਸਰਿਆ ਹੋਇਆ ਹੈ। ਉਹਦਾ ਹੁਕਮ ਇਸ ਦੁਨੀਆ ਦੇ ਵਿੱਚ ਲਾਗੂ ਹੈ। ਹੁਕਮ ਸਾਡੇ ਸਾਰਿਆਂ ਤੇ ਲਾਗੂ ਹੈ। ਹੁਕਮ ਤੋਂ ਬਾਹਰ ਕੋਈ ਨਹੀਂ ਰਹਿ ਸਕਦਾ, ਜਾ ਸਕਦਾ। ਇਸ ਲਈ ਸਾਨੂੰ ਹੁਕਮ ਰਜ਼ਾ ਦੇ ਵਿੱਚ ਚੱਲਣਾ ਚਾਹੀਦਾ ਹੈ। ਸਾਰੇ ਇਨਸਾਨ ਹੀ ਰੱਬ ਦਾ ਰੂਪ ਨੇ। ਇਹਨਾਂ ਨੂੰ ਆਪਣੇ ਅੰਦਰੋਂ ਉਹਨਾਂ ਰੱਬੀ ਗੁਣਾਂ ਨੂੰ ਪ੍ਰਗਟ ਕਰਨਾ ਚਾਹੀਦਾ ਹੈ। ਔਰ ਹਰ ਇਨਸਾਨ ਨੂੰ ਦੂਜੇ ਇਨਸਾਨਾਂ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਚਾਹੀਦਾ ਹੈ। ਜੇ ਅਸੀਂ ਇਸ ਢੰਗ ਦੇ ਨਾਲ ਸੋਚਦੇ ਹਾਂ ਤਾਂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਸਫਲੀ ਹੋ ਸਕਦੀ ਹੈ। ਵਾਹਿਗੁਰੂ ਜੀ ਰਹਿਮਤ ਕਰਨ। ਅਗਲੀ ਵਿਚਾਰ ਵੀਰ ਜੀ ਤਰਲੋਚਨ ਸਿੰਘ ਜੀ ਆਪ ਜੀ ਦੇ ਨਾਲ ਕਰਨਗੇ। ਅੱਜ ਦੀ ਜੋ ਵਿਚਾਰ ਹੈ, ਇਹਦੇ ਵਿੱਚੋਂ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ, ਸਵਾਲ ਪੁੱਛ ਸਕਦੇ ਹੋ। ਆਪਣੇ ਵਿਊਜ਼ ਦੇਣੇ ਹੋਣ, ਵਿਊਜ਼ ਦੇ ਸਕਦੇ ਹੋ। ਤੇ ਟਰਾਈ ਕਰੋ ਕਿ ਜੋ ਵਿਚਾਰ ਕੀਤੀ ਹੁੰਦੀ ਹੈ ਨਾ, ਉਹਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰੀਏ ਤਾਂ ਉਹ ਦੁਬਾਰਾ ਰਿਪੀਟ ਹੋ ਜਾਏਗੀ ਔਰ ਸਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬਹਿ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ ਬਹੁਤ ਧੰਨਵਾਦ। ਤੇ ਸਾਰਿਆਂ ਨੇ ਕਥਾ ਸੁਣ ਲਈ ਹੈ ਜੀ ਅੱਜ ਦੀ, ਤੇ ਇਹਦੇ ਵਿੱਚੋਂ ਸਾਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਇਸ ਸੰਸਾਰ ਦੇ ਸਾਡੇ ਅਪੀਅਰ ਹੋਣ ਤੋਂ ਪਹਿਲਾਂ ਕੀ ਹੁੰਦਾ ਸੀ, ਤੇ ਉਹਦੇ ਨਾਲ ਫਿਰ ਪਰਮਾਤਮਾ ਦੀ ਹੋਂਦ ਤੇ ਸਾਡੇ ਜਿਹੜੇ ਹੋਰ ਭਰਮ ਭੁਲੇਖੇ ਪਾਏ ਹੋ ਆ ਉਹ ਕਿੱਦਾਂ ਹੋਂਦ ਦੇ ਵਿੱਚ ਆਏ ਆ, ਤੇ ਉਹਨਾਂ ਨੂੰ ਅਸੀਂ ਕਿੱਦਾਂ ਮੰਨੀ ਬੈਠੇ ਆ, ਤੇ ਅਸਲੀਅਤ ਕੀ ਆ। ਬਹੁਤ ਵਧੀਆ ਤਰੀਕੇ ਦੇ ਨਾਲ ਗਿਆਨੀ ਜੀ ਨੇ ਸਾਨੂੰ ਐਕਸਪਲੇਨ ਕੀਤਾ। ਮੈਂ ਸ਼ੋਰ ਹਾਂ ਕਿ ਸਾਡੇ ਕੋਲ ਬਹੁਤ ਕੁਝ ਪੁੱਛਣ ਗਿੱਛਣ ਹੋਊਗਾ ਜੀ ਇਸ ਚੀਜ਼ ਬਾਰੇ, ਜਾਂ ਹਲਚਲ ਤਾਂ ਦਿਮਾਗ ਜ਼ਰੂਰ ਆਉਂਦੀ ਹੈ। ਜਿੰਨੀ ਵਿਆਖਿਆ ਕੀਤੀ ਹੈ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਵੀ ਹੁੰਦੇ ਆ, ਤੇ ਸਾਨੂੰ ਕਰ ਵੀ ਲੈਣੇ ਚਾਹੀਦੇ ਆ, ਔਰ ਸਾਨੂੰ ਇੱਥੇ ਸ਼ੇਅਰ ਵੀ ਕਰਨੇ ਚਾਹੀਦੇ ਜਿੱਦਾਂ ਜਿੱਦਾਂ ਤੁਹਾਡੇ ਵਿਚਾਰ ਹੈਗੇ ਨਾ ਇਹਨਾਂ ਚੀਜ਼ਾਂ ਬਾਰੇ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਦੇ ਬਾਰੇ ਆਪਣੇ ਆਪਣੇ ਜਿਹੜੇ ਵਿਚਾਰ ਆ ਉਹ ਦਿਓ। ਸਾਡੇ ਨਾਲ 2 ਜਾਂ 3 ਜਣੇ ਸਾਡੇ ਨਾਲ ਅਨਮਿਊਟ ਹੈਗੇ ਆ ਜੀ, ਤੇ ਮੈਂ ਉਹਨਾਂ ਨੂੰ ਤੇ ਕੋਲ ਆਉਣਾ, ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਪਿੱਛੇ ਨਾ ਰਹੋ, ਤੁਸੀਂ ਅਨਮਿਊਟ ਹੋ ਕੇ ਜ਼ਰੂਰ ਪੁੱਛੋ, ਆਪਣੇ ਵਿਚਾਰ ਜ਼ਰੂਰ ਦਿਓ। ਅੱਜ ਦੀ ਕਥਾ ਜਾਂ ਸਾਰੀ ਜਿਹੜੀ ਅਸ਼ਟਪਦੀ ਸੀਗੀ ਨਾ, ਇਹਦੇ ਵਿੱਚੋਂ ਬਹੁਤ ਐਜੂਕੇਸ਼ਨਲ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਪੁਰਾਣੀਆਂ ਸੀਗੀਆਂ ਉਹ ਨਵੀਆਂ ਹੋ ਕੇ ਨਵੇਂ ਤਰੀਕੇ ਨਾਲ ਸੋਚਣ ਦੇ ਨਾਲ ਸਾਨੂੰ ਮਿਲ ਰਹੀਆਂ ਜੀ। ਤੇ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰੋ। ਤੇ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਤੂਰ, ਉਹਨਾਂ ਦੇ ਨਾਲ ਮੈਂ ਆਉਣਾ ਜੀ, ਤੇ ਉਹ ਤੇ ਕਹਾਂ ਮੋਹਣੀ ਜੀ ਆਉਣਾ ਚਾਹੁੰਦੇ ਆ, ਤੇ ਉਹਨਾਂ ਦੇ ਨਾਲ ਦਵਿੰਦਰ ਸਿੰਘ ਤੂਰ। ਵਾਹਿਗੁਰੂ ਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਵਿਆਖਿਆ ਕੀਤੀ ਹੈ ਗੁਣਾਂ ਦੀ, ਰਜੋਗੁਣ, ਤਮੋਗੁਣ, ਸਤੋਗੁਣ, ਬਹੁਤ ਸੋਹਣੀ ਕੀਤੀ ਹੈ। ਤੇ ਜਿਵੇਂ ਤੁਸੀਂ ਸਤੋਗੁਣ ਬਾਰੇ ਕਿਹਾ, ਤਿਆਗ ਕਰਨਾ, ਆਪਾਂ ਧਾਰਮਿਕ ਬੁੱਕਾਂ ਵਿੱਚ ਆਮ ਹੀ ਪੜ੍ਹਦੇ ਹਾਂ। ਜਦੋਂ ਆਪਾਂ ਕਿਸੇ ਦੀ ਪ੍ਰਸ਼ੰਸਾ ਕਰਨੀ ਹੋਵੇ, ਅਸੀਂ ਉੱਥੇ ਇਹ ਲਫ਼ਜ਼ ਪੜ੍ਹਦੇ ਹਾਂ ਕਿ ਇਹ ਬੰਦਾ ਬਹੁਤ ਸਤੋਗੁਣੀ ਹੈ। ਹਾਂਜੀ, ਤੇ ਉਹਦੇ ਬਾਰੇ ਥੋੜਾ ਜਿਹਾ ਦੁਬਾਰਾ ਦੱਸ ਦਿਓ। ਤੇ ਇੱਕ ਹੋਰ ਹੈ ਗੁਰ ਭਾਈ, ਉਹ ਕਈ ਵਾਰ ਪੜ੍ਹਿਆ ਤੇ ਉਹ ਸਮਝ ਨਹੀਂ ਆਉਂਦੀ, ਗੁਰ ਭਾਈ ਦਾ ਮਤਲਬ ਕੀ ਹੈ। ਧੰਨਵਾਦ। ਗੁਰ ਭਾਈ ਦਾ ਮਤਲਬ ਹੈਗਾ ਵੀ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ 2 ਬੰਦੇ, ਜਿਵੇਂ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਤੇ ਮੈਂ ਵੀ। ਠੀਕ ਹੈ, ਬਿਲਕੁਲ ਠੀਕ ਹੈ ਜੀ। ਤੇ ਜਿਹੜਾ ਤੁਸੀਂ ਸਤੋਗੁਣ ਕਿਹਾ ਹੈ, ਉਹ ਉੱਥੇ ਜਿਹੜਾ ਵਰਤਦੇ ਨੇ ਨਾ, ਉਹਦਾ ਮੇਰੇ ਵਾਲੀ ਵਿਆਖਿਆ ਦੇ ਨਾਲ ਸੰਬੰਧ ਨਹੀਂ ਹੁੰਦਾ। ਉੱਥੇ ਸਤੋਗੁਣੀ ਦਾ ਮਤਲਬ ਹੁੰਦਾ ਵੀ ਇਹ ਸੰਤੋਖੀ ਬੰਦਾ ਹੈ। ਉੱਥੇ ਸਤੋਗੁਣੀ ਦਾ ਮਤਲਬ ਹੁੰਦਾ ਵੀ ਸ਼ਾਂਤ ਬੰਦਾ ਹੈ, ਵੀ ਇਹਦੇ ਜੀਵਨ ਦੇ ਵਿੱਚ ਗੁੱਸਾ ਗਿਲਾ ਨਹੀਂ ਹੈ, ਔਰ ਇਹ ਸੰਤੋਖੀ ਬੰਦਾ ਹੈ। ਉੱਥੇ ਉਹਦਾ ਭਾਵ ਇਹ ਹੁੰਦਾ। ਧੰਨਵਾਦ ਜੀ। ਧੰਨਵਾਦ। ਧੰਨਵਾਦ ਜੀ ਦਵਿੰਦਰ ਸਿੰਘ ਜੀ। ਤੇ ਮੋਹਣੀ ਜੀ ਤੁਸੀਂ ਅਨਮਿਊਟ ਹੋ, ਉਹਦੇ ਬਾਅਦ ਚ ਮੈਂ ਨਰਿੰਦਰ ਸਿੰਘ ਜੀ ਕੋਲ ਆਊਂਗਾ। ਹਾਂਜੀ ਮੋਹਣੀ ਜੀ। ਗੁਰੂ ਫਤਿਹ ਜੀ ਸਾਰਿਆਂ ਨੂੰ। ਗਿਆਨੀ ਜੀ ਗੁਰੂ ਫਤਿਹ। ਮੈਂ ਪੁੱਛਣਾ ਚਾਹ ਰਹੀ ਸੀ ਜੀ, ਚੌਥੇ ਪਦੇ ਵਿੱਚ ਜੇ ਹੈਗਾ ਨਿਰਮਲ ਪੁਰਖ ਪੁਰਖ, ਉਹ ਇੱਕ ਦੇ ਖੱਖੇ ਦੇ ਥੱਲੇ ਅੰਕੜ ਲੱਗੀ ਹੋਈ ਹੈ, ਦੂਸਰੇ ਦੇ ਨਹੀਂ ਲੱਗੀ ਹੋਈ, ਇਹਦੇ ਚ ਕੋਈ ਡਿਫਰੈਂਸ ਹੈਗਾ? ਇੱਕ ਮਿੰਟ ਭੈਣ, ਮੈਂ ਉਹ ਸ਼ਬਦ ਕੱਢ ਰਹਾ। ਨਿਰਮਲ ਹਾਂਜੀ, ਪੁਰਖ ਚੌਥਾ ਪਦਾ ਜੀ। ਬਿਨ ਮੈਲ ਕਹੋ ਕਿਆ ਤੋਤਾ ਹੈ, ਅੱਗੇ ਨਾ। ਹਾਂਜੀ ਇਹੀ ਹੈ ਜੀ। ਇੱਕ ਮਿੰਟ, ਉਹ ਨਾ ਉਸ ਅੱਖਰਾਂ ਨਾਲ ਨਿਕਲਿਆ ਨਹੀਂ। ਤਹਿ ਬਿਨ ਮੈਲ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ। ਇੱਕ ਮਿੰਟ ਜੀ ਬਸ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਦੂਜੇ ਪੁਰਖ ਦੇ ਖੱਖੇ ਦੇ ਨਾਲ ਤਾਂ ਨਹੀਂ ਔਂਕੜ ਲੱਗਿਆ, ਕਿਉਂਕਿ ਉਹ ਪੁਰਖ ਔਰ ਪਤ ਦੇ ਵਿੱਚ ਨਾ ਦਾ ਅਕਸ਼ਰ ਜਿਹੜਾ ਉਹ ਸਾਇਲੈਂਟ ਹੈਗਾ, ਪੁਰਖਾਂ ਦਾ ਪਤੀ। ਅੱਛਾ, ਮਤਲਬ ਜੇ ਸੈਕਿੰਡ ਵਾਲਾ ਸੀ ਉਹ ਹੋਏਗਾ। ਉਹਦੇ ਵਿੱਚ ਨਾ ਪੁਰਖ ਔਰ ਪਤ ਦੇ ਵਿਚਕਾਰ ਇੱਕ ਸੰਬੰਧਕੀ ਅੱਖਰ ਹੈਗਾ ਦਾ। ਅੱਛਾ ਜੀ। ਇਸ ਕਰਕੇ ਉਹ ਦਾ ਸ਼ਬਦ ਸਾਇਲੈਂਟ ਹੋਣ ਕਰਕੇ ਪੁਰਖ ਦੇ ਖੱਖੇ ਦਾ ਔਂਕੜ ਹਟ ਗਿਆ। ਅੱਛਾ ਅੱਛਾ ਜੀ। ਹਾਂ, ਥੈਂਕ ਯੂ ਗਿਆਨੀ ਜੀ। ਧੰਨਵਾਦ ਜੀ ਮੋਹਣੀ ਜੀ। ਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਜੱਸੜ ਸਾਹਿਬ, ਤੁਸੀਂ ਆਪਣਾ ਸਵਾਲ ਕਰੋ ਜੀ ਜਾਂ ਵਿਚਾਰ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।
ਮੇਰਾ ਕੁਐਸਚਨ ਸੱਚ ਬਾਰੇ ਹੈ ਜੀ। ਵੀ ਸੱਚ ਜਦੋਂ ਆਪਾਂ ਕਹਿੰਦੇ ਆ, ਹਰੇਕ ਬੰਦੇ ਦਾ ਸੱਚ ਅਲੱਗ-ਅਲੱਗ ਲੈਵਲ ਦੇ ਉੱਤੇ ਹੈ। ਹੁਣ ਮੈਂ ਜਿਵੇਂ ਦੁਬਾਰਾ ਬੋਲੋ, ਤੁਹਾਡੇ ਨਾਲ ਆਵਾਜ਼ ਕੱਟੀ ਗਈ ਸੀ ਮੇਰੇ ਖਿਆਲ ਤੇ ਇੰਟਰਨੈਟ ਦੀ ਪ੍ਰੋਬਲਮ। ਮੇਰਾ ਕਹਿਣ ਦਾ ਮਤਲਬ ਸੀਗਾ ਵੀ ਜਿਹੜਾ ਸੱਚ ਹੈਗਾ ਹਰੇਕ ਬੰਦੇ ਦਾ ਸੱਚ ਅਲੱਗ ਲੈਵਲ ਦੇ ਉੱਤੇ ਹੁੰਦਾ ਹੈ। ਹੁਣ ਮੈਂ ਸੱਚ ਜਿਹੜਾ ਕਰਦਾ ਉਹ ਮੇਰੀ ਨੌਲੇਜ ਮੁਤਾਬਕ ਜਾਂ ਮੇਰੀ ਸਮਝ ਮੁਤਾਬਕ ਹੈ, ਤੇ ਤਰਲੋਚਨ ਸਿੰਘ ਜੀ ਦਾ ਸੱਚ ਇਹਨਾਂ ਦੀ ਨੌਲੇਜ ਮੁਤਾਬਕ ਕਿ ਜੋ ਇਹਨਾਂ ਦੇ ਵਿਚਾਰ ਨੇ ਉਹਨਾਂ ਮੁਤਾਬਕ ਹੈ। ਸੋ ਹਰੇਕ ਬੰਦੇ ਦਾ ਅਲੱਗ-ਅਲੱਗ ਸੱਚ ਅਲੱਗ-ਅਲੱਗ ਲੈਵਲ ਤੇ ਹੁੰਦਾ ਹੈ। ਤੇ ਹੁਣ ਜਿਵੇਂ ਕਰਾਮਾਤਾਂ ਵੱਲ ਜ਼ਿਆਦਾ ਧਿਆਨ ਨਹੀਂ ਹੁੰਦਾ ਹੈਗਾ ਜਾਂ ਉਹਨਾਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ, ਤੇ ਮੈਂ ਸੋਚਦਾ ਵੀ ਉਹ ਸਭ ਝੂਠ ਹੈ। ਤੁਸੀਂ ਵੀ ਸ਼ਾਇਦ ਉਸ ਨੂੰ ਗਵਾਹੀ ਦਿੰਦੇ ਹੋ ਉਸ ਚੀਜ਼ ਦੀ। ਪਰ ਕਈ ਬੰਦੇ ਫਿਰ ਵੀ ਮਤਲਬ ਭਾਵੇਂ ਉਹ ਇੰਨੇ ਸਾਲਾਂ ਤੋਂ ਮਤਲਬ ਗੁਰਬਾਣੀ ਵੀ ਪੜ੍ਹ ਰਹੇ ਆ ਤੇ ਉਹ ਵੀ ਸਭ ਕੁਝ ਕਰ ਰਹੇ ਹੈਗੇ ਆ, ਪਰ ਉਹ ਹਲੇ ਵੀ ਮਤਲਬ ਉਹਨਾਂ ਦਾ ਸੱਚ ਉੱਥੇ ਹੀ ਅੜਿਆ ਹੋਇਆ ਹੈਗਾ ਵੀ ਉਹ ਕਹਿੰਦੇ ਆ ਵੀ ਨਹੀਂ, ਇਹ ਜੋ ਢੰਗ ਨਾਲ ਉਹ ਸੋਚਦੇ ਹੈਗੇ ਵੀ ਸੱਚ ਉੱਥੇ ਹੀ ਹੈ। ਹੁਣ ਉਹਨਾਂ ਦੋ ਵਿਚਾਰਾਂ ਦੀ ਕਿਵੇਂ ਵਿਆਖਿਆ ਹੋ ਸਕਦੀ ਹੈ ਵੀ ਉਹ ਦੋਨੇ ਇੱਕ ਦੂਜੇ ਨਾਲ ਹੋਲੇ ਹੋ ਸਕਣ? ਹਾਂਜੀ, ਮੈਂ ਨਾ ਟਰਾਈ ਕਰਾਂਗਾ ਕਿ ਮੈਂ ਤੁਹਾਡੇ ਸਵਾਲ ਦਾ ਉੱਤਰ ਸਹੀ ਦੇ ਸਕਾਂ, ਪਰ ਮੈਂ ਕਿੰਨਾ ਕਾਮਯਾਬ ਹੋਊਂਗਾ। ਉਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਸੀ। ਸਭ ਤੋਂ ਪਹਿਲਾਂ ਜਿਹੜਾ ਸੀ ਨਾ ਸੱਚ, ਉਹ ਮੰਨਿਆ ਜਾਂਦਾ ਸੀ ਵੀ ਜੋ ਸੁਣਿਆ ਕਿ ਮੈਂ ਸੁਣਿਆ ਹੈ ਯਾਰ, ਮੈਂ ਆਪ ਕੰਨਾਂ ਨਾਲ ਸੁਣਿਆ, ਤੇ ਫਿਰ ਲੋਕ ਕਹਿਣ ਲੱਗੇ ਵੀ ਸੁਣੀ ਸੁਣਾਈ ਗੱਲ ਝੂਠ ਹੋ ਸਕਦੀ ਹੈ। ਫਿਰ ਸੱਚ ਨੂੰ ਪਰਖਣ ਦਾ ਜਿਹੜਾ ਸੀ ਢੰਗ ਆ ਗਿਆ ਵੀ ਅੱਖਾਂ ਦੇ ਨਾਲ ਵੇਖੀ ਜਾਏ ਚੀਜ਼, ਸੁਣੀ ਸੁਣਾਈ ਨਹੀਂ, ਅੱਖਾਂ ਦੇ ਨਾਲ ਵੇਖੀ ਹੋਈ ਚੀਜ਼ ਠੀਕ ਹੈ, ਵੀ ਜੋ ਚੀਜ਼ ਮੇਰੇ ਅੱਖਾਂ ਦੇ ਸਾਹਮਣੇ ਹੋਈ ਹੈ ਉਹ ਸੱਚ ਹੈ। ਪਰ ਅੱਜ ਜਿਹੜਾ ਨਾ ਉਹ ਵੀ ਨਹੀਂ ਮਤਲਬ ਮੰਨਿਆ ਜਾਂਦਾ ਵੀ ਅੱਖਾਂ ਦੇ ਨਾਲ ਵੇਖੀ ਹੋਈ ਚੀਜ਼ ਵੀ ਝੂਠ ਹੋ ਸਕਦੀ ਹੈ। ਜਿਵੇਂ ਕਿ ਆਹੀ ਰੰਦੀ ਆਪਾਂ ਗੱਲ ਕਰ ਰਹੇ ਹਾਂ ਜਾਂ ਸਾਨੂੰ ਆਪ ਵੀ ਪਾਣੀ ਦਿਸਦਾ ਹੈ। ਤਾਂ ਹੁਣ ਜਿਹੜਾ ਅੱਜ ਸੱਚ ਨੂੰ ਪਰਖਣ ਦਾ ਜਿਹੜਾ ਨਾ ਸਾਧਨ ਉਹ ਹੈਗਾ ਕਿ ਜੋ ਚੀਜ਼ ਮੈਂ ਕਹਿ ਰਿਹਾ ਜਾਂ ਕਰ ਰਿਹਾ ਵਾਂ, ਜੋ ਚੀਜ਼ ਮੈਂ ਕਹਿ ਰਿਹਾ ਜਾਂ ਮੰਨ ਰਿਹਾ, ਉਹਨੂੰ ਪ੍ਰੈਕਟੀਕਲ ਕਰਨ ਦੇ ਅੰਦਰ ਵੀ ਉਹ ਉਸੇ ਤਰ੍ਹਾਂ ਦੀ ਹੋਏ, ਉਹਨੂੰ ਅਸੀਂ ਸੱਚ ਕਹਿ ਸਕਦੇ ਹਾਂ। ਜੋ ਚੀਜ਼ ਮੈਂ ਕਹਿ ਰਿਹਾ ਉਹ ਪ੍ਰੈਕਟੀਕਲ ਕਰਨ ਦੇ ਵਿੱਚ ਵੀ ਪੂਰੀ ਉਤਰੇ, ਉਹਨੂੰ ਅਸੀਂ ਸੱਚ ਕਹਿ ਸਕਦੇ ਹਾਂ। ਤਾਂ ਜਿਹੜਾ ਹੁਣ ਕੋਈ ਵੀਰ ਮਤਲਬ ਤੁਸੀਂ ਜਾਂ ਮੈਂ ਹੀ ਆ, ਮੰਨ ਲਓ ਆਪਾਂ ਆਪਣੀ ਕੋਈ ਗੱਲ ਕਰ ਲਈਏ, ਤੁਸੀਂ ਮੈਂ ਕਹਿੰਦਾ ਵੀ ਫਲਾਂ ਬਾਬੇ ਤੋਂ ਮਤਲਬ ਸੇਬ ਲਿਆਂਦੇ ਤੇ ਉਹਨਾਂ ਨਾਲ ਬੇਬੀ ਪੈਦਾ ਹੋ ਗਿਆ। ਤਾਂ ਹੁਣ ਇਸ ਚੀਜ਼ ਨੂੰ ਨਾ ਪਰਖਿਆ ਜਾਏ ਕਿ ਜਿਹੜਾ ਬੰਦਾ ਹੈ ਔਰਤ ਤੇ ਉਹ ਫਿਜ਼ੀਕਲੀ ਰਿਲੇਸ਼ਨ ਨਾ ਬਣਾਉਣ, ਸਿਰਫ ਉਹਨੂੰ ਸੇਬ ਖਵਾਏ ਜਾਣ, ਤੇ ਜੇ ਸੇਬ ਖਵਾਉਣ ਨਾਲ ਬੱਚੇ ਪੈਦਾ ਹੋ ਜਾਣ ਤਾਂ ਫਿਰ ਸਮਝ ਲਓ ਵੀ ਸੱਚ ਹੈ। ਤੇ ਜੇ ਪ੍ਰੈਕਟੀਕਲ ਵਿੱਚ ਪੂਰਾ ਨਹੀਂ ਉਤਰਿਆ ਤਾਂ ਉਹ ਝੂਠ ਹੈ। ਇਸ ਲਈ ਜਿਹੜੀ ਵੀ ਚੀਜ਼ ਉਹ ਪ੍ਰੈਕਟੀਕਲੀ ਵੀ ਪੂਰੀ ਉਤਰਦੀ ਹੋਵੇ ਨਾ, ਜੋ ਅਸੀਂ ਕਹਿ ਰਹੇ ਹਾਂ ਉਹਨੂੰ ਅਸੀਂ ਸੱਚ ਕਹਿ ਸਕਦੇ ਹਾਂ। ਤਾਂ ਜਿਵੇਂ ਦੋ ਡਿਫਰੈਂਟ ਚੀਜ਼ਾਂ ਨੇ, ਮੇਰੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਉਹ ਪ੍ਰੈਕਟੀਕਲੀ ਕਿਹੜੀ ਚੀਜ਼ ਪੂਰੀ ਉਤਰੇਗੀ ਉਹ ਸੱਚ ਹੋ ਸਕਦੀ ਹੈ। ਮੈਨੂੰ ਐਵੇਂ ਸਮਝ ਆਉਂਦੀ ਹੈ। ਜਿਵੇਂ ਕਰਾਮਾਤਾਂ ਦੀ ਕੋਈ ਗੱਲ ਕਰਦਾ ਹੈ ਤਾਂ ਫਿਰ ਉਹ ਕਰਾਮਾਤ ਕਰਕੇ ਵਿਖਾ ਵੀ ਦੇਵੇ 2 ਮਿੰਟ ਵਾਸਤੇ। ਹੁਣ ਜੰਤਰਾਂ ਮੰਤਰਾਂ ਦੀ ਗੱਲ ਹੈ ਵੀ ਫਲਾਂ ਬਾਬੇ ਕੋਲ ਮੰਤਰ ਹੈ, ਤਾਂ ਉਹ ਮੈਂ ਇੱਕ ਨਿੱਕਾ ਜਿਹਾ ਢੱਕਣ ਹੈਗਾ ਚਾਕਲੇਟਾਂ ਦਾ, ਇਹ ਰੱਖ ਦੇਣਾ ਵਾ ਤੇ ਇਹਨੂੰ ਮੰਤਰ ਨਾਲੋਂ 3 ਮਿੰਟ ਵਾਸਤੇ ਹਵਾ 'ਚ ਉਡਾ ਦੇਵੇ ਆਮ ਜਨਤਾ ਦੇ ਸਾਹਮਣੇ, ਆਪਣੀ ਸਟੇਜ ਤੇ ਨਹੀਂ, ਕਿਉਂਕਿ ਉਹ ਤੇ ਸਟੇਜ ਤੇ ਉਹਨਾਂ ਦੀਆਂ ਚਲਾਕੀਆਂ ਹੁੰਦੀਆਂ ਨੇ। ਤਾਂ ਜਦੋਂ ਇਸ ਤਰ੍ਹਾਂ ਕਰਨਗੇ ਤੇ ਫਿਰ ਉਹ ਪੂਰਾ ਨਹੀਂ ਉਤਰੇਗਾ। ਤਾਂ ਅਸੀਂ ਕਹਿ ਸਕਦੇ ਹਾਂ ਉਹ ਚੀਜ਼ ਜੋ ਅਸੀਂ ਕਹਿ ਰਹੇ ਹਾਂ ਜਾਂ ਸਮਝ ਰਹੇ ਹਾਂ, ਪ੍ਰੈਕਟੀਕਲ ਕਰਨ ਦੇ ਵਿੱਚ ਵੀ ਜੇ ਉਸੇ ਤਰ੍ਹਾਂ ਉਤਰਦੀ ਉਹ ਸੱਚ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੇਰਾ ਮਤਲਬ ਮੈਂ ਤੁਹਾਡੀ ਵਿਚਾਰਾਂ ਨਾਲ ਮਤਲਬ ਪੂਰਾ ਵਿਸ਼ਵਾਸ ਕਰਦਾ ਵੀ ਠੀਕ ਨੇਗੇ, ਪਰ ਮੇਰਾ ਖਿਆਲ ਇੱਕ ਵੀ ਇਹ ਵੀ ਕਹਿੰਦਾ ਹੈਗਾ ਵੀ ਜਦੋਂ ਉਹ ਇੱਕ ਅਰਦਾਸ ਕਰਦੇ ਹੈਗੇ ਆ ਗੁਰੂ ਜੀ ਸਾਹਮਣੇ, ਤਾਂ ਉਹ ਹੋ ਸਕਦਾ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਕੰਫੀਡੈਂਸ ਪੈਦਾ ਹੁੰਦਾ ਵੀ ਮੈਂ ਹੁਣ ਮੇਰੇ ਨਾਲ ਗੁਰੂ ਹੈਗਾ ਤੇ ਮੈਂ ਇਹ ਕੰਮ ਕਰਾਂ ਤੇ ਮੇਰਾ ਕੰਮ ਜਾਓ। ਉਹ ਮਿਹਨਤ ਵੀ ਕਰਦੇ ਹੈ ਤੇ ਅਰਦਾਸ ਵੀ ਕਰਦੇ ਹੈ, ਮਤਲਬ ਉਹਨਾਂ ਦਾ ਇਹ ਉਹ ਜਿਹੜਾ ਬਿਲੀਫ ਸਿਸਟਮ ਹੈ ਨਾ, ਉਹ ਜਿਹੜਾ ਬਿਲੀਫ ਸਿਸਟਮ ਹੈ, ਕੰਮ ਉਹਨਾਂ ਨੇ ਆਪ ਕਰਨਾ ਹੁੰਦਾ। ਉਹਨਾਂ ਦੇ ਅੰਦਰ ਨਾ ਇੱਕ ਵਿਲ ਪਾਵਰ ਪੈਦਾ ਹੋ ਜਾਂਦੀ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ। ਬਿਲੀਫ ਸਿਸਟਮ ਹੈਗਾ। ਤੇ ਉਹ ਜਿਵੇਂ ਸਾਡੇ ਸਬਕੌਂਸ਼ੀਅਸ, ਇੱਕ ਨਾ ਕਿਤਾਬ ਹੈਗੀ ਹੈ ਪਾਵਰ ਆਫ ਯੂਰ ਸਬਕੌਂਸ਼ੀਅਸ ਮਾਈਂਡ, ਤੇ ਉਹ ਬਿਲੀਫ ਸਿਸਟਮ ਹੈਗਾ। ਤੇ ਉਹ ਇੱਕ ਅਲੱਗ ਸਿਸਟਮ ਹੈ ਵੀ ਉਹ ਤਾਂ ਹੈ ਵੀ ਜੇ ਉਹ ਇਹ ਗੱਲ ਕਹਿਣ
ਕਿ ਇਹ ਕੰਮ ਸਿਰਫ ਇਹ ਸ਼ਬਦ ਪੜਨ ਨਾਲ ਹੀ ਹੋ ਜਾਣਾ ਹੈ, ਫਿਰ ਉਹ ਕੰਮ ਕਰਨ ਨਾ। ਹੁਣ ਦੇਖੋ, ਜਦੋਂ ਤੁਸੀਂ ਕੋਈ ਗੱਲ ਕੀਤੀ, ਅਰਦਾਸ ਕੀਤੀ ਔਰ ਨਾਲ ਤੁਸੀਂ ਕੰਮ ਵੀ ਕਰ ਰਹੇ ਹੋ, ਤਾਂ ਫਿਰ ਜਾਂ ਤਾਂ ਨਾ ਇਹ ਕਰੋ ਕਿ ਹੁਣ ਕਈ ਲੋਕ ਕਹਿੰਦੇ ਵੀ ਨਹੀਂ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਤਾਂ ਇਹ ਚੀਜ਼ ਮਿਲੀ ਹੈ। ਇਹਨੂੰ ਨਾ ਹੁਣ ਪ੍ਰੈਕਟੀਕਲ ਕਰਨਾ ਹੈ। ਸਪੋਜ਼ ਕਿ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੈ ਕਿ ਮੈਨੂੰ ਇੰਗਲੈਂਡ ਮੈਂ ਪੱਕਾ ਹੋਵਾਂਗਾ, ਮੇਰੀ ਕਿਸਮਤ 'ਚ ਲਿਖਿਆ ਮੈਂ ਇੰਗਲੈਂਡ ਪੱਕਾ ਹੋਣਾ ਹੈ, ਤਾਂ ਫਿਰ ਮੈਨੂੰ ਚਾਹੀਦਾ ਹੈ ਮੈਂ ਪਾਸਪੋਰਟ ਨਾ ਬਣਵਾਵਾਂ, ਮੈਂ ਕਿਤੋਂ ਸਪਾਂਸਰ ਵਗੈਰਾ ਨਾ ਮੰਗਾਵਾਂ, ਕੁਝ ਵੀ ਨਾ ਕਰਾਂ, ਕਿਉਂਕਿ ਕਿਸਮਤ ਵਿੱਚ ਲਿਖਿਆ ਹੈ ਵੀ 21 ਮਾਰਚ ਨੂੰ ਮੈਂ ਜਾਂ 21 ਅਪ੍ਰੈਲ ਨੂੰ ਮੈਂ ਇੰਗਲੈਂਡ ਚਲੇ ਜਾਣਾ, ਤੇ 20 ਅਪ੍ਰੈਲ ਨੂੰ ਮੈਂ ਰਾਤ ਇੰਡੀਆ ਸਵਾਂ ਤੇ ਸਵੇਰੇ 21 ਅਪ੍ਰੈਲ ਨੂੰ ਜਾਗਾਂ ਤੇ ਮੈਂ ਇੰਗਲੈਂਡ ਪੱਕਾ ਹੋਵਾਂ, ਮੇਰੇ ਕੋਲ ਪਾਸਪੋਰਟ ਵੀ ਪਿਆ ਹੋਵੇ, ਮੈਂ ਇੰਗਲੈਂਡ ਵੀ, ਕਿਉਂਕਿ ਕਿਸਮਤ ਵਿੱਚ ਲਿਖਿਆ ਹੈ। ਇਹਨੂੰ ਕਹਿੰਦੇ ਨੇ ਪ੍ਰੈਕਟੀਕਲੀ। ਹੁਣ ਮੈਂ ਕਹਿਤਾ ਵੀ ਮੇਰੀ ਕਿਸਮਤ ਵਿੱਚ ਲਿਖਿਆ ਹੈ ਤੇ ਫਿਰ ਨਾਲ ਮੈਂ ਭੱਜ ਨੱਸ ਵੀ ਕਰ ਰਿਹਾ, ਪਾਸਪੋਰਟ ਵੀ ਬਣਵਾ ਰਿਹਾ, ਵੀਜ਼ਾ ਵੀ ਲਗਵਾਉਣ ਲਈ ਭੱਜ ਨੱਸ ਕਰ ਰਿਹਾ, ਸਪਾਂਸਰ ਮੰਗ ਰਿਹਾ, ਬੈਂਕ ਬੈਲੈਂਸ ਬਣਾ ਰਿਹਾ, ਔਰ ਮੈਂ ਮਤਲਬ ਏਜੰਟਾਂ ਕੋਲ ਵੀ ਜਾ ਰਿਹਾ ਵਾਂ, ਕੰਮ ਤੇ ਉਹਦੇ ਕਰਕੇ ਹੋ ਰਿਹਾ। ਤਾਂ ਪ੍ਰੈਕਟੀਕਲ ਦਾ ਮਤਲਬ ਹੈਗਾ ਵੀ ਜੇ ਅਸੀਂ ਕਿਸਮਤ ਨੂੰ ਮੰਨ ਰਹੇ ਹਾਂ ਤਾਂ ਸਿਰਫ ਕਿਸਮਤ ਦੀ ਗੱਲ ਕਰੋ, ਬਾਕੀ ਕੰਮ ਨਾ ਕਰੋ। ਤੁਹਾਡੀ ਕਿਸਮਤ ਵਿੱਚ ਪਰੌਂਠੇ ਲਿਖੇ ਨੇ ਸਵੇਰੇ, ਤਾਂ ਫਿਰ ਤੁਸੀਂ ਆਲੂ ਨਾ ਲਿਆਓ, ਗੋਭੀ ਨਾ ਲਿਆਓ, ਘਰ ਵਾਲੀ ਨੂੰ ਨਾ ਕਹੋ ਵੀ ਪਰੌਂਠੇ ਬਣਾ, ਵੀ ਕਿਸਮਤ 'ਚ ਲਿਖੇ ਨੇ। ਸਵੇਰੇ ਦਰਵਾਜ਼ਾ ਖੋਲੋਗੇ, ਗਰਮ ਗਰਮ ਪਰੌਂਠੇ ਤੁਹਾਡੇ ਬੈੱਡ ਤੇ ਆ ਜਾਣਗੇ। ਪਰ ਐਵੇਂ ਹੁੰਦਾ ਨਹੀਂ ਨਾ, ਇਹਨੂੰ ਮੈਂ ਪ੍ਰੈਕਟੀਕਲ ਕਹਿ ਰਿਹਾ। ਬਿਲਕੁਲ ਠੀਕ ਹੈ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਪਰ ਮੇਰਾ ਮਤਲਬ ਇਹ ਸੀ ਜਿਹੜੇ ਹੁਣ ਆਪਣੇ ਮਤਲਬ ਖਾਰਾ ਹੋ ਜਾਂਦਾ ਹੈ ਵੀ ਉਹ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦਾ, ਅਸੀਂ ਇਸ ਦੇ ਵਿੱਚ, ਉਹ ਫਿਰ ਨਾ ਡਾਇਵਰਸ਼ਨਸ ਹੋਈਆਂ ਜਾਂਦੀਆਂ, ਇੱਕ ਦੂਜੇ ਦੇ ਕਲੋਜ਼ ਆਉਣ ਦੀ ਖਾਤਰ ਆਪਾਂ ਵਿਖਰਦੇ ਜਾ ਰਹੇ ਹਾਂ। ਮੇਰਾ ਮਤਲਬ ਸੀਗਾ ਕਿ ਉਹ ਸਿਰਫ ਅਰਦਾਸ ਕਰਨੀ ਇੱਕ ਕੌਨਫੀਡੈਂਸ ਕ੍ਰੀਏਟ ਕਰਦਾ ਹੈਗਾ, ਹੋਰ ਕੁਝ ਨਹੀਂ ਕਰਦਾ। ਉਹਦੇ ਨਾਲ ਤੁਹਾਨੂੰ ਮਿਹਨਤ ਵੀ ਜ਼ਰੂਰ ਕਰਨੀ ਪੈਂਦੀ ਹੈ, ਤੁਸੀਂ ਆਪਣਾ ਪੂਰਾ ਜ਼ੋਰ ਲਾਉਂਦੇ ਹੋ। ਜਦੋਂ ਤੁਸੀਂ ਅਰਦਾਸ ਕਰਦੇ ਫਿਰ 110% ਜ਼ੋਰ ਲਾਉਂਦੇ ਕੰਮ ਕਰਾਉਣ ਦੇ। ਅਸਲ ਦੇ ਵਿੱਚ ਨਾ ਜਿਹੜੀ ਸਾਡੀ ਅਰਦਾਸ ਸੀ, ਅਸੀਂ ਜਸਲ ਸਾਹਿਬ, ਅਸੀਂ ਨਾ ਅਰਦਾਸ ਨੂੰ ਦਾ ਜਿਹੜਾ ਸਾਡਾ ਕਨਸੈਪਟ ਸੀ ਨਾ, ਉਹਨੂੰ ਗਵਾ ਬੈਠੇ ਆ। ਅਰਦਾਸ ਸਾਡੀ ਸੀ ਇੱਕ ਪ੍ਰੋਮਿਸ, ਜਿਵੇਂ ਕੋਈ ਐਮਐਲਏ ਐਮਪੀ, ਜਿਵੇਂ ਨਾ ਅਸੀਂ ਇੱਥੇ ਆਪਣਾ ਇੰਗਲੈਂਡ ਪੱਕੇ ਹੋਏ, ਸਿਟੀਜ਼ਨਸ਼ਿਪ ਲਈ, ਤੁਸੀਂ ਵੀ ਲਈ ਮੈਂ ਵੀ ਲਈ, ਤੇ ਜਿੱਦਣ ਸਾਨੂੰ ਸਿਟੀਜ਼ਨਸ਼ਿਪ ਮਿਲੀ ਤਾਂ ਕੋਈ ਵੀ ਨੁਮਾਇੰਦਾ ਆਇਆ, ਉਹਨੇ ਅੱਗੇ ਪੜਿਆ ਤੇ ਅਸੀਂ ਉਹਦੇ ਪਿੱਛੇ ਕਸਮ ਚੁੱਕੀ, ਉਹ ਅੱਗੇ ਅੱਗੇ ਬੋਲਦਾ ਗਿਆ, ਅਸੀਂ ਪਿੱਛੇ ਪੇ ਅਸੀਂ ਇਸ ਦੇਸ਼ ਤੇ ਵਫਾਦਾਰ ਰਵਾਂਗੇ, ਕਾਨੂੰਨ ਦਾ ਪਾਲਣ ਕਰਾਂਗੇ, ਦੂਜਾ ਤੀਜਾ ਜੋ ਵੀ ਅਸੀਂ ਕਸਮ ਚੁੱਕੀ ਨਾ, ਐਵੇਂ ਅਰਦਾਸ ਸਾਡੀ ਇੱਕ ਕਸਮ ਹੈਗੀ। ਭਾਈ ਜੀ ਅਰਦਾਸ ਕਰਦੇ ਨੇ 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹੁਣ ਇਹ ਵਾਹਿਗੁਰੂ ਕਿਉਂ ਬੁਲਵਾਇਆ ਜਾ ਰਿਹਾ ਹੈ? ਵਾਹਿਗੁਰੂ ਬੋਲਣ ਦਾ ਮੀਨਿੰਗ ਇਹ ਹੈਗਾ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਇਹ ਪ੍ਰੋਮਿਸ ਕਰਨਾ ਕਿ ਮੈਂ 10 ਪਾਤਸ਼ਾਹਾਂ ਦਾ ਪਾਠ ਦੀਦਾਰ ਕਰਾਂਗਾ, ਮਤਲਬ ਇਹਦੇ ਮੁਤਾਬਕ ਜ਼ਿੰਦਗੀ ਜੀਵਾਂ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਦਾ ਮਤਲਬ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਨਾ ਕਿ ਮੈਂ ਆਪਣਾ ਧਿਆਨ ਤਖਤਾਂ ਤੋਂ ਔਰ ਗੁਰਦੁਆਰਿਆਂ ਤੋਂ ਲਾਂਭੇ ਲੈ ਕੇ ਨਹੀਂ ਜਾਵਾਂਗਾ, ਪਰ ਅਸੀਂ ਡੇਰਿਆਂ ਤੇ ਫਿਰਨੇ ਆ। 5 ਪਿਆਰਿਆਂ 4 ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਣ ਦਾ ਮਤਲਬ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਨਾ ਕਿ ਮੈਂ 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ ਵਰਗੀ ਜ਼ਿੰਦਗੀ ਜੀਵਾਂਗਾ। ਅਸੀਂ ਇਹ ਚੀਜ਼ ਛੱਡ ਗਏ ਤੇ ਅਸੀਂ ਮੰਗਾਂ ਤੱਕ ਗਏ, ਉਹਦਾ ਜਿਹੜਾ ਸੀ ਨਾ ਸਿਸਟਮ, ਉਹ ਅਸੀਂ ਵਿਗਾੜ ਬੈਠੇ ਆ, ਨਹੀਂ ਤੇ ਬੜਾ ਵਧੀਆ ਸੀ। ਥੈਂਕ ਯੂ, ਸੌਰੀ ਮੈਂ ਟਾਈਮ ਲੈ ਲਿਆ ਤੁਹਾਡਾ। ਥੈਂਕ ਯੂ ਸੋ ਮਚ। ਨਹੀਂ ਕੋਈ ਗੱਲ ਨਹੀਂ ਜੀ, ਵਧੀਆ ਜੀ। ਇਹ ਤਾਂ ਜ਼ਰੂਰੀ ਨੇ ਚੀਜ਼ਾਂ, ਜ਼ਰੂਰ ਕਲੈਰਿਟੀ ਚਾਹੀਦੀ ਇਹਨਾਂ ਚੀਜ਼ਾਂ ਦੀ, ਜਿੰਨਾ ਵੀ ਤੁਸੀਂ ਸਪਸ਼ਟ ਕਰ ਸਕੋ, ਜਿੰਨਾ ਸਾਡੇ ਦਿਮਾਗ ਦੇ ਵਿੱਚੋਂ ਜਿਹੜਾ ਪਹਿਲੀ ਮਨੌਤ ਭਰੀ ਹੈ ਉਹ ਨਿਕਲ ਸਕੇ, ਉਹ ਜਿੰਨਾ ਵੀ ਟਾਈਮ ਮੰਗਦੀ। ਸਾਡੇ ਕੋਲ ਬਹੁਤ ਟਾਈਮ ਹੈਗਾ ਜੀ ਇਸ ਚੀਜ਼ਾਂ ਬਾਰੇ, ਤੇ ਆਪਾਂ ਚਾਹੁੰਦੇ ਹਾਂ ਵੀ ਹਰ ਕੋਈ ਇਹਨਾਂ ਬਾਰੇ ਡਿਸਕਸ ਕਰੇ। ਕੁਲਦੀਪ ਕੌਰ ਜੀ, ਤੁਸੀਂ ਵੀ ਅਨਮਿਊਟ ਹੈ, ਤੁਸੀਂ ਆਪਣੀ ਕੋਈ ਯਾਨੀ ਤੁਸੀਂ ਉਹ ਸ਼ਬਦ ਬੋਲਿਆ ਸੀ ਬਾਜੀਗਰ ਬਾਜੀਗਰ ਪਾਈ, ਉਹ ਵਾਲੇ ਸ਼ਬਦ ਦੀ ਪਹਿਲੀ ਬਾਜੀਗਰ ਜੈਸੇ ਬਾਜੀ ਪਾਈ, ਇਹ ਪਹਿਲੀ ਪੰਕਤੀ ਉਹਦੀ। 1 ਮਿੰਟ ਹੋਲਡ ਕਰਿਓ। ਬਾਜੀਗਰ ਜੈਸੇ ਬਾਜੀ ਪਾਈ, ਆਈ ਸੀ ਬਾਜੀ ਪਾਈ, ਠੀਕ ਹੈ। ਇਹਦੇ ਨਾਲ ਤੁਹਾਨੂੰ ਸਾਰਾ ਸ਼ਬਦ ਲੱਭੇ ਹੋਣਾ ਜੀ। ਥੈਂਕ ਯੂ। ਥੈਂਕ ਯੂ। ਜੀਤ ਕੌਰ ਜੀ, ਤੁਸੀਂ ਅਨਮਿਊਟ ਆ, ਤੁਸੀਂ ਵੀ ਕਰ ਲਓ ਆਪਣਾ ਜੀ। ਮੈਂ ਵੀ ਇਹੀ ਕਹਿਣਾ ਸੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਅਰਦਾਸ ਜਿਸ ਤਰ੍ਹਾਂ ਸਮਝਾਈ ਹੈ ਨਾ, ਬਿਲਕੁਲ ਠੀਕ ਹੈ। ਅਸੀਂ
ਆਈ ਥਿੰਕ ਥੋੜਾ ਜਿਹਾ ਸਾਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਭਾਈਆਂ ਨੂੰ ਕਹਿੰਦੇ ਆ ਗੁਰਦੁਆਰੇ ਵੀ ਤੁਸੀਂ ਸਾਡੇ ਲਈ ਅਰਦਾਸ ਕਰੋ। ਉਲਟਾ ਅਗਰ ਭਾਈ ਅਗਰ ਪੜ੍ਹੇ ਲਿਖੇ ਹੋਣ ਤੇ ਉਹ ਕਹਿ ਸਕਦੇ ਨਹੀਂ ਤੁਸੀਂ ਅਰਦਾਸ ਆਪੇ ਕਰਨੀ ਹੈ, ਕਿਉਂਕਿ ਤੁਸੀਂ ਸੋਚਦੇ ਹੋ ਕਿ ਵੀ ਮੇਰੇ ਅਰਦਾਸ ਕਰਨ ਨਾਲ ਤੁਹਾਨੂੰ ਮਿਲ ਜਾਏਗਾ, ਨਹੀਂ ਤੁਸੀਂ ਆਪ ਅਰਦਾਸ ਕਰੋ, ਹੋ ਸਕਦਾ ਤੁਹਾਡੀ ਸੁਣੀ ਜਾਏ, ਮੇਰੀ ਨਾ ਵੀ ਸੁਣੀ ਜਾਏ। ਪਰ ਸਾਡੇ ਜਿਹੜਾ ਸਿਸਟਮ ਬਣ ਗਿਆ ਹੱਥਾਂ 'ਚ ਪੈਸੇ ਦੇ ਕੇ ਤੇ ਭਾਈਆਂ ਕੋਲੋਂ ਅਰਦਾਸ ਕਰਾਉਣਾ, ਇਹ ਸਭ ਇਹ ਵੀ ਸੁਧਾਰ ਵਾਸਤੇ ਲੋੜ ਹੈਗੀ ਹੈ ਇੱਥੇ ਵੀ। ਬਿਲਕੁਲ ਠੀਕ ਹੈ। ਤੇ ਨਾ ਪਿੱਛੇ ਘਟਨਾ ਘਟੀ ਸੀ, ਉਹ ਕਈ ਵਾਰੀ ਨਾ ਇੱਕ ਬੀਬੀ ਗਈ ਤੇ ਜਾ ਕੇ ਗਿਆਨੀ ਜੀ ਨੂੰ ਕਹਿੰਦੀ, ਗਿਆਨੀ ਜੀ ਅਰਦਾਸ ਕਰ ਦੋ, ਮੀਤ ਗ੍ਰੰਥੀ ਸੀ। ਕਹਿੰਦਾ ਕਾਦੀ? ਕਹਿੰਦੀ ਵੀ ਸਾਡੇ ਘਰ ਨਾ ਬੇਟਾ ਹੋਏ। ਕਹਿੰਦਾ ਵੀ ਭੈਣਾ ਵੀ ਤੁਸੀਂ ਭੈਣ ਜੀ ਤੁਸੀਂ ਆਪ ਕਰ ਲਓ ਅਰਦਾਸ। ਉਹ ਕਹਿੰਦੇ ਨਹੀਂ ਗਿਆਨੀ ਜੀ ਤੁਹਾਡੀ ਡਿਊਟੀ ਤੁਸੀਂ ਕਰ ਦੋ। ਉਹ ਕਹਿੰਦਾ ਨਹੀਂ ਭੈਣ ਵੀ ਜੇ ਬੇਟੇ ਦੀ ਅਰਦਾਸ ਕਰਨੀ ਫਿਰ ਤੁਸੀਂ ਆਪ ਕਰ ਲਓ, ਤੇ ਮੈਂ ਨਹੀਂ ਕਰ ਸਕਦਾ, ਵੀ ਮੇਰੀ ਅਰਦਾਸ ਨਾਲ ਬੇਟਾ ਨਹੀਂ ਹੋਣਾ, ਮੈਂ ਨਹੀਂ ਕਰਨੀ, ਤੁਸੀਂ ਆਪ ਕਰ ਲਓ। ਉਹ ਕੋਲ ਖਲੋਤੇ ਸੀ, ਉਹ ਕਹਿੰਦੀ ਵੀ ਤੁਸੀਂ ਇਹ ਨਹੀਂ ਕਰਦਾ, ਤੂੰ ਹੈਡ ਗ੍ਰੰਥੀ ਨੂੰ ਸੱਦ ਲੈ। ਉਹ ਕਹਿੰਦੀ ਚੱਲ ਹੈਡ ਗ੍ਰੰਥੀ ਨੂੰ ਬੁਲਾ ਲਓ। ਤੇ ਉਹ ਕਹਿੰਦਾ ਵੀ ਬੀਬੀ ਹੈਡ ਗ੍ਰੰਥੀ ਤੂੰ ਹੀ ਨਾ ਕਰਾ, ਤੂੰ ਆਪ ਕਰਵਾ ਲੈ, ਹੈਡ ਗ੍ਰੰਥੀ ਨਾਲ ਵੀ ਨਹੀਂ ਗੱਲ ਬਣਨੀ। ਕਹਿੰਦੀ ਕਿਉਂ? ਕਹਿੰਦਾ ਬੀਬੀ 2 ਕੁੜੀਆਂ ਮੇਰੀਆਂ ਨੇ, 3 ਹੈਡ ਗ੍ਰੰਥੀ ਦੀਆਂ ਨੇ। ਇਹ ਗੱਲ ਸਮਝ ਗਏ ਮੇਰੀ ਗੱਲ ਨਾ? ਹਾਂਜੀ ਹਾਂਜੀ ਇਹ ਸੱਚੀ ਗੱਲ ਹੈ ਕਰਾਣਾ ਹੈ, 2 ਤੇ ਕੁੜੀਆਂ ਮੇਰੀਆਂ ਨੇ, 3 ਹੈਡ ਗ੍ਰੰਥੀ ਦੀਆਂ ਨੇ। ਵੀ ਅਸੀਂ ਯਾਨੀ ਕਹਿਣ ਦਾ ਮਤਲਬ ਅਸੀਂ ਨਾ ਕਈ ਥਾਵਾਂ ਤੇ ਥੋੜੇ ਜੇ ਉਲਝੇ ਆ। ਦੂਜੀ ਗੱਲ ਜਿਹੜੀ ਅਰਦਾਸ, ਇਹਦਾ ਮਤਲਬ ਇਹ ਨਾ ਸਮਝੋ ਕਿ ਮੈਂ ਅਰਦਾਸ ਦੇ ਵਿਰੋਧ ਵਿੱਚ ਗੱਲ ਇਹ ਨਹੀਂ, ਗੱਲ ਅੰਡਰਸਟੈਂਡ ਕਰਨ ਦੀ ਹੈ। ਹਾਂਜੀ ਹੁਣ ਦੇਖੋ ਤੁਸੀਂ ਆਪਣੇ ਮੈਂ ਪੈਸੇ ਮੰਗਣੇ ਹੁਣ ਆਪਣੇ ਪਿਤਾ ਜੀ ਤੋਂ, ਜਾਂ ਤੁਸੀਂ ਹੋ, ਮੰਨ ਲਓ ਜਗਜੀਤ ਕੌਰ ਭੈਣ ਜੀ ਤੁਸੀਂ ਹੋ, ਖੈਰ ਮੈਂ ਕਿਸੇ ਹੋਰ ਦਾ ਮੈਂ ਆਪਣਾ ਹੀ ਨਾਂ ਲਵਾਂ, ਮੰਨ ਲਓ ਮੈਂ ਆ ਤੇ ਮੈਂ ਜਗਜੀਤ ਕੌਰ ਭੈਣ ਨੂੰ ਕਹਿੰਦਾ ਵੀ ਜਗਜੀਤ ਕੌਰ ਭੈਣ ਏਦਾਂ ਕਰੋ ਵੀ ਮੇਰੇ ਪਿਤਾ ਜੀ ਤੋਂ ਮੈਨੂੰ ਨਾ $100 ਲੈ ਦਿਓ ਤੇ ਮੈਂ ਤੁਹਾਨੂੰ $25 ਦੇ ਦਾਂਗਾ। $25 ਮੈਂ ਤੁਹਾਨੂੰ ਦੇ ਦਾਂਗਾ, ਮੈਨੂੰ $100 ਲੈ ਦਿਓ। ਹੁਣ ਇਹਦੇ ਨਾਲ 2 ਮੀਨਿੰਗ ਨੇ। ਜਾਂ ਤਾਂ ਮੈਂ ਨਲਾਇਕ ਹੈਗਾ ਵਾਂ ਕਿ ਮੈਂ ਪੈਸੇ ਪਿਓ ਤੋਂ ਲੈ ਕੇ ਗਵਾਨਾ ਵਾਂ, ਇਸ ਲਈ ਮੇਰਾ ਪਿਓ ਮੈਨੂੰ ਪੈਸੇ ਦਿੰਦਾ ਨਹੀਂ, ਤੇ ਮੈਂ 100 ਲੈ ਕੇ 25 ਤੁਹਾਨੂੰ ਦੇ ਕੇ ਤੇ 75 ਆਪ ਖਰਚ ਜਾਵਾਂਗਾ, ਤਾਂ ਮੈਂ ਤੁਹਾਨੂੰ ਕਹਿ ਰਿਹਾ ਭੈਣ 25 ਪਾਉਂਡ ਤੁਹਾਨੂੰ ਦੇ ਦਾਂਗਾ, ਤੁਸੀਂ ਮੈਨੂੰ ਮੇਰੇ ਪਿਓ ਤੋਂ 100 ਪਾਉਂਡ ਲੈ ਦਿਓ ਜਾਂ ਡਾਲਰ ਲੈ ਦਿਓ। ਪਹਿਲੀ ਗੱਲ ਮੈਂ ਨਲਾਇਕ ਹਾਂ ਤਾਂ ਮੇਰਾ ਪਿਓ ਨਹੀਂ ਦਿੰਦਾ। ਦੂਜੀ ਗੱਲ ਇਹ ਹੋ ਸਕਦੀ ਕਿ ਮੇਰਾ ਪਿਓ ਨਲਾਇਕ ਹੋਵੇ, ਵੀ ਉਹ ਆਪਣੀ ਔਲਾਦ ਦੀ ਪਰਵਾਹ ਹੀ ਨਾ ਕਰਦਾ ਹੋਵੇ, ਤੇ ਮੈਂ ਸਕੂਲ ਦੀਆਂ ਕਿਤਾਬਾਂ ਖਰੀਦਣੀਆਂ ਹੋਣ ਤੇ ਮੈਂ ਕਹਾਂ ਤੇ ਉਹ ਕਹੇ ਪੜ੍ਹ ਕੇ ਕੀ ਕਰਨਾ, ਤੇ ਤਾਂ ਮੈਂ ਤੁਹਾਨੂੰ ਲਾਲਚ ਦੇ ਰਿਹਾ ਹਾਂ ਭੈਣ 25 ਪਾਉਂਡ ਲੈ ਲਓ ਤੇ ਮੈਨੂੰ 100 ਪਾਉਂਡ ਲੈ ਦਿਓ, ਤੇ ਮੈਂ 25 ਤੁਹਾਨੂੰ ਦੇ ਕੇ ਤੇ 75 ਨਾਲ ਲੋੜ ਪੂਰੀ ਕਰਨੀ ਹੋਵੇ। ਇਹਦੇ ਵਿੱਚੋਂ ਇੱਕ ਚੀਜ਼ ਨਿਕਲਦੀ ਹੈ, ਜਾਂ ਮੈਂ ਗਲਤ ਹਾਂ ਜਾਂ ਮੇਰਾ ਪਿਓ ਗਲਤ ਹੈ। ਤੇ ਜੇ ਹੁਣ ਗੁਰੂ ਸਾਹਿਬ ਤੋਂ ਜਾਂ ਰੱਬ ਤੋਂ ਕੋਈ ਚੀਜ਼ ਮੰਗਣੀ ਹੈ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਭਾਈ ਮੋਹਰ ਸਿੰਘ ਮੈਂ ਤੁਹਾਨੂੰ 25 ਪਾਉਂਡ ਦੇ ਦਾਂਗੀ, ਤਾਂ ਇਹ 2 ਚੀਜ਼ਾਂ ਨਿਕਲਦੀਆਂ ਨੇ। ਜਾਂ ਤੇ ਤੁਸੀਂ ਗਲਤ ਹੈਗੇ, ਫਿਰ ਗੁਰੂ ਦੀ ਕੋਈ ਗੱਲ ਨਹੀਂ ਮੰਨਦੇ ਤੇ ਮੈਨੂੰ 25 ਦੇ ਕੇ ਇਮੋਸ਼ਨਲ ਬਲੈਕਮੇਲ ਗੁਰੂ ਨੂੰ ਕਰਨਾ ਚਾਹੁੰਦੇ ਹੋ, ਤੇ ਜਾਂ ਤੁਹਾਡਾ ਰੱਬ ਨਲਾਇਕ ਹੈਗਾ ਵੀ ਤੁਹਾਨੂੰ ਦੇਣਾ ਹੀ ਨਹੀਂ ਚਾਹੁੰਦਾ, ਆਪਣੀ ਔਲਾਦ ਦੀ ਪਰਵਾਹ ਨਹੀਂ ਕਰਦਾ। ਜਦੋਂ ਅਸੀਂ ਆਪਣੇ ਪਿਓ ਤੋਂ ਡਾਇਰੈਕਟ ਮੰਗਦੇ ਹਾਂ ਤੇ ਅਸੀਂ ਰੱਬ ਅੱਗੇ ਗੁਰੂ ਅੱਗੇ ਡਾਇਰੈਕਟ ਕਿਉਂ ਨਹੀਂ? ਠੀਕ ਹੈ ਨਾ? ਅਸੀਂ ਕਈ ਕੁਝ ਅਸੀਂ ਗਲਤ ਕਰ ਬੈਠੇ ਹਾਂ ਤੇ ਉਹ ਇੱਕ ਵਪਾਰ ਜਿਹਾ ਬਣ ਕੇ ਰਹਿ ਗਿਆ। ਇਸ ਲਈ ਅਰਦਾਸ ਜਿਹੜੀ ਹੈ ਸਾਨੂੰ ਆਪ ਕਰਨੀ ਚਾਹੀਦੀ ਹੈ, ਔਰ ਅਰਦਾਸ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ ਵੀ ਅਰਦਾਸ ਸਾਡੀ ਕਮਿਟਮੈਂਟ ਹੈਗੀ ਹੈ ਕਿ ਮੈਂ ਪਹਿਲੋਂ ਤਾਂ ਇਹੋ ਜਿਹੀ ਜ਼ਿੰਦਗੀ ਜੀਣੀ ਹੈ, ਮੈਂ ਕਸਮ ਚੁੱਕ ਰਿਹਾ 10 ਪਾਤਸ਼ਾਹਾਂ ਦਾ ਪਾਠ ਦੀਦਾਰ ਕਰਨਾ ਹੈ, ਮੈਂ 5 ਪਿਆਰਿਆਂ ਵਰਗੀ ਜ਼ਿੰਦਗੀ ਜੀਣੀ ਹੈ, ਮੈਂ ਗੁਰਦੁਆਰੇ ਔਰ 5 ਤਖਤਾਂ ਤੋਂ ਹੋਰ ਪਾਸੇ ਧਿਆਨ ਨਹੀਂ ਲੈ ਕੇ ਜਾਣਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਨਾਮ ਜਪਿਆ ਵੰਡ ਛਕਿਆ ਉਹਨਾਂ ਵਰਗੀ ਜ਼ਿੰਦਗੀ ਜੀਣੀ ਹੈ, ਇਹ ਕਸਮ ਚੁੱਕ ਰਿਹਾ ਮੈਂ। ਤੇ ਕੀ ਕਸਮ ਚੁੱਕ ਕੇ ਉਸ ਕਸਮ ਨੂੰ ਪੂਰਾ ਕੀਤਾ ਹੈ ਤਾਂ ਫਿਰ ਤੁਹਾਨੂੰ ਕੁਝ ਮੰਗਣ ਦੀ ਲੋੜ ਨਹੀਂ, ਸਭ ਕੁਝ ਤੁਹਾਨੂੰ ਆਟੋਮੈਟਿਕਲੀ ਮਿਲ ਜਾਣਾ ਹੈ। ਤੇ ਜੇ ਕਸਮਾਂ ਚੁੱਕ ਕੇ ਰੋਜ਼ 2-2 4-4 5-5 ਵਾਰੀ ਤੋਂ ਉਹਨਾਂ ਕਸਮਾਂ ਨੂੰ ਤੋੜ ਰਹੇ ਹੋ ਤਾਂ ਫਿਰ ਅਸੀਂ ਮੰਗਣ ਦੇ ਹੱਕਦਾਰ ਵੀ ਨਹੀਂ ਹੈਗੇ। ਇਸ ਲਈ ਸਾਡਾ ਸਿਸਟਮ ਜਿਹੜਾ ਨਾ ਉਹਦੇ ਵਿੱਚ ਥੋੜਾ ਸਾਨੂੰ ਸੋਚਣ ਦੀ ਲੋੜ ਹੈ, ਨਵੇਂ ਢੰਗ ਤੋਂ, ਨਵੇਂ ਤਰੀਕੇ ਤੋਂ। ਔਰ ਜਿਹੜੀ ਆ ਸਾਡੀਆਂ ਇਹ ਜਿਹੜੀਆਂ ਨੇ ਨਾ ਅਰਦਾਸ ਨੂੰ ਅਸੀਂ ਕੇਵਲ ਮੰਗਾਂ ਵਾਸਤੇ ਰੱਖਣ ਦੀ ਨੂੰ ਆਪਣੀ ਇੱਕ ਪ੍ਰੋਮਿਸ ਬਣਾਈਏ ਕਿ ਅਸੀਂ ਗੁਰੂ ਨਾਲ ਰੱਬ ਨਾਲ ਆਪਣੇ ਆਪ ਨਾਲ ਪ੍ਰੋਮਿਸ ਕਰ ਰਹੇ ਹਾਂ ਕਿ ਜ਼ਿੰਦਗੀ ਜੀਣੀ ਹੈ, ਫਿਰ ਸਾਰੀਆਂ ਪ੍ਰਾਪਤ ਹੋ ਜਾਣਗੀਆਂ। ਮੇਰਾ ਖਿਆਲ ਅਰਦਾਸ ਇੱਥੇ ਅਰਜੀ ਨੂੰ ਮੰਨਿਆ ਜਾਂਦਾ ਹੈ। ਜਿਵੇਂ ਆਪਾਂ ਕੋਰਟ ਦੇ ਵਿੱਚ ਕੋਈ ਜੱਜ ਦੇ ਮੂਹਰੇ ਲਾਉਣੀ ਹੁੰਦੀ ਹੈ, ਕੋਈ ਅਪੀਲ ਕਰਨੀ ਹੁੰਦੀ ਹੈ, ਫਿਰ ਆਪਾਂ ਅਰਜੀ ਨਵੀਸ ਕੋਲੇ ਜਾਂਦੇ ਹਾਂ ਵੀ ਆਹ ਟਾਈਪ ਕਰਦੇ ਸਾਡੇ ਲਈ, ਵੀ ਉਹ ਪ੍ਰੋਫੈਸ਼ਨਲ ਬੰਦੇ ਹੁੰਦੇ ਆ।
ਹਾਂਜੀ ਜਿਹੜੇ ਥੋੜਾ ਉੱਚਾ ਆਪਾਂ ਥੋੜਾ ਕੋਰਟ ਬੋਲੋ ਦੇ ਜੀ। ਵਿੱਚ ਕੋਈ ਅਰਜੀ ਦੇਣੀ ਹੁੰਦੀ ਹੈ, ਆਪਾਂ ਟਾਈਪਿਸਟ ਕੋਲੇ ਚਲੇ ਜਾਂਦੇ ਆ ਨਾ, ਵੀ ਟਾਈਪਿਸਟ ਨੂੰ ਕਹਿੰਦੇ ਆ ਵੀ ਆਹ ਟਾਈਪ ਕਰ ਦੇ, ਮੈਂ ਆਹ ਕੰਮ ਕਰਾਉਣਾ ਹੈਗਾ, ਮਤਲਬ ਜਾਂ ਅਪੀਲ ਕਰਨੀ ਹੈ ਜਾਂ ਕੋਈ ਅਰਜੀ ਕੋਈ ਦੇਣੀ ਹੈਗੀ ਹੈ DC ਨੂੰ ਜਾਂ ਬਿਜਲੀ ਮਹਿਕਮੇ ਨੂੰ, ਫਿਰ ਆਪਾਂ ਉਹ ਟਾਈਪਿਸਟ ਕੋਲੇ ਜਾਂਦੇ ਆ, ਵੀ ਉਹ ਪ੍ਰੋਫੈਸ਼ਨਲ ਬੰਦੇ ਆ। ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੜੀ ਹੋਈ ਹੈ ਵੀ ਜਿਹੜੇ ਗਿਆਨੀ ਜੀ ਜਾਂ ਭਾਈ ਜੀ ਗੁਰਦੁਆਰਿਆਂ ਦੇ ਵਿੱਚ ਹੈਗੇ ਆ, ਉਹ ਰੱਬ ਦੇ ਜ਼ਿਆਦਾ ਨੇੜੇ ਨੇ, ਉਹ ਸਾਡੀ ਗੱਲ ਸਹੀ ਢੰਗ ਨਾਲ ਅੱਗੇ ਲਾ ਸਕਦੇ ਆ। ਹਾਂ ਬਸ ਇਹ ਵਹਿਮ ਪਿਆ ਵੀ ਸ਼ਾਇਦ ਵੀ ਰੱਬ ਦੇ ਨੇੜੇ ਨੇ, ਇਹਨਾਂ ਦੀ ਰੱਬ ਮੰਨਦਾ, ਉਹ ਚੀਜ਼ਾਂ ਹਾਂ ਅੰਦਰ ਘਰ ਕੀਤੀਆਂ ਨੇ। ਇਹ ਗੱਲ ਬਿਲਕੁਲ ਸਹੀ ਹੈ ਜੀ, ਕਿਉਂਕਿ ਇਹਦੇ ਸੱਚ ਦੀਆਂ ਸੀਗੀਆਂ ਨਾ ਪਰਤਾਂ, ਉਹਦੇ ਉੱਪਰ ਜਿਹੜੀਆਂ ਝੂਠ ਦੀਆਂ ਪਰਤਾਂ ਇੰਨੀਆਂ ਚੜ ਗਈਆਂ ਆ ਕਿ ਹੁਣ ਸਾਨੂੰ ਉਹ ਸੱਚ ਜਿਹੜਾ ਥੱਲੇ ਲੁੱਕ ਕੇ ਇੰਨਾ ਥੱਲੇ ਬਹਿ ਗਿਆ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਜਦ ਅੱਖਾਂ ਮੀਟ ਕੇ ਉਹੋ ਹੀ ਕੰਮ ਕਰੀ ਜਾਂਦੇ ਆ, ਜਿਹੜਾ ਰੋਜ਼ ਅਸੀਂ ਭਾਵੇਂ ਥਿੰਕ ਅਬਾਊਟ ਵੀ ਕਰ ਲੈਣੇ, ਸੋਚ ਵੀ ਸਕਦੇ ਆ, ਪਰ ਉਹ ਸੋਚਦੇ ਨਹੀਂ, ਕਿਉਂਕਿ ਇਹ ਰੈਗੂਲਰ ਚੀਜ਼ ਆ। ਗੁਰਦੁਆਰੇ ਜਾਓ, ਭਾਈ ਦੇ ਕੋਲੋਂ ਅਰਦਾਸ ਕਰਾ ਲਓ, ਪਰ ਉਹਦਾ ਕਨਸੈਪਟ ਜਿਹੜਾ ਸੀਗਾ ਉਹ ਬਿਲਕੁਲ ਲੋਸਟ ਹੋ ਗਿਆ, ਜਿੱਦਾਂ ਗਿਆਨੀ ਜੀ ਨੇ ਵੀ ਦੱਸਿਆ। ਹਾਂਜੀ, ਉਸੇ ਮੁੱਦੇ ਤੇ ਆਪਾਂ ਪਹੁੰਚ ਗਏ ਵੀ ਸੱਚ ਹੈ ਨਾ ਬਹੁਤ ਲੁਕਿਆ ਪਿਆ ਹੈ। ਹਾਂਜੀ ਬੰਦੇ ਦਾ ਸੱਚ ਕਿਸੇ ਲੈਵਲ ਤੇ ਪਹੁੰਚਿਆ ਹੈ। ਇੱਥੇ ਆਪਾਂ ਸਮਾਪਤੀ ਕਰ, ਜਗਜੀਤ ਕੌਰ ਜੀ ਤੁਸੀਂ? ਨਹੀਂ ਜੀ, ਬਸ ਫਤਿਹ ਬੁਲਾਣੀ। ਅੱਛਾ, ਫਤਿਹ ਬੁਲਾਉਣ ਵਾਸਤੇ, ਠੀਕ ਹੈ ਜੀ। ਇੱਥੇ ਬੁਲਾਓ ਫਤਿਹ ਜੀ, ਕੱਲ ਨੂੰ ਮੁੜ ਕੇ ਆਉਣੇ 1 ਵਜੇ, ਫਿਰ ਆਪਾਂ ਤੇ ਉੱਤੇ ਛੁੱਟੀ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।